हाँ जी मैडम, स्क्रीन शेयर करके देखो जी। कर लिए सर स्टार्ट के हाँ जी मैम, करो जी स्टार्ट। ओके। सत श्री अकाल जी सारिਆਂ ਨੂੰ। मैं जसप्रीत कौर, गवर्नमेंट ITI वुमेन कोटकपुरा तो। ਅੱਜ ਦਾ ਆਪਣਾ ਵਿਸ਼ਾ ਹੈਗਾ ਫੈਬਰਿਕ ਫੰਡਾਮੈਂਟਲ ਪਾਰਟ 2। ਲਾਸਟ ਵੀਕ ਦੇ ਵਿੱਚ ਫੈਬਰਿਕ ਫੰਡਾਮੈਂਟਲ ਪਾਰਟ 1 ਦੇ ਵਿੱਚ ਅਸੀਂ ਇੱਕ ਰੇਸ਼ੇ ਤੋਂ ਕਿਸ ਤਰ੍ਹਾਂ ਕੱਪੜਾ ਤਿਆਰ ਕੀਤਾ ਜਾਂਦਾ ਉਸ ਬਾਰੇ ਜਾਣਕਾਰੀ ਲਈ ਸੀ। ਅੱਜ ਅਸੀਂ ਫੈਬਰਿਕ ਦੀਆਂ ਅੱਗੇ ਕਿੰਨੀਆਂ ਕਿਸਮਾਂ ਹੁੰਦੀਆਂ ਤੇ ਉਸ ਨੂੰ ਕਿਸ ਤਰੀਕੇ ਨਾਲ ਅਸੀਂ ਪਛਾਣ ਸਕਦੇ ਹਾਂ, ਇਸ ਬਾਰੇ ਅਸੀਂ ਜਾਣਾਂਗੇ। ਟੌਪਿਕ ਤੋਂ ਪਹਿਲਾਂ ਮੈਂ ਐਡਮਿਸ਼ਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਗਵਰਨਮੈਂਟ ITIਆਂ ਦੇ ਵਿੱਚ ਪੰਜਾਬ ਦੇ ਵਿੱਚ ਅਦਰ ਸਟੇਟ ਦੇ ਵਿੱਚ ਵੀ ਐਡਮਿਸ਼ਨਾਂ ITI ਦੀਆਂ ਸਟਾਰਟ ਹੋ ਚੁੱਕੀਆਂ ਨੇ। ਜਿਹੜੇ ਵੀ ਪਰਸਨ ਚਾਹਵਾਨ ਨੇ ਤਾਂ ਉਹ ਐਡਮਿਸ਼ਨ ਆਰਾਮ ਨਾਲ ਲੈ ਸਕਦੇ ਨੇ। ਰਜਿਸਟ੍ਰੇਸ਼ਨ ਘਰ ਬੈਠੇ ਹੀ ਤੁਸੀਂ ਕਰ ਸਕਦੇ ਹੋ। ਡਿਸਟ੍ਰਿਕਟ ਫਰੀਦਕੋਟ ਦੇ ਅੰਡਰ ਦੇ ਵਿੱਚ ਕੋਟਕਪੂਰਾ ITI ਦੇ ਵਿੱਚ ਜਿਹੜੇ ਵੀ ਸਿੱਖਿਆਰਥੀ ITI ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਤਾਂ ਨੀਚੇ ਸਕਰੀਨ ਦੇ ਉੱਪਰ ਸਾਡੇ ਹੈਡ ਮਾਸਟਰ ਸਾਹਿਬ ਜੀ ਦਾ ਨੰਬਰ ਦਿੱਤਾ ਹੋਇਆ ਹੈ ਅਤੇ ਲਾਸਟ ਦੇ ਵਿੱਚ ਮੇਰਾ ਨੰਬਰ ਵੀ ਸ਼ੋ ਮੈਂ ਆਪਣਾ ਲਿਖਿਆ ਹੋਇਆ। ਤਾਂ ਜੇਕਰ ਕੋਈ ਵੀ ਵਿਦਿਆਰਥੀ ਕੋਟਕਪੂਰਾ ITI ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਤਾਂ ਇੱਥੇ ਸੀਟਾਂ ਅਵੇਲੇਬਲ ਨੇ, ਤਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਤਾਂ ਇਸ ਤੋਂ ਬਾਅਦ ਅਸੀਂ ਆਪਣੇ ਟੌਪਿਕ ਵੱਲ ਵਧਦੇ ਹਾਂ। ਅਸੀਂ ਪੜ੍ਹਿਆ ਸੀ ਕਿ ਕੱਪੜੇ ਦੀਆਂ ਕਿਸਮਾਂ। ਕੱਪੜਾ ਆਮ ਤੌਰ ਤੇ ਅਸੀਂ 4 ਤਰੀਕੇ ਨਾਲ ਉਸ ਪਹਿਲਾ ਟਾਈਮ 'ਚ ਅਸੀਂ ਪਿਛਲੀ ਕਲਾਸ ਦੇ ਵਿੱਚ ਅਸੀਂ ਇਹੀ ਦੇਖਿਆ ਕਿ ਕੱਪੜਾ ਸਾਨੂੰ ਕੁਦਰਤੀ ਸੋਮਿਆਂ ਤੋਂ, ਰਸਾਇਣਿਕ ਕਿਰਿਆਵਾਂ ਦੁਆਰਾ, ਖਣਿਜ ਪਦਾਰਥਾਂ ਤੋਂ ਅਤੇ ਮਿਸ਼ਰਤ ਰੇਸ਼ਿਆਂ ਤੋਂ ਪ੍ਰਾਪਤ ਹੁੰਦਾ ਹੈ। ਕੁਦਰਤੀ ਸੋਮਿਆਂ ਤੋਂ ਪ੍ਰਾਪਤ ਹੋਣ ਵਾਲੇ ਕੱਪੜੇ ਦੇ ਵਿੱਚ ਅਸੀਂ ਜਾਣਕਾਰੀ ਲਈ ਸੀ ਕਿ ਸਾਨੂੰ ਕੁਦਰਤ ਤੋਂ ਸੋਮਿਆਂ ਤੋਂ, ਜਿਵੇਂ ਕਿ ਅਸੀਂ ਕਾਟਨ ਤੋਂ ਸੂਤੀ ਕੱਪੜਾ ਤਿਆਰ ਕਰਦੇ ਆ, ਰੇਸ਼ਮ ਤੋਂ ਅਸੀਂ ਰੇਸ਼ਮ ਦੇ ਕੀੜੇ ਤੋਂ ਅਸੀਂ ਰੇਸ਼ਮੀ ਕੱਪੜਾ ਬਣਾਉਂਦੇ ਆ ਅਤੇ ਉਨੀ ਕੱਪੜਾ ਸਾਨੂੰ ਭੇਡਾਂ ਦੀਆਂ ਖਲ ਤੋਂ ਜਾਂ ਜਾਨਵਰਾਂ ਦੀ ਖਲ ਤੋਂ ਅਸੀਂ ਉਨੀ ਕੱਪੜੇ ਨੂੰ ਤਿਆਰ ਕਰਦੇ ਆ। ਉਸੇ ਤਰ੍ਹਾਂ ਅਸੀਂ ਰਸਾਇਣਿਕ ਕਿਰਿਆ ਦੁਆਰਾ, ਜਿਹੜਾ ਕਿ ਅਸੀਂ ਕੈਮੀਕਲ ਦੇ ਦੁਆਰਾ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਸਿੰਥੈਟਿਕ ਤੰਦ ਦੇ ਨਾਲ ਮਿਕਸ ਕਰਕੇ ਕੱਪੜੇ ਨੂੰ ਤਿਆਰ ਕਰਦੇ ਆ ਤਾਂ ਉਹ ਸਾਡੇ ਕੋਲੇ ਰਸਾਇਣਿਕ ਕਿਰਿਆਵਾਂ ਦੁਆਰਾ ਤਿਆਰ ਹੋਏ ਹੋਏ ਕੱਪੜੇ ਬਣਦੇ ਨੇ। ਜਿਵੇਂ ਕਿ ਤੁਹਾਨੂੰ ਪਿਕਚਰ ਦੇ ਵਿੱਚ ਮੈਂ ਦਿਖਾਇਆ ਹੀ ਹੈ, ਰਸਾਇਣਿਕ ਕਿਰਿਆਵਾਂ ਦੇ ਵਿੱਚ ਥੋੜੇ ਸਿੰਥੈਟਿਕ ਬੇਸ ਦੇ ਵਿੱਚ ਜਿਹੜੇ ਕੱਪੜੇ ਮਾਰਕੀਟ ਦੇ ਵਿੱਚ ਆਉਂਦੇ ਨੇ ਉਹ ਸਾਰੇ ਹੀ ਰਸਾਇਣਿਕ ਕਿਰਿਆਵਾਂ ਦੁਆਰਾ ਤਿਆਰ ਕੀਤੇ ਹੋਏ ਕੱਪੜੇ ਹੁੰਦੇ ਨੇ। ਖਣਿਜ ਪਦਾਰਥਾਂ ਤੋਂ ਤੁਸੀਂ ਦੇਖ ਰਹੇ ਹੋ ਥਰਡ ਪਿਕਚਰ ਦੇ ਵਿੱਚ ਖਣਿਜ ਪਦਾਰਥਾਂ ਤੋਂ ਇੱਕ 골ਡਨ ਕਲਰ ਦੀ ਪਿਕ ਮੈਂ ਸ਼ੋ ਕੀਤੀ ਹੋਈ ਹੈ। 골ਡਨ ਫੈਬਰਿਕ ਖਣਿਜ ਪਦਾਰਥ ਮਤਲਬ ਧਾਤਾਂ ਦੁਆਰਾ ਤਿਆਰ ਕੱਪੜਾ, ਜਿਹਦੇ ਵਿੱਚ ਕਿ ਤੁਸੀਂ ਸੋਨੇ ਚਾਂਦੀ ਦੀ ਧਾਤ, ਐਸਬੈਸਟਾਸ ਤੋਂ ਤਿਆਰ ਕੱਪੜੇ, ਤਿੱਲੇ ਦੀਆਂ ਤਾਰਾਂ ਨੂੰ ਅਸੀਂ ਸੋਨੇ ਚਾਂਦੀ ਦੀਆਂ ਤਾਰਾਂ, ਸੋਨੇ ਚਾਂਦੀ ਦੇ ਧਾਤ ਤੋਂ ਤਾਰਾਂ ਇੱਕ ਫੈਬਰਿਕ ਬਣਾਉਣ ਦੇ ਲਈ ਇੱਕ ਉਸਨੇ ਰੇਸ਼ਾ ਤਿਆਰ ਕਰ ਲੈਂਦੇ ਆ ਤਾਂ ਉਸ ਨੂੰ ਜਦੋਂ ਅਸੀਂ ਕੱਪੜੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਤਾਂ ਉਹ ਸਾਡੇ ਕੋਲੇ ਖਣਿਜ ਪਦਾਰਥਾਂ ਦੁਆਰਾ ਤਿਆਰ ਕੱਪੜੇ ਹੋ ਜਾਂਦੇ ਨੇ। ਤੁਸੀਂ ਦੇਖਿਆ ਬ੍ਰੋਕੇਟ ਸਿਲਕ ਹੋ ਗਿਆ ਜਾਂ ਕਾਫੀ ਜਿਹੜੇ ਕਾਸਟਲੀ ਕੱਪੜੇ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦੇ ਨੇ, ਉਸ ਦੇ ਵਿੱਚ ਕੀ ਹੁੰਦਾ ਹਲਕੀ ਜੀ ਜਿਹੜੀ 골ਡਨ ਚਮਕ ਜਾਂ ਸਿਲਵਰ ਜਾਂ ਮੈਟੈਲਿਕ ਕਲਰ ਦੀ ਚਮਕ ਹੁੰਦੀ ਹੈ ਤਾਂ ਉਹ ਇਸੇ ਕਰਕੇ ਹੀ ਮਹਿੰਗੇ ਹੁੰਦੇ ਨੇ ਕਿਉਂਕਿ ਉਹ ਧਾਤ ਦੁਆਰਾ ਤਿਆਰ ਕੀਤੇ ਗਏ ਵਸਤਰ ਹੁੰਦੇ ਨੇ, ਜਿਸ ਕਰਕੇ ਸਾਨੂੰ ਇਹਨਾਂ ਦੀ ਜਿਹੜੀ ਕੀਮਤ ਹੈ ਥੋੜੀ ਜ਼ਿਆਦਾ ਦੇਣੀ ਪੈਂਦੀ ਹੈ। ਨੰਬਰ 4 ਤੇ ਸਾਡੇ ਕੋਲੇ ਆ ਜਾਂਦੇ ਨੇ ਮਿਸ਼ਰਤ ਕੱਪੜੇ। ਜਿਵੇਂ ਲਾਸਟ ਪਿਕਚਰ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ, ਮਿਸ਼ਰਤ ਕੱਪੜੇ ਕੀ ਹੁੰਦੇ ਨੇ? ਕੁਦਰਤੀ ਰੇਸ਼ੇ ਅਤੇ ਰਸਾਇਣਿਕ ਕਿਰਿਆਵਾਂ ਦੁਆਰਾ ਜਿਹੜਾ ਅਸੀਂ ਰੇਸ਼ਾ ਤਿਆਰ ਕੀਤਾ ਹੈਗਾ। ਇੱਕ ਤਾਂ ਅਸੀਂ ਕੁਦਰਤੀ ਸੋਮੇ ਤੋਂ ਰੇਸ਼ਾ ਲੈ ਲਿਆ, ਮੰਨ ਲਓ ਤੁਸੀਂ ਸੂਤੀ ਥ੍ਰੈਡ ਲੈ ਲਿਆ ਹੈਗਾ। ਉਸ ਤੋਂ ਬਾਅਦ ਤੁਸੀਂ ਇੱਕ ਰਸਾਇਣਿਕ ਕਿਰਿਆਵਾਂ ਦੁਆਰਾ ਜਿਵੇਂ ਤੁਸੀਂ ਲਿਲਨ ਟਾਈਪ ਜਾਂ ਕਿਸੇ ਤਰ੍ਹਾਂ ਦਾ ਰਿਆਨ ਆਦਿ ਦਾ ਜਿਹੜਾ ਤੁਸੀਂ ਇੱਕ ਫੈਬਰਿਕ ਬਣਾਉਣ ਲਈ ਕੱਪੜਾ ਲਿਆ ਤਾਂ ਉਹਦੇ ਵਿੱਚ ਜਿਹੜੇ ਤੁਸੀਂ ਤੰਦ ਉਹਨਾਂ ਦੋਨਾਂ ਨੂੰ ਮਿਕਸ ਕਰਕੇ ਜਿਹੜਾ ਤੁਹਾਡੇ ਕੋਲੇ ਕੱਪੜਾ ਬਣਦਾ ਤਾਂ ਉਹ ਸਾਡੇ ਕੋਲੇ ਮਿਸ਼ਰਤ ਰੇਸ਼ਿਆਂ ਦੇ ਵਿੱਚ ਤਿਆਰ ਕੀਤਾ ਹੋਇਆ ਸਾਡੇ ਕੋਲੇ ਕੱਪੜਾ ਤਿਆਰ ਹੋ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਅਸੀਂ ਕੀ ਹੈਗਾ 4 ਕਿਸਮ ਦੇ ਕੱਪੜਿਆਂ ਦੀ ਅਸੀਂ ਥਿਊਰੀ ਇਹਦੇ ਵਿੱਚ ਪੜ੍ਹੀ ਹੈ। ਇਸ ਤੋਂ ਬਾਅਦ ਅਸੀਂ ਜਦੋਂ ਤੁਸੀਂ ਕੱਪੜਾ ਬਣਾ ਰਹੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਕੱਪੜੇ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਘਰ ਬੈਠੇ ਕਿਵੇਂ ਕੱਪੜੇ ਦੀ ਰੇਸ਼ਿਆਂ ਨੂੰ ਪਛਾਣ ਸਕਦੇ ਹੋ ਕਿ ਇਹ ਅਸਲੀ ਕਾਟਨ ਹੈ ਜਾਂ ਨਹੀਂ, ਜਾਂ ਇਹ ਅਸਲੀ ਵੂਲ ਹੈ ਜਾਂ ਅਸਲੀ ਪਿਓਰ ਸਿਲਕ ਹੈ। ਮਾਰਕੀਟ ਦੇ ਵਿੱਚ ਜਦੋਂ ਤੁਸੀਂ ਕੱਪੜਾ ਲੈਣ ਜਾਂਦੇ ਹੋ ਤਾਂ
ਸ਼ੌਪ ਵਾਲੇ ਤੁਹਾਨੂੰ ਬਹੁਤ ਕਹਿੰਦੇ ਨੇ ਕਿ ਨਹੀਂ ਮੈਡਮ ਇਹ ਇਸ ਕਰਕੇ ਮਹਿੰਗਾ ਕਿਉਂਕਿ ਇਹ ਪਿਓਰ ਕਾਟਨ ਦਾ ਹੈ, ਜਾਂ ਇਹ ਇਸ ਕਰਕੇ ਮਹਿੰਗਾ ਹੈਗਾ ਕਿਉਂਕਿ ਇਹ ਪਿਓਰ ਸਿਲਕ ਦਾ ਬਣਾਇਆ ਹੋਇਆ ਹੈ। ਪਰ ਜੇਕਰ ਤੁਹਾਨੂੰ ਰੇਸ਼ਿਆਂ ਦੀ ਪਹਿਚਾਣ ਹੋਊਗੀ ਤਾਂ ਤੁਸੀਂ ਉੱਥੇ ਇਮੀਡੀਏਟਲੀ ਦੱਸ ਸਕਦੇ ਹੋ ਕਿ ਸਾਨੂੰ ਇਸ ਚੀਜ਼ ਦੀ ਪਰਖ ਹੈਗੀ ਹੈ, ਇਹਦੇ ਵਿੱਚ ਕੀ ਚੀਜ਼ ਮਿਕਸ ਕੀਤੀ ਹੋਈ ਹੈ। ਤਾਂ ਇਸ ਕਰਕੇ ਸਾਨੂੰ ਕੀ ਹੈਗੇ ਰੇਸ਼ਿਆਂ ਦੀ ਪਹਿਚਾਣ ਆਉਣੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਿਹੜੇ ਸਿਖਿਆਰਥੀ ਸਿਵਿੰਗ ਟੈਕਨੋਲੋਜੀ, ਸਰਫੇਸ ਜਾਂ ਫੈਸ਼ਨ ਡਿਜ਼ਾਈਨਿੰਗ ਜਾਂ ਡਰੈਸ ਮੇਕਿੰਗ ਨਾਲ ਸੰਬੰਧਿਤ ਨੇ। ਜਦੋਂ ਵੀ ਬਾਜ਼ਾਰ ਦੇ ਵਿੱਚ ਤੁਸੀਂ ਕੱਪੜਾ ਲੈਣ ਜਾਓ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖ ਕੇ ਜਾਓ। ਤੁਸੀਂ ਆਮ ਹੀ ਦੇਖਿਆ ਹੈ ਕਿ ਲੇਡੀਜ਼ ਕੱਪੜੇ ਨੂੰ ਛੂਹਣ ਤੇ ਹੀ ਦੱਸ ਦਿੰਦੀਆਂ ਨੇ ਕਿ ਇਹ ਕਿਸ ਕਿਸਮ ਦਾ ਕੱਪੜਾ ਹੈ। ਤਾਂ ਉਸੇ ਤਰ੍ਹਾਂ ਹੀ ਅੱਜ ਅਸੀਂ ਜਾਣਕਾਰੀ ਲਵਾਂਗੇ ਕਿ ਰੇਸ਼ਿਆਂ ਦੀ ਅਸੀਂ ਪਹਿਚਾਣ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਹੈਗਾ ਮਾਈਕਰੋਸਕੋਪ ਟੈਸਟ। ਮਾਈਕਰੋਸਕੋਪ ਦੇ ਨੀਚੇ ਤੁਸੀਂ ਸਾਇੰਸ ਦੇ ਵਿੱਚ 8th 10th ਦੇ ਵਿੱਚ ਤੁਸੀਂ ਪੜ੍ਹ ਕੇ ਆਉਂਦੇ ਹੋ, ਮਾਈਕਰੋਸਕੋਪ ਦੇ ਨੀਚੇ ਅਸੀਂ ਕਿਸੇ ਚੀਜ਼ ਨੂੰ ਜਦੋਂ ਰੱਖ ਕੇ ਦੇਖਦੇ ਹਾਂ ਤਾਂ ਉਹਦੀਆਂ ਵੱਖਰੀਆਂ ਵੱਖਰੀਆਂ ਆਕ੍ਰਿਤੀਆਂ ਬਣ ਜਾਂਦੀਆਂ। ਤਾਂ ਉਸੇ ਤਰ੍ਹਾਂ ਹੀ ਜਦੋਂ ਤੁਸੀਂ ਕੱਪੜੇ ਦੇ ਰੇਸ਼ਿਆਂ ਨੂੰ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖੋਗੇ ਤਾਂ ਉਹਨਾਂ ਦੀ ਵੱਖਰੀ ਵੱਖਰੀ ਸ਼ੇਪ ਜਾਂ ਵੱਖਰਾ ਵੱਖਰਾ ਆਕਾਰ ਆਉਂਦਾ ਹੈ, ਤਾਂ ਜਿਸ ਤੋਂ ਅਸੀਂ ਆਸਾਨੀ ਨਾਲ ਪਤਾ ਕਰ ਸਕਦੇ ਹਾਂ ਕਿ ਇਹ ਕੱਪੜਾ ਕਿਹੜੀ ਕਿਸਮ ਦਾ ਹੈਗਾ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਹੈਗਾ ਕਾਟਨ। ਜਦੋਂ ਤੁਸੀਂ ਕਾਟਨ ਦੇ ਰੇਸ਼ੇ ਨੂੰ, ਪਿਓਰ ਕਾਟਨ ਦੇ ਰੇਸ਼ੇ ਨੂੰ ਤੁਸੀਂ ਮਾਈਕਰੋਸਕੋਪ ਦੇ ਨੀਚੇ ਰੱਖੋਗੇ ਤਾਂ ਉਹ ਇੱਕ ਰੱਸੇ ਦੇ ਰੂਪ ਦੇ ਵਿੱਚ, ਜਿਸ ਤਰ੍ਹਾਂ ਅਸੀਂ ਰੱਸਾ ਵੱਟਿਆ ਹੁੰਦਾ ਨਾ, ਉਸ ਦੇ ਰੂਪ ਦੇ ਵਿੱਚ ਤੁਹਾਨੂੰ ਕੀ ਹੈਗਾ ਉਹ ਦਿਖਾਈ ਦੇਣ ਲੱਗ ਜਾਂਦਾ। ਤਾਂ ਉਸੇ ਤਰ੍ਹਾਂ ਹੀ ਮਰਸਰਾਈਜ਼ਡ ਕਾਟਨ ਮਤਲਬ ਸ਼ਰਿੰਕ ਕੀਤਾ ਹੋਇਆ ਕੱਪੜਾ। ਜਿਹੜਾ ਸ਼ਰਿੰਕ ਕੀਤਾ ਹੋਇਆ ਕਾਟਨ ਹੁੰਦੀ ਹੈ ਉਹ ਕੀ ਹੈਗਾ ਛੋਟੀਆਂ ਛੋਟੀਆਂ ਬਿੰਦੀਆਂ ਦੇ ਰੂਪ ਦੇ ਵਿੱਚ ਤੁਹਾਨੂੰ ਉੱਥੇ ਦਿਖਾਈ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਉਹਨਾਂ ਨੂੰ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖੋਗੇ ਤਾਂ ਤੁਸੀਂ ਮਛਲੀ ਦੀ ਸਤਹ ਦੇਖੀਏ ਨਾ, ਹਲਕੀ ਹਲਕੀ ਡਾਟਸ ਦੇ ਨਾਲ ਉਹ ਕਰਵ ਦੇ ਤਰੀਕੇ ਨਾਲ ਉਹਦੀ ਮਛਲੀ ਦੀ ਸਤਹ ਬਣੀ ਹੁੰਦੀ ਆ। ਤਾਂ ਤੁਹਾਨੂੰ ਜਿਹੜੀ ਉੱਨ ਹੈਗੀ ਆ ਉਹ ਇਸ ਰੂਪ ਦੇ ਵਿੱਚ ਪਿਓਰ ਉੱਨ, ਜਿਹੜੀ ਕਿ ਪਿਓਰ ਵੂਲ ਹੋਊਗੀ, ਉਹ ਤੁਹਾਨੂੰ ਮਛਲੀ ਦੇ ਸਕੇਲ ਦੀ ਤਰ੍ਹਾਂ ਉਹਦੇ ਉੱਪਰ ਦਿਖਾਈ ਦੇਊਗੀ। ਇਸ ਤੋਂ ਬਾਅਦ ਸਾਡੇ ਕੋਲੇ ਨੰਬਰ 4 ਤੇ ਆ ਜਾਂਦਾ ਹੈਗਾ ਪਿਓਰ ਸਿਲਕ। ਪਿਓਰ ਸਿਲਕ ਨੂੰ ਜਦੋਂ ਤੁਸੀਂ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖੋਗੇ ਤਾਂ ਉਹ ਸਾਡੇ ਕੋਲੇ ਕੀ ਹੈਗਾ ਟੁੱਟੇ ਹੋਏ ਸ਼ੀਸ਼ਿਆਂ ਦੇ ਰੂਪ ਵਿੱਚ, ਜਿਵੇਂ ਸ਼ੀਸ਼ਾ ਟੁੱਟ ਕੇ ਛੋਟੇ ਛੋਟੇ ਕਣਕਿਆਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਤਾਂ ਸਾਨੂੰ ਉਸੇ ਤਰ੍ਹਾਂ ਹੀ ਸਿਲਕ ਹੈ ਜਿਹੜੀ ਉਹ ਟੁਕੜਿਆਂ ਦੇ ਵਿੱਚ, ਜਿਵੇਂ ਕਿ ਕੱਚ ਖਿਲ ਰਿਹਾ ਹੁੰਦਾ, ਇਸ ਤਰੀਕੇ ਦਾ ਸਾਨੂੰ ਸ਼ੋ ਹੋਣਾ ਦੇਣ ਲੱਗ ਪੈਂਦਾ ਹੈ। ਉਸ ਤਰ੍ਹਾਂ ਬਾਅਦ ਹੈਗਾ ਸਾਡੇ ਕੋਲੇ ਲਿਲਨ। ਲਿਲਨ ਜਿਹੜਾ ਕੱਪੜਾ ਕਿ ਅੱਜ ਦੇ ਟਾਈਮ ਦੇ ਵਿੱਚ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਸੂਟੇਬਲ ਕੱਪੜਾ ਹੈਗਾ, ਬਹੁਤ ਹੀ ਸੌਫਟ ਹੁੰਦਾ। ਤਾਂ ਇਹ ਕੱਪੜਾ ਕਿ ਜਦੋਂ ਤੁਸੀਂ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖਦੇ ਹੋ ਤਾਂ ਕੀ ਹੈ ਮੋਟੇ ਗੰਨੇ ਦੇ ਵਾਂਗ ਟੁਕੜਿਆਂ ਦੇ ਵਿੱਚ, ਜਿਵੇਂ ਗੰਨੇ ਦੀਆਂ ਗਨੇਰੀਆਂ ਹੁੰਦੀਆਂ ਨਾ, ਤਾਂ ਗੰਨੇ ਦੀਆਂ ਗਨੇਰੀਆਂ ਦੇ ਵਾਂਗ ਜਿਹੜਾ ਇਹ ਕੱਪੜਾ ਤੁਹਾਨੂੰ ਦਿਖਾਈ ਦੇਣ ਲੱਗ ਜਾਂਦਾ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਨਾਈਲੋਨ। ਨਾਈਲੋਨ ਨੂੰ ਜਦੋਂ ਤੁਸੀਂ ਦੇਖਣਾ ਹੁੰਦਾ ਹੈ ਤਾਂ ਮਾਈਕਰੋਸਕੋਪ ਦੇ ਨੀਚੇ ਤੁਸੀਂ ਦੇਖੋਗੇ ਕਿ ਜਿਵੇਂ ਅੰਗੂਰ ਦੇ ਗੁੱਛਾ ਹੁੰਦਾ ਹੈ, ਪੂਰਾ ਅੰਗੂਰ ਦਾ ਗੁੱਛਾ ਬਣਿਆ ਹੁੰਦਾ, ਛੋਟੀਆਂ ਛੋਟੀਆਂ ਬਿੰਦੀਆਂ ਤੁਹਾਨੂੰ ਆਪਸ 'ਚ ਜੁੜੀਆਂ ਹੋਈਆਂ। ਜਦੋਂ ਤੁਸੀਂ ਦੇਖਿਆ ਸੀਗਾ ਮਾਈਕਰੋਸਕੋਪ ਦੇ ਨੀਚੇ ਮਰਸਰਾਈਜ਼ ਕਾਟਨ, ਤਾਂ ਉਹਦੀ ਜਿਹੜੀ ਤਾਰ ਸੀ ਛੋਟੀਆਂ ਛੋਟੀਆਂ ਬਿੰਦੀਆਂ ਦੇ ਰੂਪ ਵਿੱਚ, ਮਤਲਬ ਟੋਟਿਆਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਪਰ ਜਦੋਂ ਤੁਸੀਂ ਨਾਈਲੋਨ ਨੂੰ ਉਹਦੇ ਨੀਚੇ ਰੱਖ ਕੇ ਦੇਖਦੇ ਹੋ ਤਾਂ ਜਿਹੜੀਆਂ ਉਹ ਗੋਲ ਗੋਲ ਬਿੰਦੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਤੁਹਾਨੂੰ ਦਿਖਾਈ ਦਿੰਦੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲੇ ਨੰਬਰ 7 ਤੇ ਆ ਜਾਂਦਾ ਵਿਸਕੋਸ। ਇਹਦੇ ਜਿਹੜੇ ਰੇਸ਼ੇ ਦੇ ਤਿਰਛੇ ਕਿਨਾਰਿਆਂ ਦੀ ਤਰ੍ਹਾਂ ਸਾਨੂੰ ਦਿਖਾਈ ਦਿੰਦੇ ਨੇ। ਕਾਪਰਾਮੋਨੀਅਮ ਇਹਦੇ ਵਿੱਚ ਕੀ ਹੈਗਾ, ਤੁਸੀਂ ਅੰਡਾਕਾਰ ਦੀ ਤਰ੍ਹਾਂ, ਅੰਡੇ ਦੇ ਆਕਾਰ ਦੀ ਤਰ੍ਹਾਂ ਇੱਕ ਬੀਜ ਦੇ ਤੌਰ ਤੇ ਦਿਖਾਈ ਦੇਣ ਲੱਗ ਜਾਂਦਾ। ਉਸ ਤੋਂ ਬਾਅਦ ਜਿਹੜਾ ਐਸਬੈਸਟਾਸ ਹੈ ਉਹ ਇਹਦੇ ਨੀਚੇ ਨਹੀਂ ਦਿਖਦਾ। ਐਸਬੈਸਟਾਸ ਕੀ ਹੈਗਾ ਮੈਂ ਤੁਹਾਨੂੰ ਪਿੱਛੇ ਵੀ ਦੱਸ ਕੇ ਗਈ ਸੀ। ਐਸਬੈਸਟਾਸ ਇੱਕ ਅਜਿਹੇ ਕੱਪੜੇ ਦੀ ਕਿਸਮ ਹੈ ਜਿਸ ਦੇ ਨਾਲ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਵਰਕਰ ਨੇ ਕੰਮ ਕਰਨ ਦੇ ਵਿੱਚ ਜਿਹੜੀ ਡਰੈਸ ਪਾਉਂਦੇ ਨੇ, ਉਹਨਾਂ ਦੀ ਡਰੈਸ ਜਿਹੜੀ ਹੈਗੀ ਹੈ ਇਸ ਕੱਪੜੇ ਦੀ ਬਣਦੀ ਹੈ, ਜਿਹਦੇ ਨਾਲ ਕਿ ਉਹਨੂੰ ਅੱਗ ਲੱਗਣ ਦਾ ਜਿਹੜਾ ਹੈਗਾ ਖਤਰਾ ਘੱਟ ਹੁੰਦਾ। ਤਾਂ ਉਸ ਤੋਂ ਬਾਅਦ ਕੀ ਹੈਗਾ ਸਾਡੇ ਕੋਲੇ, ਇਹ ਸੀਗਾ ਮਾਈਕਰੋਸਕੋਪ ਰਾਹੀਂ ਜਿਵੇਂ ਅਸੀਂ ਕੱਪੜਾ ਦੇਖਦੇ ਆ। ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਾੜ ਕੇ ਦੇਖੋ ਤਾਂ ਉਹਦੀ ਕਿਸ ਤਰੀਕੇ ਦੇ ਨਾਲ ਉਹਦੀ ਗੰਧ ਆਉਂਦੀ ਹੈ, ਕਿਸ ਤਰੀਕੇ ਦੇ ਨਾਲ ਉਹ ਬਚਦਾ ਹੈ, ਕਿਸ ਤਰੀਕੇ ਨਾਲ ਉਹਦੀ ਸੜਨ ਸ਼ਕਤੀ ਹੈ। ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਾਟਨ ਨੂੰ ਸਾੜਦੇ ਹੋ ਤਾਂ ਉਹਦੀ ਜਿਹੜੀ ਸੜਨ ਦੀ ਗਤੀ ਹੁੰਦੀ ਹੈ ਉਹ ਬਹੁਤ ਹੀ ਆਸਾਨੀ ਨਾਲ, ਬਹੁਤ ਹੀ ਜਲਦੀ ਸੜਦਾ ਹੈ। ਜਦੋਂ ਕਾਟਨ ਨੂੰ ਤੁਸੀਂ ਕਿਸੇ ਵੀ ਤਰ੍ਹਾਂ, ਜੋ ਤੁਸੀਂ ਦੇਖਿਆ ਕਿ ਤੁਸੀਂ ਕਈ ਜਗ੍ਹਾ ਤੇ ਘਰਾਂ ਦੇ ਵਿੱਚ ਅੱਗ ਲਗਾਉਣ ਦੇ ਲਈ ਕੱਪੜੇ ਨੂੰ ਵਰਤਦੇ ਹੋ ਤਾਂ ਕਟਿੰਗਾਂ ਕਈ ਵਰਤ ਲੈਂਦੇ ਨੇ, ਤਾਂ ਉਹਨੂੰ ਜਦੋਂ ਤੁਸੀਂ ਸਾੜ ਕੇ ਦੇਖੋਗੇ ਤਾਂ ਉਹ ਜਲਦੀ ਆਸਾਨੀ ਨਾਲ ਸੜ ਜਾਂਦਾ ਹੈ। ਉਹਦੀ ਕਿਸੇ ਤਰ੍ਹਾਂ ਦੀ ਕੋਈ ਰਾਖ ਨਹੀਂ ਬਚਦੀ, ਤੇ ਜਿਹੜੀ ਉਹਦੀ ਲੋਅ ਨਿਕਲਦੀ ਹੈ, ਲਾਟ ਬਣਦੀ ਹੈ ਨਾ ਉਹਦੀ, ਤਾਂ ਉਹ ਪੀਲੇ ਰੰਗ ਦੀ ਲਾਟ ਜਿਹੜੀ ਹੁੰਦੀ ਹੈ ਉੱਥੇ ਦਿਖਾਈ ਦਿੰਦੀ ਹੈ ਸਾਨੂੰ। ਉਸੇ ਤਰ੍ਹਾਂ ਹੀ ਮਰਸਰਾਈਜ਼ਡ ਕਾਟਨ ਹੈ, ਇਹ ਵੀ ਬਹੁਤ ਹੀ ਆਸਾਨੀ ਨਾਲ, ਕਿਉਂਕਿ ਹੈ ਤਾਂ ਇਹ ਕਾਟਨ ਦੀ ਹੋਈ ਇੱਕ ਕਿਸਮ, ਤਾਂ ਇਹ ਵੀ ਕੀ ਹੈਗਾ ਬਹੁਤ ਹੀ ਆਸਾਨੀ ਨਾਲ ਸੜਦਾ ਹੈ। ਅਤੇ ਇਹਦੇ ਵੀ ਸੜਨ ਦੇ ਉੱਪਰ ਕੀ ਹੈਗਾ ਕਿਸੇ ਤਰ੍ਹਾਂ ਦੀ ਕੋਈ ਰਾਖ ਨਹੀਂ ਬਚਦੀ ਹੈ, ਅਤੇ ਨਾ ਹੀ ਇਹਦੀ ਜਿਹੜੀ ਲੋਅ ਹੈਗੀ ਉਹ ਪੀਲੇ ਰੰਗ ਦੀ ਹੀ ਨਿਕਲਦੀ ਹੈ। ਉੱਨ ਹੈ, ਹੁਣ ਤੁਸੀਂ ਦੇਖੋ
ਉਹਨਾਂ ਨੂੰ ਜਦੋਂ ਤੁਸੀਂ ਸਾੜ ਕੇ ਦੇਖੋਗੇ ਤਾਂ ਉੱਨ ਜਿਹੜੀ ਹੈਗੀ ਬਿਲਕੁਲ ਹੌਲੀ ਹੌਲੀ ਸੜਦੀ ਹੈ। ਜੇ ਮੰਨ ਲਓ ਕਿ ਉੱਨ ਪਿਓਰ ਨਹੀਂ ਹੈਗੀ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਿੰਥੈਟਿਕ ਤੰਦ ਮਿਕਸ ਹੈ, ਤਾਂ ਤੁਸੀਂ ਉਹ ਦੇਖੋਗੇ ਉਹ ਬਹੁਤ ਹੀ ਆਸਾਨੀ ਨਾਲ ਤੇ ਫਾਸਟ, ਜਿਵੇਂ ਕਿ ਕਾਟਨ ਸੜਦਾ ਉਸ ਤਰੀਕੇ ਨਾਲ ਸੜਨੀ ਸ਼ੁਰੂ ਹੋ ਜਾਂਦੀ ਹੈ। ਤਾਂ ਜਦੋਂ ਜਿਹੜੀ ਪਿਓਰ ਉੱਨ ਹੈ ਉਹਨੂੰ ਸਾੜ ਦਿਓ ਤਾਂ ਇੱਕ ਗੋਲੀਆਂ ਦੇ ਰੂਪ ਵਿੱਚ, ਹਲਕੀਆਂ ਹਲਕੀਆਂ ਗੋਲੀਆਂ ਦੇ ਰੂਪ ਦੇ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦੀ ਜਿਹੜੀ ਲੋ ਹੈਗੀ ਆ ਉਹ ਵੀ ਪੀਲੇ ਰੰਗ ਦੀ ਹੀ ਨਿਕਲੂਗੀ। ਉਸੇ ਤਰ੍ਹਾਂ ਹੀ ਪਿਓਰ ਸਿਲਕ ਹੈ, ਪਿਓਰ ਸਿਲਕ ਹੈ ਜਿਹੜਾ ਉਹ ਵੀ ਬਹੁਤ ਹੀ ਹੌਲੀ ਸੜਦਾ ਹੈ ਅਤੇ ਇਹਦੇ ਤੇ ਵੀ ਕਿਸੇ ਤਰੀਕੇ ਦੀ ਕੋਈ ਰਾਖ ਨਹੀਂ ਬਚਦੀ, ਅਤੇ ਜਿਹੜਾ ਇਹਦੀ ਲੋ ਨਿਕਲਦੀ ਹੈ ਉਹ ਨੀਲੇ ਰੰਗ ਦੀ। ਹੁਣ ਕਾਟਨ ਜਿਹੜਾ ਹੈਗਾ ਸੀ ਉਹ ਵੀ ਬਹੁਤ ਆਸਾਨੀ ਨਾਲ ਸੜਦਾ ਤੇ ਉਹਦੀ ਵੀ ਕਿਸੇ ਤਰ੍ਹਾਂ ਦੀ ਕੋਈ ਰਾਖ ਨਹੀਂ ਬਚਦੀ। ਬਸ ਇਹਨਾਂ ਦੇ ਵਿੱਚ ਅੰਤਰ ਕੀ ਹੈਗਾ ਕਿ ਜਿਹੜੀ ਲੋ ਨਿਕਲਦੀ ਹੈ ਕਾਟਨ ਦੇ ਵਿੱਚ ਪੀਲੇ ਰੰਗ ਦੀ ਹੁੰਦੀ ਆ, ਤੇ ਪਿਓਰ ਸਿਲਕ ਦੇ ਵਿੱਚ ਉਹੀ ਜਿਹੜੀ ਲਾਟ ਹੈਗੀ ਉਹਦੀ ਲੋ ਨਿਕਲਣੀ ਹੈ ਉਹ ਕੀ ਹੈਗੇ ਨੀਲੇ ਰੰਗ ਦੀ। ਤਾਂ ਜਦੋਂ ਤੁਸੀਂ ਕੱਪੜਾ ਲੈਣ ਜਾਂਦੇ ਹੋ ਪਿਓਰ ਸਿਲਕ ਵਗੈਰਾ, ਤਾਂ ਉਹਦੀ ਹਲਕੀ ਜੀ ਸਾਈਡ ਤੋਂ ਤੁਸੀਂ ਇਸ ਚੀਜ਼ਾਂ ਨੂੰ ਦੇਖ ਸਕਦੇ ਹੋ। ਉਹ ਨਹੀਂ ਹੈਗਾ ਕਿ ਤੁਸੀਂ ਥਾਨ ਨੂੰ ਦੁਕਾਨ ਤੇ ਬੈਠ ਕੇ ਉਸ ਨੂੰ ਅੱਗ ਤੁਸੀਂ ਦੇਖਿਆ ਤਾਂ ਉਹਦੀ ਛੋਟੀ ਜੀ ਕਟਿੰਗ ਘਰੇ ਲਿਆ ਕੇ ਉਸ ਚੀਜ਼ ਨੂੰ ਇਸ ਟਰਾਈ ਕਰਕੇ ਦੇਖ ਸਕਦੇ ਹੋ ਕਿ ਉਹ ਕੱਪੜਾ ਪਿਓਰ ਸੀ ਜਾਂ ਨਹੀਂ। ਤਾਂ ਲਿਲਨ ਹੈਗਾ ਇਹ ਕੀ ਹੈਗਾ, ਇਹ ਵੀ ਆਸਾਨੀ ਨਾਲ ਸੜ ਜਾਂਦਾ ਅਤੇ ਇਹਦੀ ਕੀ ਹੈ ਰਾਖ ਹੈ ਜਿਹੜੀ ਬਚ ਜਾਂਦੀ ਹੈ ਹਲਕੇ ਰੂਪ ਦੇ ਵਿੱਚ। ਜਦੋਂ ਤੁਹਾਡੇ ਕੋਲੇ ਕੱਪੜਾ ਸੜ ਜਾਂਦਾ ਤਾਂ ਉਸ ਤੋਂ ਬਾਅਦ ਨੀਚੇ ਸਵਾਹ ਟਾਈਪ ਦੇ ਵਿੱਚ ਇਹ ਤੁਹਾਨੂੰ ਦਿਖਾਈ ਦੇਣ ਲੱਗ ਜਾਂਦਾ। ਤਾਂ ਇਹਦੀ ਜਿਹੜੀ ਲੋ ਹੈ ਉਹ ਵੀ ਨੀਲੇ ਰੰਗ ਦੀ ਹੀ ਬਲਦੀ ਹੈ। ਤਾਂ ਨਾਈਲੋਨ ਹੈ ਜਿਹੜਾ ਇਹ ਵੀ ਬਹੁਤ ਆਸਾਨੀ ਨਾਲ ਸੜ ਜਾਂਦਾ ਹੈ, ਤਾਂ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਰਾਖ ਨਹੀਂ ਬਚਦੀ ਤੇ ਜਿਹੜੀ ਲੋ ਹੈਗੀ ਇਹਦੀ ਵੀ ਨੀਲੇ ਹੀ ਰੰਗ ਦੀ ਨਿਕਲਦੀ ਹੈ। ਵਿਸਕੋਸ ਇਹ ਬਿਲਕੁਲ ਨਹੀਂ ਸੜਦਾ, ਇਹ ਬਿਲਕੁਲ ਹੀ ਨਹੀਂ ਰਾਖ ਬਚਦੀ ਅਤੇ ਇਹਦੀ ਕਿਸੇ ਤਰ੍ਹਾਂ ਦੀ ਕੋਈ ਲੋ ਨਹੀਂ ਨਿਕਲਦੀ ਅਤੇ ਜਲਨ ਦੇ ਵਿੱਚ ਇਹ ਵੀ ਬਹੁਤ ਆਸਾਨੀ ਨਾਲ ਜਿਹੜਾ ਹੈਗਾ ਸੜ ਜਾਂਦਾ ਹੈ। ਕਾਪਰ ਅਮੋਨੀਅਮ ਜਿਹੜਾ ਹੈਗਾ ਇਹ ਵੀ ਬਹੁਤ ਆਸਾਨੀ ਨਾਲ ਸੜਦਾ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਲੋ ਨਹੀਂ ਨਿਕਲਦੀ ਹੈ, ਤਾਂ ਕਿਸੇ ਤਰ੍ਹਾਂ ਦੀ ਕੋਈ ਵੀ ਇਹਦੇ ਵਿੱਚੋਂ ਰਾਖ ਨਹੀਂ ਬਚਦੀ ਹੈ। ਤਾਂ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਐਸਟਾਸ, ਇਹ ਬਹੁਤ ਜਲਦੀ ਸੜਦਾ ਹੈ ਅਤੇ ਜਿਹੜਾ ਇਹਦੀ ਗੋਲੀ ਹੈ ਉਹ ਗੋਲੀ ਦੀ ਟਾਈਪ ਚ ਬਚ ਜਾਂਦਾ ਹੈ ਅਤੇ ਬਰਾਊਨ ਰੰਗ ਦੀ ਜਿਹੜੀ ਇਹਦੀ ਲੋ ਨਿਕਲਦੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਜਦੋਂ ਆਪਾਂ ਦੇਖਦੇ ਹਾਂ ਤਾਂ ਐਸਬੈਸਟਾਸ ਜਿਹੜਾ ਕੱਪੜਾ ਉਹਨੂੰ ਉਹਦੇ ਵਿੱਚ ਸੜਨ ਦੀ ਜਿਹੜੀ ਗਤੀ ਹੈ ਨਹੀਂ ਹੁੰਦੀ। ਐਸਬੈਸਟਾਸ ਕੱਪੜਾ ਹੈਗਾ ਜਿਹੜਾ ਉਹ ਕੀ ਹੈਗਾ ਬਰਨਿੰਗ ਤੇ ਨਹੀਂ ਸੜਦਾ, ਇਸੇ ਕਰਕੇ ਜਿਹੜੀਆਂ ਉਹਨਾਂ ਦੀ ਡਰੈਸ ਹੈ ਫਾਇਰ ਬ੍ਰਿਗੇਡ ਵਾਲਿਆਂ ਦੀ ਬਣਾਈ ਜਾਂਦੀ ਹੈ। ਤਾਂ ਇਸੇ ਤਰੀਕੇ ਨਾਲ ਜਦੋਂ ਅਸੀਂ ਕੈਮੀਕਲ ਟੈਸਟ ਨਾਲ ਕਿਸੇ ਤਰ੍ਹਾਂ ਦੀਆਂ ਐਸਿਡ ਪਾ ਕੇ ਕਿਸੇ ਕੱਪੜੇ ਦੀ ਜਦੋਂ ਜਾਂਚ ਕਰਨੀ ਹੋਵੇ ਕਿ ਇਹ ਪਿਓਰ ਹੈ ਜਾਂ ਨਹੀਂ, ਤਾਂ ਉੱਥੇ ਕੀ ਅਸੀਂ ਕਰਦੇ ਆ ਕਈ ਤਰ੍ਹਾਂ ਦੇ ਕੈਮੀਕਲ ਵਰਤ ਕੇ ਅਸੀਂ ਉਹਨਾਂ ਦੀ ਜਿਹੜੀ ਪਹਿਚਾਣ ਕਰ ਸਕਦੇ ਆ। ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਦੋਂ ਕਾਟਨ ਨੂੰ ਅਸੀਂ ਕਿਸੇ ਕੈਮੀਕਲ ਦੇ ਵਿੱਚ ਪਾਉਂਦੇ ਆ ਤਾਂ ਉਹਦੀ ਜਿਹੜੀ ਸਮੈਲ ਹੈਗੀ ਉਹ ਇੱਕ ਕਾਗਜ਼ ਦੇ ਸੜਨ ਵਾਂਗੂ, ਜਿਸ ਤਰੀਕੇ ਨਾਲ ਕਾਗਜ਼ ਦੇ ਸੜਨ ਤੇ ਗੰਧ ਆਉਂਦੀ ਹੈ ਤਾਂ ਉਸੇ ਤਰੀਕੇ ਨਾਲ ਕੀ ਹੈਗਾ ਇਹਦੀ ਗੰਧ ਸਾਨੂੰ ਉਹਦੀ ਸੜਨ ਦੀ ਸਮੈਲ ਆਉਂਦੀ ਹੈ। ਤਾਂ ਜਦੋਂ ਅਸੀਂ ਕਿਸੇ ਖਾਰੇ ਪਾਣੀ ਦੇ ਵਿੱਚ, ਖਾਰੇ ਸੋਡੇ ਚ ਜਦੋਂ ਤੁਸੀਂ ਕਾਟਨ ਨੂੰ ਸ਼ੋਰੇ ਦੇ ਪਾਣੀ ਨਾਲ, ਹੁਣ ਆਪਾਂ ਘਰਾਂ ਦੇ ਵਿੱਚ ਪਾਣੀ ਜਿਹੜਾ ਮੱਛੀ ਮੋਟਰਾਂ ਦੇ ਪਾਣੀ ਨਾਲ ਹੀ ਵਰਤਦੇ ਆ, ਤਾਂ ਜਦੋਂ ਤੁਸੀਂ ਉਹਨਾਂ ਨਾਲ ਕੱਪੜੇ ਧੋਂਦੇ ਹੋ ਕਾਟਨ ਦੇ ਤਾਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਨਹੀਂ ਪੈਂਦਾ, ਇਸੇ ਕਰਕੇ ਕਿਉਂਕਿ ਉਹ ਕਾਟਨ ਜਿਹੜੀ ਹੈਗੀ ਆ ਉਹਦੇ ਤੇ ਖਾਰੇ ਪਾਣੀ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹਦੇ ਤੇ ਤੇਜ਼ਾਬੀ ਐਸਿਡ ਵਗੈਰਾ ਦਾ ਨਹੀਂ ਅਸਰ ਹੁੰਦਾ। ਤਾਂ ਇਸੇ ਤਰ੍ਹਾਂ ਹੀ ਮਰਸਰਾਈਜ਼ ਕਾਟਨ ਹੈ ਜਿਹੜੀ ਉਹ ਵੀ ਇੱਕ ਕਾਟਨ ਦੀ ਕਿਸਮ ਹੋਣ ਦੇ ਕਰਕੇ ਹੀ ਉਹਦੇ ਸੜਨ ਦੀ ਸਮੈਲ ਜਿਹੜੀ ਹੈਗੀ ਆ ਉਹ ਕਾਗਜ਼ ਦੇ ਗੰਦ ਸੜਨ ਦੇ ਵਰਗੀ ਹੀ ਹੁੰਦੀ ਹੈ ਤੇ ਉਹਦੇ ਤੇ ਵੀ ਕਿਸੇ ਤਰ੍ਹਾਂ ਦਾ ਜਿਹੜੇ ਖਾਰੇ ਹੁੰਦੇ ਆ ਪਾਣੀ ਹੁੰਦੇ ਆ ਜਾਂ ਖਾਰਾ ਕਿਸੇ ਤਰ੍ਹਾਂ ਦਾ ਐਸਿਡ ਹੈ ਉਹ ਕਿਸੇ ਤਰ੍ਹਾਂ ਦਾ ਉਹਦੇ ਤੇ ਕੋਈ ਇਫੈਕਟ ਨਹੀਂ ਕਰਦਾ। ਤਾਂ ਜਿਹੜੀ ਵੂਲ ਹੈ ਉੱਨ ਹੈਗੀ ਆ, ਜਦੋਂ ਤੁਸੀਂ ਉਹਨੂੰ ਕਿਸੇ ਕੈਮੀਕਲ ਦੇ ਵਿੱਚ ਪਾ ਕੇ ਟੈਸਟ ਕਰਦੇ ਹੋ ਤਾਂ ਉਹਦੀ ਜਿਹੜੀ ਸਮੈਲ ਹੈਗੀ ਆ ਉਹ ਪੰਛੀਆਂ ਦੇ ਖੰਭਾਂ ਨੂੰ, ਜਿਸ ਤਰੀਕੇ ਨਾਲ ਪੰਛੀਆਂ ਦੇ ਖੰਭਾਂ ਤੇ ਸੜਨ ਦੀ ਸਮੈਲ ਆਉਂਦੀ ਆ ਉਸ ਤਰੀਕੇ ਦੀ ਸਾਨੂੰ ਜਿਹੜੀ ਹੈਗੀ ਉਹਦੀ ਸਮੈਲ ਸਾਨੂੰ ਜਿਹੜੀ ਉਹਦੀ ਗੰਧ ਆਉਂਦੀ ਹੈ। ਤਾਂ ਜਿਹੜੀ ਉੱਨ ਹੈਗੀ ਆ ਉਹ ਖਾਰੇ ਐਸਿਡ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਘੁਲ ਜਾਂਦਾ ਤੇ ਪਰ ਕਿ ਜਿਹੜਾ ਹੈਗਾ ਉਹਦੇ ਤੇ ਕਿਸੇ ਤਰ੍ਹਾਂ ਦੇ ਐਸਿਡ ਦਾ ਕੋਈ ਵੀ ਇਫੈਕਟ ਨਹੀਂ ਪੈਂਦਾ। ਹੁਣ ਜਦੋਂ ਕਿ ਆਪਾਂ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਅਸੀਂ ਵੂਲ ਆਦਿ ਦੇ ਕੱਪੜੇ, ਗਰਮ ਕੱਪੜਿਆਂ ਨੂੰ ਜਦੋਂ ਅਸੀਂ ਧੋਨੇ ਆ ਤਾਂ ਅਸੀਂ ਬਹੁਤੇ ਕਾਸਟਿਕ ਦੀ ਵਰਤੋਂ ਨਹੀਂ ਕਰਦੇ, ਉਹਦੇ ਵਿੱਚ ਅਸੀਂ ਉਹਦੇ ਲਈ ਹਲਕੇ ਤੋਂ ਹਲਕਾ ਡਿਟਰਜੈਂਟ ਜਾਂ ਈਜ਼ੀ ਆਦਿ ਦੀ ਵਰਤੋਂ ਜਿਹੜੀ ਕਰਦੇ ਆ, ਇਸੇ ਕਰਕੇ ਹੀ ਕਰਦੇ ਆ ਤਾਂ ਜੋ ਉਹਦੀ ਜਿਹੜੀ ਦਿੱਖ ਹੈਗੀ ਆ ਜਾਂ ਵੂਲ ਹੈਗੀ ਆ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਉਸੇ ਤਰ੍ਹਾਂ ਹੀ ਪਿਓਰ ਸਿਲਕ ਹੈਗੀ ਹੈ ਤਾਂ ਉਹ ਵੀ ਜਦੋਂ ਉਹਨੂੰ ਕੈਮੀਕਲ ਦੇ ਵਿੱਚ ਪਾ ਕੇ ਦੇਖਿਆ ਜਾਂਦਾ ਤਾਂ ਉਹਦੇ ਸੜਨ ਤੇ ਕੀ ਹੈਗੀ ਕਾਗਜ਼ ਦੇ ਸੜਨ ਵਰਗੀ ਉਹਦੀ ਸਮੈਲ ਹੁੰਦੀ ਹੈ ਤੇ ਜਿਹੜਾ ਪਿਓਰ ਸਿਲਕ ਹੈਗਾ ਉਹ ਖਾਰੇ ਪਾਣੀ ਦੇ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਤੇ ਇਹਦੇ ਤੇ ਕੀ ਹੈਗਾ ਤੇਜ਼ਾਬ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ। ਲਿਲਨ ਹੈਗੀ ਹੈ ਇਹਦੀ ਸੜਨ ਦੀ ਸਮੈਲ ਵੀ ਜਿਹੜੀ ਕਾਗਜ਼ ਦੀ
ਸੜਨ ਦੇ ਵਰਗੀ ਹੁੰਦੀ ਹੈ ਤਾਂ ਲਿਲਨ ਤੇ ਖਾਰੇ ਪਾਣੀ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਪਰੰਤੂ ਕੀ ਹੈ, ਜਦੋਂ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਐਸਿਡ ਵਗੈਰਾ ਤੇਜ਼ਾਬ ਆਦਿ ਜਦੋਂ ਕਿਸੇ ਤਰ੍ਹਾਂ ਦਾ ਡੁੱਲ ਜਾਂਦਾ ਤਾਂ ਇਹ ਕੀ ਹੈਗਾ, ਇੱਕ ਬੂੰਦ ਆਦਿ ਵੀ ਜੇ ਹਲਕਾ ਜਿਹਾ ਵੀ ਡੁੱਲ ਜਾਵੇ ਤਾਂ ਇਹ ਉਸ ਜਗ੍ਹਾ ਤੇ ਮੋਰੀਆਂ ਕਰ ਦਿੰਦਾ ਜਾਂ ਉਸ ਕੱਪੜੇ ਨੂੰ ਸਾੜ ਦਿੰਦਾ ਹੈ। ਨਾਈਲੋਨ ਆਦਿ ਨੂੰ ਜਦੋਂ ਅਸੀਂ ਕੈਮੀਕਲ ਟੈਸਟ ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ, ਕਾਗਜ਼ ਦੇ ਸੜਨ ਦੀ ਸਮੈਲ ਆਉਂਦੀ ਆ। ਤਾਂ ਇਹਦੇ ਤੇ ਜਿਹੜਾ ਕੀ ਹੈਗਾ, ਖਾਰੇ ਪਾਣੀ ਦਾ ਜਾਂ ਖਾਰੇ ਕਿਸੇ ਤਰ੍ਹਾਂ ਦੇ ਖਾਰੇ ਸੋਡੇ ਆਦਿ ਦਾ ਜਿਹੜਾ ਹੈਗਾ ਅਸਰ ਕੋਈ ਨਹੀਂ ਹੁੰਦਾ। ਅਤੇ ਪਰ ਜਿਹੜਾ ਹੈਗਾ ਨਾਈਲੋਨ ਹੈ, ਉਹ ਜਦੋਂ ਕਿਸੇ ਤਰ੍ਹਾਂ ਦਾ ਉਹਦੇ ਤੇ ਐਸਿਡ ਇਫੈਕਟ ਹੋ ਜਾਵੇ ਤਾਂ ਜਿਹੜਾ ਇਹ ਹੈਗਾ ਤੁਹਾਡਾ ਕੱਪੜਾ ਨਾਈਲੋਨ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ। ਉਹ ਹੈਗਾ ਕੀ ਹੈ, ਉਹ ਪੂਰੀ ਤਰ੍ਹਾਂ ਉਹਦੇ ਨਾਲ ਖਰਾਬ ਹੋ ਜਾਂਦਾ। ਤਾਂ ਇਸੇ ਤਰ੍ਹਾਂ ਉਸ ਤੋਂ ਬਾਅਦ ਸਾਡੇ ਕੋਲੇ ਜਿਵੇਂ ਹੈਗਾ ਵਿਸਕੋਸ ਨੂੰ ਜਦੋਂ ਤੁਸੀਂ ਕੈਮੀਕਲ ਟੈਸਟ ਨਾਲ ਦੇਖਦੇ ਹੋ ਤਾਂ ਇਹਦੀ ਜਿਹੜੀ ਗੰਧ ਹੁੰਦੀ ਹੈ ਕੈਮੀਕਲ ਦੇ ਵਿੱਚ ਪਾਉਣ ਤੇ, ਤਾਂ ਇਹਦੀ ਕੀ ਹੈਗੀ, ਨੇਲ ਪੇਂਟ ਦੀ ਤਰ੍ਹਾਂ। ਜਿਸ ਤਰ੍ਹਾਂ ਤੁਹਾਡੀ ਨੇਲ ਪੇਂਟ ਦੀ ਸਮੈਲ ਆਉਂਦੀ ਹੈ ਤਾਂ ਇਹ ਵਿਸਕੋਸ ਨੂੰ ਜੋ ਤੁਸੀਂ ਕੈਮੀਕਲ ਦੇ ਰਾਹੀਂ ਟੈਸਟ ਕਰਦੇ ਪਏ ਹੋ ਤਾਂ ਉਹਦੀ ਸਮੈਲ ਕੀ ਆਊਗੀ, ਤੁਹਾਨੂੰ ਨੇਲ ਪੇਂਟ ਦੀ ਸਮੈਲ ਦੀ ਤਰ੍ਹਾਂ ਲੱਗੇਗੀ। ਤਾਂ ਇਹ ਵੀ ਕੀ ਹੈ, ਜਦੋਂ ਖਾਰੇ ਪਾਣੀ ਦਾ ਇਹਦੇ ਤੇ ਅਸਰ ਹੁੰਦਾ ਤਾਂ ਸੜ ਕੇ ਇਹ ਖਤਮ ਹੋ ਜਾਂਦਾ ਹੈ। ਤਾਂ ਵਿਸਕੋਸ ਦੇ ਉੱਪਰ ਵੀ ਜੇ ਕਿਸੇ ਤਰ੍ਹਾਂ ਦਾ ਕੋਈ ਐਸਿਡ ਆਦਿ ਡੁੱਲ ਜਾਵੇ ਤਾਂ ਇਹ ਵੀ ਕੀ ਹੈ, ਬਿਲਕੁਲ ਖਤਮ ਹੋ ਜਾਂਦਾ ਹੈ। ਤਾਂ ਕੈਪਰਾਮੋਨੀਅਮ ਜਿਹੜਾ ਹੈਗਾ, ਇਹਦੀ ਜਿਹੜੀ ਸਮੈਲ ਹੈਗੀ ਹੈ, ਉਹਦੀ ਗੰਧ ਜਿਹੜੀ ਹੈਗੀ ਹੈ ਕੈਮੀਕਲ ਦੀ ਕਾਗਜ਼ ਦੇ ਸੜਨ ਵਰਗੀ ਹੁੰਦੀ ਹੈ ਅਤੇ ਖਾਰੇ ਪਾਣੀ ਆਦਿ ਵਿੱਚ ਇਹ ਘੁਲ ਜਾਂਦਾ ਹੈ। ਪਰ ਜਿਹੜਾ ਇਹਦੇ ਤੇ ਤੇਜ਼ਾਬ ਆਦਿ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ। ਐਸੀਟੇਟ ਦੀ ਸਮੈਲ ਵੀ ਜਿਵੇਂ ਨੇਲ ਪੇਂਟ ਦੀ ਸਮੈਲ ਹੁੰਦੀ ਹੈ ਉਸੇ ਤਰ੍ਹਾਂ ਹੀ ਹੁੰਦੀ ਹੈ ਤੇ ਪਾਣੀ ਦੇ ਵਿੱਚ, ਖਾਰੇ ਪਾਣੀਆਂ ਦੇ ਵਿੱਚ ਇਹ ਘੁਲ ਜਾਂਦੇ ਨੇ ਤੇ ਜਿਹੜਾ ਐਸਿਡ ਹੈਗਾ ਉਹ ਕੀ ਹੈਗਾ, ਇਸ ਨੂੰ ਖਤਮ ਕਰ ਦਿੰਦਾ। ਹੁਣ ਜਦੋਂ ਤੁਹਾਨੂੰ ਕੱਪੜੇ ਦੀ ਪਹਿਚਾਣ ਆ ਗਈ, ਤੁਸੀਂ ਮਾਰਕੀਟ ਦੇ ਵਿੱਚੋਂ ਕੱਪੜਾ ਲਿਆਂਦਾ ਹੈਗਾ ਤਾਂ ਉਸ ਤੋਂ ਬਾਅਦ ਸਾਡਾ ਕੰਮ ਹੋ ਜਾਂਦਾ ਕੱਪੜੇ ਨੂੰ ਸਟਿਚ ਕਰਨਾ। ਤਾਂ ਕੱਪੜੇ ਨੂੰ ਸਟਿਚ ਕਰਨ ਦੇ ਲਈ ਅਸੀਂ ਵੱਖਰੇ ਵੱਖਰੇ ਥ੍ਰੈਡ ਵਰਤਦੇ ਆ, ਵੱਖਰੇ ਵੱਖਰੇ ਤਰ੍ਹਾਂ ਦੀਆਂ ਉਹਨਾਂ ਉੱਪਰ ਹੱਥ ਦੀਆਂ ਤੇ ਮਸ਼ੀਨ ਦੀਆਂ ਸੂਈਆਂ ਦੀ ਵਰਤੋਂ ਕਰਦੇ ਆ। ਪਰੰਤੂ ਹਰੇਕ ਕੱਪੜੇ ਦੇ ਉੱਪਰ ਇੱਕੋ ਹੀ ਨੰਬਰ ਦੀ ਨਾ ਤਾਂ ਮਸ਼ੀਨ ਤੇ ਅਸੀਂ ਸੂਈ ਚੜਾ ਕੇ ਕੰਮ ਕਰ ਸਕਦੇ ਆ ਤੇ ਨਾ ਹੀ ਅਸੀਂ ਉਹਨਾਂ ਉੱਪਰ ਇੱਕੋ ਹੀ ਨੰਬਰ ਦੇ ਥ੍ਰੈਡ ਦੀ ਵਰਤੋਂ ਕਰ ਸਕਦੇ ਆ। ਇਸ ਲਈ ਸਾਨੂੰ ਜ਼ਰੂਰੀ ਹੈ ਕਿ ਕੱਪੜੇ ਦੀ ਚੋਣ ਤੋਂ ਬਾਅਦ ਅਸੀਂ ਸਹੀ ਮਸ਼ੀਨ ਦੀ ਸੂਈ ਅਤੇ ਸਹੀ ਹੱਥ ਦੀ ਸੂਈ ਦੇ ਨਾਲ ਨਾਲ ਅਸੀਂ ਉਸਦੇ ਸੀਨ ਦੇ ਲਈ ਜਿਹੜੀ ਰੀਲ ਦੀ ਵਰਤੋਂ ਕਰਨੀ ਹੈ ਜਾਂ ਕਢਾਈ ਕਰਨ ਦੇ ਲਈ ਤੁਸੀਂ ਕਿਸੇ ਤਰ੍ਹਾਂ ਦਾ ਥ੍ਰੈਡ ਦੀ ਵਰਤੋਂ ਕਰਨੀ ਹੈ ਤਾਂ ਅਸੀਂ ਉਸ ਦੀ ਚੋਣ ਉਸਦੇ ਮੁਤਾਬਕ ਹੀ ਕਰੀਏ ਤਾਂ ਜੋ ਸਾਡਾ ਕੱਪੜਾ ਜਿਹੜਾ ਹੈਗਾ ਉਹ ਵਧੀਆ ਅਤੇ ਸਹੀ ਤਰੀਕੇ ਨਾਲ ਸੀਤਾ ਜਾਵੇ। ਤਾਂ ਹੁਣ ਅਸੀਂ ਗੱਲ ਕਰਾਂਗੇ ਕਿ ਕੱਪੜੇ ਦੇ ਅਨੁਸਾਰ ਅਸੀਂ ਸੂਈ ਅਤੇ ਧਾਗੇ ਦੀ ਕਿਸ ਤਰ੍ਹਾਂ ਚੋਣ ਕਰਨੀ ਆ। ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸੂਈ ਦੇ ਨੰਬਰ ਜਿਹੜੇ ਮਸ਼ੀਨੀ ਸੂਈਆਂ ਦੇ ਨੰਬਰ 9 ਤੋਂ ਸਟਾਰਟ ਹੋ ਜਾਂਦੇ ਨੇ। 9 ਨੰਬਰ ਤੋਂ ਲੈ ਕੇ 21 ਨੰਬਰ ਦੀ ਜਿਹੜੀ ਸੂਈ ਹੈਗੀ ਅਸੀਂ ਵੱਖਰੇ ਵੱਖਰੇ ਕੱਪੜਿਆਂ ਦੇ ਉੱਪਰ ਕੰਮ ਕਰਨ ਦੇ ਲਈ ਵਰਤੋਂ ਵਿੱਚ ਲਿਆਉਂਦੇ ਆ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਹੈਗਾ ਬਾਰੀਕ ਮਲਮਲ, ਲਿਲਨ ਤੇ ਲੱਠਾ। ਹੁਣ ਜਿਹੜੇ ਕੱਪੜੇ ਬਹੁਤ ਹੀ ਮਹੀਨ ਹੁੰਦੇ ਨੇ, ਲੋਨ ਦਾ ਕੱਪੜਾ ਹੋ ਗਿਆ, ਅੱਜ ਕੱਲ ਜਿਵੇਂ ਤੁਸੀਂ ਲਿਲਨ ਦੇ ਕੱਪੜੇ ਨੂੰ ਸਟਿਚ ਕਰ ਰਹੇ ਹੋ ਤਾਂ ਜੇਕਰ ਤੁਸੀਂ ਉਹਦੇ ਉੱਪਰ 16 ਜਾਂ 14 ਨੰਬਰ ਦੀ ਸੂਈ ਚੜਾਉਂਦੇ ਹੋ ਤਾਂ ਉਹ ਇੱਕ ਤਾਂ ਟਾਪ ਵੀ ਦਿੰਦੀ ਹੈ ਪਲੱਸ ਉਹ ਮੋਰੀਆਂ ਵੀ ਬਣਾਉਂਦੀ ਜਾਂਦੀ ਹੈ ਕਿਉਂਕਿ ਉਹ ਕੱਪੜੇ ਦੇ ਅਕੋਰਡਿੰਗ ਸੈੱਟ ਨਹੀਂ ਹੁੰਦਾ। ਤਾਂ ਇਸ ਕਰਕੇ ਜਦੋਂ ਤੁਸੀਂ ਹਲਕਾ ਕਿਸੇ ਵੀ ਤਰ੍ਹਾਂ ਦਾ ਹਲਕਾ ਮਲਮਲ ਹੈ ਜਾਂ ਹਲਕਾ ਲੱਠਾ, ਬਰੀਕ ਮਲਮਲ ਜਾਂ ਹਲਕਾ ਹੀ ਬਰੀਕ ਹੀ ਲੱਠੇ ਦੀ ਵਰਤੋਂ ਕਿਸੇ ਕੱਪੜੇ ਨੂੰ ਬਣਾਉਣ ਲਈ ਤੁਸੀਂ ਕਰ ਰਹੇ ਹੋ ਤਾਂ ਉੱਥੇ ਤੁਸੀਂ 9 ਨੰਬਰ ਦੀ ਸੂਈ ਬਹੁਤ ਹੀ ਬਰੀਕ ਹੁੰਦੀ ਹੈ ਜਿਹਦੇ ਨਾਲ ਤੁਸੀਂ ਕੀ ਹੈਗਾ ਕੱਪੜੇ ਦੀ ਸਟਿਚਿੰਗ ਕਰਨੀ ਹੈ। 9 ਨੰਬਰ ਦੀ ਸੂਈ ਜਿਹੜੀ ਤੁਸੀਂ ਵਰਤਣੀ ਹੈ, ਇਹ ਧਿਆਨ 'ਚ ਰੱਖਿਓ ਜਿਹੜੀਆਂ ਇਹ ਸੂਈਆਂ ਹੈਗੀਆਂ ਮਸ਼ੀਨੀ ਸੂਈਆਂ, ਤਾਂ ਮਸ਼ੀਨੀ ਸੂਈਆਂ ਦੇ ਜਿਹੜੇ ਨੰਬਰ ਹੈਗੇ ਆ ਉਸੇ ਤਰ੍ਹਾਂ ਹੀ ਇਹਨਾਂ ਦੀ ਜਿਹੜੀ ਚੌੜਾਈ ਹੈਗੀ ਉਹ ਵੱਧਦੀ ਜਾਂਦੀ ਹੈ। ਤਾਂ ਹੱਥ ਦੀਆਂ ਸੂਈਆਂ ਦੇ ਜਿਵੇਂ ਜਿਵੇਂ ਨੰਬਰ ਵੱਡੇ ਹੁੰਦੇ ਨੇ ਉਹ ਮੋਟਾਈ 'ਚ ਹੁੰਦੀਆਂ ਤਾਂ ਜਿਵੇਂ ਜਿਵੇਂ ਨੰਬਰ ਛੋਟਾ ਹੁੰਦਾ ਜਾਂਦਾ ਉਹ ਉਹਦੀ ਜਿਹੜੀ ਹੈਗੀ ਉਹਦੀ ਜਿਹੜੀ ਚੌੜਾਈ ਹੈਗੀ ਆ ਮਤਲਬ ਉਨੀ ਹੀ ਉਹ ਸੂਈ ਬਰੀਕ ਹੁੰਦੀ ਜਾਂਦੀ ਹੈ। ਤਾਂ ਇੱਥੇ ਜਦੋਂ ਤੁਸੀਂ ਮਸ਼ੀਨ ਦੀ ਸੂਈ ਹਲਕੇ ਕੱਪੜੇ ਤੇ ਬਹੁਤ ਹੀ ਬਰੀਕ ਕੱਪੜੇ ਤੇ ਯੂਜ਼ ਕਰਨੀ ਹੈ ਤਾਂ ਤੁਸੀਂ 9 ਨੰਬਰ ਦੀ ਸਿਲਾਈ ਨਾਲ ਕਰਨਾ ਹੈਗਾ। ਤਾਂ ਉੱਥੇ ਜਿਹੜਾ ਤੁਸੀਂ ਸੂਤੀ ਧਾਗਾ ਜਿਹੜੀ ਤੁਸੀਂ ਸਿੰਪਲ ਰੀਲ ਵਰਤਦੇ ਹੋ ਕੰਮ ਦੇ ਵਿੱਚ ਤਾਂ ਉਹਦਾ ਜਿਹੜਾ ਥ੍ਰੈਡ ਦਾ ਨੰਬਰ ਹੈਗਾ 100 ਤੋਂ 150 ਨੰਬਰ ਉੱਪਰ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਤੁਸੀਂ ਦੇਖਿਆ ਕਿ ਰੀਲਾਂ ਦੇ ਉੱਪਰ ਨੰਬਰ ਲੱਗੇ ਹੁੰਦੇ ਨੇ, ਉਹਦੇ ਅਕੋਰਡਿੰਗ ਹੀ ਸਾਨੂੰ ਜਿਹੜੀਆਂ ਰੀਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨੰਬਰ 2 ਤੇ ਸਾਡੇ ਕੋਲ ਹੈਗਾ ਬਹੁਤ ਹੀ ਫਾਈਨ ਕੈਲੀਕੇ ਜਾਂ ਬਹੁਤ ਹੀ ਬਰੀਕ ਰੇਸ਼ਮ, ਜਿਹੜੇ ਬਹੁਤ ਕੱਪੜੇ ਬਰੀਕ ਹੁੰਦੇ ਨੇ ਪਲੱਸ ਥੋੜੇ ਜਿਹੇ ਸਿੰਥੈਟਿਕ ਮਿਕਸ ਹੁੰਦੇ ਨੇ
ਜਾਰਜਟ ਟਾਈਪ ਕਈ ਕੱਪੜੇ ਨੇ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਕੀ ਹੈਗਾ, ਜੇ ਤੁਸੀਂ ਕੱਪੜੇ ਦੇ ਉੱਪਰ ਸਟਿਚਿੰਗ ਕਰਦੇ ਪਏ ਹੋ ਜਾਂ ਤੁਸੀਂ ਦੇਖਿਆ ਕਿ ਜਿਹੜਾ ਤੋਲ ਵਾਲਾ ਕੱਪੜਾ, ਜਿਹੜਾ ਸਟੈਚੇਬਲ ਕੱਪੜਾ ਹੁੰਦਾ, ਤਾਂ ਜਿਨ੍ਹਾਂ ਦੀਆਂ ਟੀ-ਸ਼ਰਟਸ ਆਦਿ ਕਈ ਘਰਾਂ ਦੇ ਵਿੱਚ ਵੀ ਬਣਾਉਂਦੇ ਨੇ, ਤਾਂ ਉਹਨਾਂ ਕੱਪੜਿਆਂ ਦੇ ਉੱਪਰ ਜਿਹੜੀ ਤੁਸੀਂ ਸੂਈ ਦੀ ਵਰਤੋਂ ਕਰਨੀ ਹੈ 11 ਨੰਬਰ ਦੀ। ਇਸ ਦੇ ਨਾਲ ਕੀ ਹੁੰਦਾ, ਜਦੋਂ ਤੁਸੀਂ 11 ਨੰਬਰ ਦੀ ਸੂਈ ਲਗਾਉਂਦੇ ਹੋ ਤਾਂ ਉਹ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੱਪੜੇ ਦੇ ਨਾਲ ਪੇਸਟਿੰਗ ਆਦਿ ਦੀ ਵਰਤੋਂ ਨਹੀਂ ਕਰਨੀ ਪੈਂਦੀ, ਤੇ ਨਾ ਹੀ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਨਿਊਜ਼ਪੇਪਰ ਲਗਾ ਕੇ, ਕਈ ਘਰਾਂ ਦੇ ਵਿੱਚ ਜਦੋਂ ਕਰਦੀਆਂ ਨੇ ਸਿੰਪਲ ਮਸ਼ੀਨਾਂ ਦੇ ਉੱਪਰ ਸਟਿਚਿੰਗ ਕਰ ਰਹੇ ਹੁੰਦੇ ਹੋ, ਤਾਂ ਜਿਹੜਾ ਉੱਥੇ ਕੀ ਹੈਗਾ, ਤੁਹਾਡਾ ਇੱਕ ਤਾਂ ਧਾਗਾ ਵਾਰ-ਵਾਰ ਟੁੱਟਦਾ ਰਹਿੰਦਾ, ਪਲੱਸ ਉਹਦੇ ਵਿੱਚ ਵੱਡੇ ਵੱਡੇ ਟਾਂਕੇ ਛੱਡੇ ਜਾਂਦੇ ਨੇ। ਤਾਂ ਕਈ ਵਾਰੀ ਇਹ ਵੀ ਹੁੰਦਾ ਕਿ ਸੂਈ ਉਹਦੇ ਤੇ ਕੰਮ ਨਹੀਂ ਕਰ ਰਹੀ, ਤਾਂ ਜਿਹੜਾ ਧਾਗਾ ਹੈਗਾ ਵੱਡੀਆਂ ਵੱਡੀਆਂ ਮੋਰੀਆਂ ਬਣਾਉਂਦੀ ਜਾਂਦੀ ਹੈ ਸੂਈ, ਤਾਂ ਉੱਥੇ ਤੁਸੀਂ ਕੀ ਵਰਤੋਂ ਕਰ ਸਕਦੇ ਹੈਗੇ ਹੋ 11 ਨੰਬਰ ਦੀ ਸੂਈ ਨਾਲ। ਜੇ ਤੁਸੀਂ ਉੱਥੇ ਸਟਿਚਿੰਗ ਕਰ ਰਹੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਦਿੱਕਤ ਹੈ ਨਹੀਂ ਆਉਂਦੀ। ਨੰਬਰ ਇਹਦੇ ਤੇ ਤੁਸੀਂ ਜਦੋਂ ਸੂਤੀ ਧਾਗੇ ਨੂੰ ਵਰਤਣਾ ਹੈਗਾ ਤਾਂ ਉੱਥੇ 80 ਤੋਂ 100 ਨੰਬਰ ਦੀ ਜਿਹੜੀ ਰੀਲ ਹੈਗੀ ਹੈ, ਥ੍ਰੈਡ ਦਾ ਨੰਬਰ ਹੈਗਾ, ਉਸ ਚੀਜ਼ ਨੂੰ ਵਰਤਣਾ ਹੈ। ਰੇਸ਼ਮੀ ਰੀਲ ਦੇ ਨਾਲ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਉੱਥੇ 23 ਤੋਂ 30 ਨੰਬਰ ਦੀ ਜਿਹੜੀ ਰੀਲ ਹੈਗੀ ਹੈ ਉਹਨੂੰ ਵਰਤੋਂ ਵਿੱਚ ਲੈ ਕੇ ਆਉਣਾ। ਨੰਬਰ 3 ਤੇ ਸਾਡੇ ਕੋਲੇ ਹੈਗੀ ਹੈ ਪਾਪਲੀਨ, ਥੋੜਾ ਮੋਟਾ ਲੱਠਾ ਰੇਸ਼ਮੀ ਸੂਟਾਂ ਦਾ ਕੱਪੜਾ। ਆਮ ਨਾਰਮਲ ਜਿਹੜੇ ਅੱਜ ਕੱਲ ਵਰਤੋਂ ਦੇ ਵਿੱਚ ਜਿਹੜੇ ਕੱਪੜੇ ਨੂੰ ਲਿਆਇਆ ਜਾਂਦਾ ਹੈਗਾ, ਤਾਂ ਉੱਥੇ ਜਿਹੜੇ ਕੱਪੜੇ ਜਿਹਦੇ ਵਿੱਚ ਮਲਮਲ ਪਹਿਲਾਂ ਅਸੀਂ ਲੱਠਾ ਪੜਿਆ ਉਹ ਹਲਕਾ ਹੁੰਦਾ, ਤੇ ਉਸ ਤੋਂ ਬਾਅਦ ਜਿਹੜਾ ਮੋਟਾ ਲੱਠਾ, ਜਿਵੇਂ ਤੁਸੀਂ ਕਹਿ ਲਓ ਘਰਾਂ ਦੇ ਵਿੱਚ ਅਸੀਂ ਰਜਾਈਆਂ ਆਦਿ ਦੇ ਛਾੜ ਆਦਿ ਚੜਾਉਣੇ ਹੈਗੇ, ਤਾਂ ਉਹਨਾਂ ਦੇ ਉੱਪਰ ਪਲੱਸ ਜਿਹੜੇ ਰੇਸ਼ਮੀ ਸੂਟ ਅਸੀਂ ਅੱਜ ਦੇ ਟਾਈਮ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਜਿਹੜੇ ਵੀ ਕੱਪੜੇ ਜਿਨ੍ਹਾਂ ਦੇ ਵਿੱਚ ਹਲਕਾ ਜਿਹਾ ਸਿੰਥੈਟਿਕ ਮਿਕਸ ਹੁੰਦਾ, ਤਾਂ ਇਹਨਾਂ ਕੱਪੜਿਆਂ ਨੂੰ ਸਟਿਚ ਕਰਨ ਦੇ ਲਈ ਅਸੀਂ 14 ਨੰਬਰ ਦੀ ਜਿਹੜੀ ਸੂਈ ਦੀ ਵਰਤੋਂ ਕਰਦੇ ਆ। ਤਾਂ ਉਹਦੇ ਨਾਲ ਕੀ ਹੈ, ਤੁਹਾਡੀ ਜਿਹੜੀ ਮਸ਼ੀਨ ਦੀ ਸਿਲਾਈ ਹੈਗੀ ਹੈ ਬਹੁਤ ਹੀ ਸਫਾਈ ਨਾਲ ਹੁੰਦੀ ਹੈ, ਕਿਸੇ ਤਰ੍ਹਾਂ ਦੀ ਕੋਈ ਟਾਪ ਨਹੀਂ ਆਉਂਦੀ, ਕਿਸੇ ਤਰ੍ਹਾਂ ਦਾ ਕੋਈ ਟੰਕਾ ਉਹਦੇ ਵਿੱਚ ਛੱਡਦਾ ਨਹੀਂ ਹੈ। ਤਾਂ ਇਸ ਕਰਕੇ ਸਾਨੂੰ 14 ਨੰਬਰ ਦੀ ਜਿਹੜੀ ਸੂਈ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਉੱਥੇ ਤੁਸੀਂ ਜਿਹੜੀ ਸੂਤੀ ਧਾਗਾ ਵਰਤਣਾ ਹੈਗਾ ਉਹ 60 ਤੋਂ 80 ਨੰਬਰ ਦਾ, ਤੇ ਰੇਸ਼ਮੀ ਰੀਲ ਦਾ ਜਿਹੜਾ ਨੰਬਰ ਹੈਗਾ ਉਹ 20 ਨੰਬਰ ਦੀ ਜਿਹੜੀ ਰੀਲ ਹੈ ਥ੍ਰੈਡ ਹੋਊਗਾ ਉਸ ਦੀ ਤੁਸੀਂ ਵਰਤੋਂ ਕਰਨੀ ਹੈ। ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਮੋਟਾ ਕੈਲੀਕੋ ਰੇਸ਼ਮ ਜਾਂ ਹਲਕਾ ਗਰਮ ਕੱਪੜਾ। ਹੁਣ ਸਰਦੀਆਂ ਦੇ ਵਿੱਚ ਪਾਉਣ ਵਾਲੇ ਕੱਪੜੇ ਥੋੜੇ ਜਿਹੇ ਮੋਟੇ ਬੇਸ 'ਚ ਆ ਜਾਂਦੇ ਨੇ, ਤਾਂ ਇਹਨਾਂ ਦੇ ਉੱਪਰ ਜਿਹੜੀ ਤੁਸੀਂ ਸਿਲਾਈ ਕਰਦੇ ਹੋ ਤਾਂ ਉੱਥੇ ਜਿਹੜੀ ਤੁਸੀਂ ਮਸ਼ੀਨ ਦੀ ਸੂਈ ਦੀ ਵਰਤੋਂ ਕਰਨੀ ਹੈਗੀ ਹੈ 16 ਨੰਬਰ ਸੂਈ ਦੀ। ਆਮ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਹੀ ਸੂਈਆਂ ਨੇ, ਜਿਹਦੇ ਵਿੱਚ 14 ਤੇ 16 ਨੰਬਰ ਜਿਹੜੀ ਸੂਈ ਹੈਗੀ ਹੈ ਡੋਮੈਸਟਿਕ ਮਾਡਲ ਤੇ ਜਿਹੜੀਆਂ ਚੱਲਦੀਆਂ ਸੂਈਆਂ, ਇਹਨਾਂ ਨੰਬਰ ਦੀ ਵਰਤੋਂ ਜਿਹੜੀ ਹੈਗੀ ਜ਼ਿਆਦਾ ਕੀਤੀ ਜਾਂਦੀ ਹੈ। 16 ਨੰਬਰ ਦੀ ਸੂਈ ਨਾਲ ਤਕਰੀਬਨ ਹਰ ਇੱਕ ਪ੍ਰਕਾਰ ਦਾ ਜਿਹੜਾ ਕੱਪੜਾ ਹੈਗਾ ਆਸਾਨੀ ਨਾਲ ਸੀਤਾ ਜਾਂਦਾ ਹੈ। ਸੂਤੀ ਰੇਸ਼ਮ ਜਿਹੜਾ ਇਹਦੇ ਵਿੱਚ ਤੁਸੀਂ ਧਾਗੇ ਦੀ ਵਰਤੋਂ ਕਰਨੀ ਹੈ, ਸੂਤੀ ਜਿਹੜਾ ਹੈਗਾ ਤੁਹਾਡੇ ਕੋਲੇ 40 ਤੋਂ 80 ਨੰਬਰ ਦੀ ਰੀਲ ਦਾ ਤੁਸੀਂ ਥ੍ਰੈਡ ਵਰਤਣਾ ਹੈਗਾ, ਤਾਂ ਰੇਸ਼ਮੀ ਦੇ ਵਿੱਚ ਤੁਸੀਂ 16 ਤੋਂ 18 ਨੰਬਰ ਦਾ ਜਿਹੜਾ ਥ੍ਰੈਡ ਹੈਗਾ ਉਹਨੂੰ ਵਰਤੋਂ ਵਿੱਚ ਲੈ ਕੇ ਆਉਣਾ। ਉਸ ਤੋਂ ਬਾਅਦ ਸਾਡੇ ਕੋਲੇ ਜੀਨ, ਮੋਟੇ ਸੂਤੀ ਕੱਪੜੇ ਅਤੇ ਉੱਨੀ ਕੱਪੜੇ। ਹੁਣ ਘਰਾਂ ਦੇ ਵਿੱਚ ਕਈ ਵਾਰੀ ਤੁਸੀਂ ਜੀਨ ਆਦਿ ਦੀ ਸਟਿਚਿੰਗ ਕਈ ਘਰਾਂ ਦੇ ਵਿੱਚ ਕਰ ਵੀ ਲੈਂਦੇ ਨੇ, ਤੇ ਕਈ ਕੀ ਕਹਿੰਦੇ ਹੁੰਦੇ ਕਈ ਘਰਾਂ ਦੇ ਵਿੱਚ ਜਿਵੇਂ ਤੁਹਾਡੇ ਕੋਲੇ ਕਿਸੇ ਚੀਜ਼ ਦੀ ਜੀਨ ਜਾਂ ਕਿਸੇ ਤਰ੍ਹਾਂ ਦੇ ਉੱਨੀ ਕੱਪੜੇ ਦੀ ਕੋਈ ਸਿਲਾਈ ਉੱਧੜ ਗਈ ਹੈ, ਤਾਂ ਉਸ ਦੇ ਉੱਪਰ ਜੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਟੰਕਾ ਲਗਾਉਣਾ ਤਾਂ ਤੁਸੀਂ ਉੱਥੇ 18 ਨੰਬਰ ਦੀ ਜਿਹੜੀ ਸਿਲਾਈ ਦੀ ਮਸ਼ੀਨ ਦੀ ਸੂਈ ਦੀ ਵਰਤੋਂ ਕਰਨੀ ਹੈ, ਜਿਹਦੇ ਨਾਲ ਕਿ ਤੁਹਾਡੀ ਜਿਹੜੀ ਸਿਲਾਈ ਹੈਗੀ ਆ ਉਹ ਆਸਾਨੀ ਨਾਲ ਪੱਕੀ ਅਤੇ ਵਧੀਆ ਤੁਹਾਡੀ ਉਹਦੀ ਫਿਨਿਸ਼ਿੰਗ ਆ ਸਕੇ। ਮੋਟੇ ਕੱਪੜਿਆਂ ਦੇ ਉੱਪਰ ਜਿਹੜੀ ਸੂਈ ਦੀ ਵਰਤੋਂ ਕੀਤੀ ਜਾਂਦੀ ਹੈ ਮੁੱਖ ਰੂਪ ਦੇ ਵਿੱਚ 18 ਨੰਬਰ ਦੀ ਜਿਹੜੀ ਹੈਗੀ ਸੂਈ ਦੀ ਵਰਤੋਂ ਅਸੀਂ ਕਰਦੇ ਹਾਂ। ਸੂਤੀ ਜਿਹੜੇ ਧਾਗੇ ਦੀ ਅਸੀਂ ਵਰਤੋਂ ਕਰਨੀ ਉੱਥੇ 30 ਤੋਂ 40 ਅਤੇ ਰੇਸ਼ਮੀ ਜਿਹੜਾ ਹੈਗਾ ਅਸੀਂ 10 ਤੋਂ 12 ਨੰਬਰ। ਜਿਵੇਂ ਜਿਵੇਂ ਤੁਹਾਡੀ ਸੂਈ ਦਾ ਨੰਬਰ ਵੱਧਦਾ ਜਾਂਦਾ ਤਾਂ ਉਸੇ ਤਰ੍ਹਾਂ ਹੀ ਉਹਦੀ ਮੋਟਾਈ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ਦੇ ਅਕੋਰਡਿੰਗ ਹੀ ਜਿਹੜਾ ਤੁਹਾਡਾ ਤੁਸੀਂ ਵਰਤੋਂ ਵਿੱਚ ਥ੍ਰੈਡ ਲਿਆਉਣਾ ਹੈ ਤਾਂ ਉਹਦੀ ਵੀ ਜਿਹੜੀ ਉਹ ਮੋਟਾਈ ਹੈਗੀ ਹੈ, ਆਪਾਂ ਜਿਵੇਂ ਲਾਸਟ ਵੀਕ ਦੇ ਵਿੱਚ ਜਿਹੜਾ ਫੈਬਰਿਕ ਫੰਡਾਮੈਂਟਲ 1 ਦੇ ਵਿੱਚ ਪੜਿਆ ਸੀ ਤਾਂ ਉੱਥੇ ਵੀ ਅਸੀਂ ਪੜਿਆ ਸੀ ਵੀ ਥ੍ਰੈਡ ਦੀ ਜਿਹੜੀ ਵਰਤੋਂ ਹੈ ਉਹਨਾਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਉਹਦੀ ਮੋਟਾਈ ਹੈਗੀ ਆ ਕੱਪੜੇ ਦੇ ਅਕੋਰਡਿੰਗ ਜਿੱਥੇ ਵਰਤਿਆ ਜਾਣਾ ਉਹਦੇ ਹਿਸਾਬ ਨਾਲ ਉਹਨੂੰ ਬਣਾਇਆ ਜਾਂਦਾ ਹੈ। ਤਾਂ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਨੰਬਰ ਹੈਗੇ ਆ ਤਾਂ ਉਹਦੀ ਜਿਹੜੀ ਮੋਟਾਈ ਹੈਗੀ ਉਸ ਅਕੋਰਡਿੰਗ ਵੱਧਦੀ ਜਾਂਦੀ ਹੈ, ਉਹ ਥੋੜਾ ਜਿਹਾ ਜਿਹੜਾ ਥ੍ਰੈਡ ਹੈਗਾ ਮੋਟਾ ਹੁੰਦਾ ਜਾਂਦਾ। ਤਾਂ ਨੰਬਰ 6 ਤੇ ਸਾਡੇ ਕੋਲੇ ਕੀ ਆ ਜਾਂਦਾ, ਕੋਟ ਪੈਂਟ ਤੇ ਜਾਂ ਪੈਂਟਾਂ ਦੇ ਮੋਟੇ ਕੱਪੜੇ। ਜਦੋਂ ਤੁਸੀਂ ਮੋਟੇ ਕੱਪੜਿਆਂ ਦੀ ਸਟਿਚਿੰਗ ਕਰਦੇ ਹੋ, ਪੈਂਟਾਂ ਆਦਿ ਸੀਨੇ ਹੋ, ਤਾਂ ਉਹਦੇ ਲਈ ਜਿਹੜਾ ਕੱਪੜਾ ਅਸੀਂ ਵਰਤਦੇ ਹਾਂ ਡੈਕਰਨ ਜਾਂ ਡਾਇਨਿਮ ਆਦਿ ਦੇ ਜਿਹੜਾ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉੱਥੇ ਸਾਡੇ ਕੋਲੇ 19 ਨੰਬਰ ਦੀ ਅਸੀਂ ਮਸ਼ੀਨ ਦੀ ਸੂਈ ਵਰਤਦੇ ਆ, ਤਾਂ ਸੂਤੀ ਜਿਹੜਾ ਧਾਗਾ ਵਰਤਦੇ ਆ ਅਸੀਂ 24 ਤੋਂ 30 ਨੰਬਰ ਦਾ, ਤੇ ਰੇਸ਼ਮੀ ਅਸੀਂ 60 ਤੋਂ 80 ਨੰਬਰ ਦੀ ਜਿਹੜੀ ਹੈਗੀ ਹੈ
ਥ੍ਰੈਡ ਦੀ ਵਰਤੋਂ ਕਰਦੇ ਆ। ਤੁਸੀਂ ਆਮ ਦੇਖਿਆ ਹੈ ਕਿ ਜਦੋਂ ਤੁਸੀਂ ਰੀਲ ਲੈਣ ਜਾਂਦੇ ਹੋ ਮਾਰਕੀਟ ਦੇ ਵਿੱਚ ਤਾਂ ਤੁਹਾਨੂੰ ਦੁਕਾਨ ਵਾਲਾ ਖਾਸ ਤੌਰ ਤੇ ਪੁੱਛਦਾ ਹੈ ਕਿ ਤੁਸੀਂ ਇਸ ਕੱਪੜੇ, ਕਈ ਵਾਰੀ ਅਸੀਂ ਪਲੇਨ ਕੱਪੜੇ ਦੀ ਜਦੋਂ ਰੀਲ ਮਿਲਾਉਣ ਲਈ ਲੈ ਕੇ ਜਾਂਦੇ ਹਾਂ ਨਲਕੀ ਨੂੰ, ਤਾਂ ਉਹ ਤੁਹਾਡੇ ਕੋਲੋਂ ਜ਼ਰੂਰ ਪੁੱਛਦੇ ਨੇ ਕਿ ਇਹਦੀ ਤੁਸੀਂ ਪੈਂਟ ਵਗੈਰਾ ਸੀਣੀ ਹੈ ਜਾਂ ਤੁਸੀਂ ਕੋਈ ਹੋਰ ਕੱਪੜੇ ਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਉਹਦੀ ਰੀਲ ਜਿਹੜੀ ਹੈਗੀ ਆ ਉਹ ਅਲੱਗ ਤੋਂ ਹੁੰਦੀ ਹੈ। ਆਮ ਸੂਟਾਂ ਦੇ ਵਿੱਚ ਜਦੋਂ ਅਸੀਂ ਕੱਪੜੇ ਦੀ ਰੀਲ ਦੀ ਵਰਤੋਂ ਕਰਦੇ ਹਾਂ ਥੋੜੀ ਚਮਕ ਹੁੰਦੀ ਹੈ, ਪਰ ਜਿਹੜੇ ਕੋਟ ਪੈਂਟ ਦਾ ਜਾਂ ਪੈਂਟਾਂ ਦੇ ਉੱਪਰ ਜਿਹੜਾ ਥ੍ਰੈਡ ਵਰਤਿਆ ਜਾਂਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਮਕ ਨਹੀਂ ਹੁੰਦੀ, ਕਿਉਂਕਿ ਉਹਦਾ ਇੱਕ ਤਾਂ ਨੰਬਰ ਦਾ ਫਰਕ ਪੈ ਜਾਂਦਾ, ਪਲੱਸ ਜਿਹੜੀ ਰੀਲ ਵਰਤੀ ਜਾਂਦੀ ਹੈ ਉਹਦਾ ਜਿਹੜਾ ਥ੍ਰੈਡ ਹੈਗਾ ਥੋੜਾ ਮੋਟਾਈ ਚ ਹੁੰਦਾ। ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਕੋਲੇ ਆ ਜਾਂਦੇ ਨੇ ਕੈਨਵਸ ਜਾਂ ਮੋਟੇ ਕੱਪੜੇ। ਮੰਨ ਲਓ ਹੁਣ ਤੁਹਾਡੇ ਘਰਾਂ ਦੇ ਵਿੱਚ ਕਈ ਪਰਿਵਾਰ ਇਹੋ ਜਿਹੇ ਨੇ ਬੈਗ ਆਦਿ ਘਰਾਂ ਦੇ ਵਿੱਚ ਸਟਿਚ ਕਰਦੇ ਨੇ, ਹੈਂਡ ਬੈਗ ਹੋ ਗਏ, ਤਾਂ ਉੱਥੇ ਅਸੀਂ ਸੂਈ ਦੀ ਵਰਤੋਂ ਕਰਦੇ ਹਾਂ 21 ਨੰਬਰ ਦੀ। ਹੈਂਡ ਬੈਗ ਦੀ ਮੰਨ ਲਓ ਕਈ ਵਾਰੀ ਕੋਈ ਟਾਂਕਾ ਟੁੱਟ ਜਾਂਦਾ ਤਾਂ ਤੁਸੀਂ ਘਰ ਦੇ ਵਿੱਚ ਬੜੀ ਹੀ ਆਸਾਨੀ ਨਾਲ ਸੂਈ ਬਦਲ ਕੇ ਉਸ ਟਾਂਕੇ ਨੂੰ ਪੱਕਾ ਕਰ ਸਕਦੇ ਹੋ। 21 ਨੰਬਰ ਦੀ ਸਿਲਾਈ ਦੇ ਨਾਲ ਅਸੀਂ ਮੋਟੇ ਕੈਨਵਸ ਆਦਿ ਨੂੰ ਆਸਾਨੀ ਨਾਲ ਘਰ ਦੇ ਵਿੱਚ ਸਿਲਾਈ ਕਰ ਸਕਦੇ ਹਾਂ। ਲਿਲਨ ਅਤੇ ਮੋਟੇ ਸੂਤੀ ਕੱਪੜਿਆਂ ਦੇ ਉੱਪਰ ਅਸੀਂ 40 ਤੋਂ 60 ਨੰਬਰ ਦੀ ਜਿਹੜੀ ਹੈਗੇ ਥ੍ਰੈਡ ਦੀ ਵਰਤੋਂ ਕਰਨੀ ਹੁੰਦੀ ਹੈ। ਹੁਣ ਅਸੀਂ ਜਾਣਿਆ ਕਿ ਕਿਸ ਤਰੀਕੇ ਨਾਲ ਅਸੀਂ ਕੱਪੜੇ ਨੂੰ ਸੂਈਆਂ ਅਤੇ ਉਸਦੇ ਨਾਲ ਧਾਗੇ ਨੂੰ ਅਸੀਂ ਵਰਤਣਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਧਾਗੇ ਬਾਰੇ ਵਿਸ਼ੇਸ਼ਤਾਵਾਂ, ਵੀ ਕਿਸ ਤਰੀਕੇ ਦਾ ਧਾਗਾ ਹੋਣਾ ਚਾਹੀਦਾ ਤਾਂ ਜੋ ਕੱਪੜਾ ਜਿਹੜਾ ਹੈਗਾ ਬਹੁਤ ਹੀ ਸਫਾਈ ਨਾਲ ਬਣੇ। ਤਾਂ ਧਾਗੇ ਦੇ ਵਿੱਚ ਵੱਖਰੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਹੋਣੀਆਂ ਬਹੁਤ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾਂ ਕੀ ਹੈਗਾ, ਕਿਉਂਕਿ ਰੇਸ਼ੇ ਤੋਂ ਇੱਕ ਸਿੰਪਲ ਰੇਸ਼ੇ ਤੋਂ ਅਸੀਂ ਇੱਕ ਫਾਈਬਰ ਤੋਂ ਅਸੀਂ ਇੱਕ ਧਾਗੇ ਤੱਕ ਆਪਣੀ ਜਿਹੜੀ ਹੈਗੀ ਹੈ ਸਾਰੀ ਵਿਧੀ ਪੜ੍ਹੀ ਹੈ। ਤਾਂ ਧਾਗਾ ਕਿਸ ਤਰੀਕੇ ਦਾ ਹੋਣਾ ਚਾਹੀਦਾ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਕੁਆਲਿਟੀਜ਼ ਹੋਣੇ ਚਾਹੀਦੀਆਂ। ਧਾਗੇ ਦੀ ਬਣਾਵਟ ਨੂੰ ਜਾਣਨ ਤੋਂ ਬਾਅਦ ਵਧੀਆ ਧਾਗੇ ਨਾਲ ਬੁਣਿਆ ਵਸਤਰ ਹੀ ਖਰੀਦਣਾ ਚਾਹੀਦਾ। ਜਦੋਂ ਤੁਸੀਂ ਕੱਪੜਾ ਖਰੀਦ ਰਹੇ ਹੋ ਤਾਂ ਤੁਹਾਨੂੰ ਉਹਦੇ ਥ੍ਰੈਡ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕੱਪੜਾ ਕਿਸ ਕੁਆਲਿਟੀ ਦਾ ਹੈਗਾ। ਆਮ ਘਰਾਂ ਦੇ ਵਿੱਚ ਦੇਖਿਆ ਗਿਆ ਕਿ ਲੇਡੀਜ਼ ਸਾਈਡ ਤੋਂ ਵਿੱਚੋਂ ਜਦੋਂ ਤੁਸੀਂ ਰੇਸ਼ਮ ਆਦਿ ਦੇ ਕੱਪੜੇ ਨੂੰ ਖਰੀਦ ਰਹੇ ਹੁੰਦੇ ਹੋ ਤਾਂ ਲੇਡੀਜ਼ ਸਿੰਪਲ ਸਾਈਡ ਦੀਆਂ ਤੰਦਾਂ ਤੋਂ ਹੀ ਪਛਾਣ ਲੈਂਦੀਆਂ ਕਿ ਇਹ ਸਹੀ ਕੁਆਲਿਟੀ ਦਾ ਹੈ ਜਾਂ ਨਹੀਂ ਹੈ। ਤਾਂ ਉਸੇ ਤਰ੍ਹਾਂ ਹੀ ਕਿ ਚੰਗੀ ਕੁਆਲਿਟੀ ਹੈਗੀ ਉਹਦੀ ਚਮਕ ਤੇ ਬਣਾਵਟ ਜਿਹੜੀ ਹੈਗੀ ਹੈ ਉਹ ਅਲੱਗ ਤੋਂ ਹੀ ਹੁੰਦੀ ਹੈ। ਜਿਹੜਾ ਵੀ ਕੱਪੜਾ ਅਸੀਂ ਬਣਾ ਰਹੇ ਹਾਂ, ਜਿਹੜੇ ਵੀ ਕੱਪੜੇ ਦੀ ਬਣਾਵਟ ਨੂੰ ਕੱਪੜੇ ਨੂੰ ਅਸੀਂ ਖਰੀਦ ਰਹੇ ਹਾਂ ਤਾਂ ਉੱਥੇ ਧਾਗਾ ਮੁੱਖ ਰੂਪ ਦੇ ਵਿੱਚ, ਕਿਉਂਕਿ ਮੂਲ ਇਕਾਈ ਕੱਪੜੇ ਦੀ ਕੀ ਹੈ, ਇੱਕ ਥ੍ਰੈਡ ਹੀ ਹੈ, ਇੱਕ ਰੇਸ਼ਾ ਹੀ ਹੈ, ਜਿਹਦੇ ਤੋਂ ਜੇ ਉਹ ਰੇਸ਼ਾ ਚੰਗੀ ਕੁਆਲਿਟੀ ਦਾ ਸੀ ਤਾਂ ਉਹ ਧਾਗੇ ਨੂੰ ਚੰਗੀ ਕੁਆਲਿਟੀ ਦਾ ਹੀ ਬਣਿਆ ਹੋਏਗਾ। ਤੇ ਜੇਕਰ ਧਾਗੇ ਦੀ ਕੁਆਲਿਟੀ ਸਹੀ ਹੈ ਤਾਂ ਉਹਦੀ ਜਿਹੜੀ ਕੱਪੜੇ ਦੀ ਬਣਾਵਟ ਤੋਂ ਹੀ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਫਾਈਨ ਕੁਆਲਿਟੀ ਦਾ ਜਿਹੜਾ ਹੈਗਾ ਸਾਡੇ ਕੋਲੇ ਫੈਬਰਿਕ ਤਿਆਰ ਹੋ ਕੇ ਆਇਆ ਹੋਇਆ ਹੈ। ਤਾਂ ਵਧੀਆ ਕਿਸਮ ਦੇ ਰੇਸ਼ੇ ਜਿਹੜੀ ਹੈਗੀ ਆ ਉਹਨੂੰ ਮਤਲਬ ਜਦੋਂ ਬਣਾਇਆ ਜਾਂਦਾ ਹੈ ਤਾਂ ਉਹਦੀ ਜਿਹੜੀ ਲੰਬਾਈ ਹੈ ਧਾਗੇ ਦੀ ਉਹ 12 ਇੰਚ ਤੱਕ ਹੁੰਦੀ ਹੈ। ਤਾਂ ਇਹਨੂੰ ਸਾਰਿਆਂ ਨਾਲੋਂ ਵਧੀਆ ਮੰਨਿਆ ਜਾਂਦਾ ਹੈ। ਤਾਂ ਇਹ ਆਪਾਂ ਉਹਦੇ ਲਾਸਟ ਚੈਪਟਰ ਦੇ ਵਿੱਚ ਇਹੀ ਪੜਿਆ ਸੀ ਕਿ ਦੋ ਤਰ੍ਹਾਂ ਦੇ ਰੇਸ਼ੇ ਨੇ ਹੁੰਦੇ ਨੇ, ਫਿਲਾਮੈਂਟ ਰੇਸ਼ੇ ਤੇ ਸਟੈਪਲ ਰੇਸ਼ੇ। ਤਾਂ ਫਿਲਾਮੈਂਟ ਰੇਸ਼ੇ ਦੇ ਵਿੱਚ ਜਿਹੜੇ ਰੇਸ਼ਿਆਂ ਨੂੰ ਅਸੀਂ ਤਿਆਰ ਕਰਦੇ ਹਾਂ ਤਾਂ ਉਹਦੀ ਏਠਨ ਦੀ ਜਦੋਂ ਉਹਨੂੰ ਮਤਲਬ ਜੋੜਿਆ ਜਾਂਦਾ, ਉਹਨੂੰ ਗੁੰਦਿਆ ਜਾਂਦਾ ਤਾਂ ਉਹਦੀ ਜਿਹੜੀ ਥ੍ਰੈਡ ਦੀ ਲੰਬਾਈ ਹੋਊਗੀ 12 ਇੰਚ ਤੱਕ ਹੁੰਦੀ ਹੈ। ਤਾਂ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੇ ਨੇ ਧਾਗੇ ਦੀਆਂ ਕਿਸਮਾਂ, ਧਾਗੇ ਦੇ ਪ੍ਰਕਾਰ। ਸਾਡੇ ਕੋਲੇ ਤਿੰਨ ਤਰ੍ਹਾਂ ਦੇ ਧਾਗੇ ਮੌਜੂਦ ਹੁੰਦੇ ਨੇ। ਫਾਈਨ ਥ੍ਰੈਡ, ਜਿੰਨਾ ਮਤਲਬ ਜਿਹੜੇ ਬਹੁਤ ਹੀ ਸੌਫਟ ਤੇ ਸ਼ਾਈਨ ਵਾਲੇ, ਇਹਨਾਂ ਦਾ ਸਾਈਜ਼ ਹੁੰਦਾ ਸਾਡੇ ਕੋਲੇ 100 ਤੋਂ 150 ਅਤੇ ਇਹ ਦੇਖਣ ਨੂੰ ਬਹੁਤ ਹੀ ਫਾਈਨ ਤੇ ਥਿਨ ਹੁੰਦੇ ਨੇ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਆ ਗਏ ਮੀਡੀਅਮ ਥ੍ਰੈਡ, ਵਿਚਕਾਰਲਾ ਹਿੱਸਾ ਨਾ ਤਾਂ ਬਹੁਤੇ ਮੋਟੇ ਨਾ ਹੀ ਬਹੁਤੇ ਬਰੀਕ। ਤਾਂ ਇਹ ਦਾ ਸਾਈਜ਼ ਹੈਗਾ ਸਾਡੇ ਕੋਲੇ 60 ਤੋਂ 100। ਇਹ ਮੀਡੀਅਮ ਥਿਨ, ਨਾ ਹੀ ਬਹੁਤਾ ਨਾ ਬਰੀਕ ਹੁੰਦਾ ਤੇ ਨਾ ਹੀ ਬਹੁਤਾ ਮੋਟਾਈ ਚ ਜ਼ਿਆਦਾ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਆ ਗਏ ਥਿਕ ਥ੍ਰੈਡ। ਇਹਦੇ ਵਿੱਚ ਕੀ ਹੈਗਾ ਸਾਡੇ ਕੋਲੇ, ਇਹਦੀ ਸਾਈਜ਼ ਜਿਹੜਾ ਹੈਗਾ 30 ਤੋਂ 40। ਤਾਂ ਇਹ ਆਮ ਰੂਟੀਨ ਚ ਜਿਹੜੇ ਥ੍ਰੈਡ ਵਰਤੇ ਜਾਂਦੇ ਨੇ ਉਹਨਾਂ ਦੇ ਲਈ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੱਗੇ ਸਾਡੇ ਕੋਲੇ ਇਸੇ ਚੈਪਟਰ ਦੇ ਨਾਲ ਹੀ ਰਿਲੇਟਡ ਹੈਗਾ ਬ੍ਰੋਕਨ ਨੀਡਲ ਪਾਲਿਸੀ। ਬ੍ਰੋਕਨ ਮਾਨੇ ਕਿਸ ਟੁੱਟਣਾ, ਤਾਂ ਨੀਡਲ ਹੈਗੀ ਹੈ ਸਾਡੇ ਕੋਲੇ ਸੂਈ। ਤਾਂ ਇਹਦੇ ਇੱਕ ਪਾਲਿਸੀ ਹੈ, ਜਦੋਂ ਵੀ ਤੁਸੀਂ ਕਈ ਕੁੜੀਆਂ ਹੈਗੀਆਂ ਜਿਹੜੀਆਂ ITI ਕਰਨ ਤੋਂ ਬਾਅਦ ਆਪਣੀ ਪਲੇਸਮੈਂਟ ਬਹੁਤ ਇੰਡਸਟਰੀਆਂ ਦੇ ਵਿੱਚ ਕਰਵਾ ਲੈਂਦੀਆਂ, ਤਾਂ ਇੰਡਸਟਰੀ ਦੇ ਵਿੱਚ ਜਿਹੜੀ ਇਹ ਪਾਲਿਸੀ ਹੈਗੀ ਹੈ ਬਹੁਤ ਹੀ ਮਹੱਤਵ ਰੱਖਦੀ ਹੈ ਤੇ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬ੍ਰੋਕਨ ਨੀਡਲ ਪਾਲਿਸੀ ਹਰੇਕ ਇੰਡਸਟਰੀ ਦੇ ਵਿੱਚ ਲਾਗੂ ਕੀਤੀ ਹੋਈ ਹੈ। ਤਾਂ ਇਹਦਾ ਉਹਨਾਂ ਨੂੰ ਫਾਇਦਾ ਵੀ ਹੈ। ਕੱਪੜੇ ਸਿਉਂਦੇ ਸਮੇਂ ਕਦੀ ਕਦੀ ਕੀ ਹੈਗਾ, ਸੂਈ ਜਾਂ ਪਿੰਨ ਟੁੱਟ ਜਾਂਦੀ ਹੈ। ਹੁਣ ਆਪਾਂ ਘਰਾਂ ਦੇ ਵਿੱਚ ਵੀ ਜਦੋਂ ਰੂਟੀਨ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਸਾਡੀ ਸਿਲਾਈ ਕਰਦੇ ਕਰਦੇ ਸੂਈ ਜਿਹੜੀ ਹੈਗੀ ਹੈ ਟੁੱਟ ਵੀ ਸਕਦੀ ਹੈ, ਕਿਉਂਕਿ ਕੰਮ ਕਰਨ ਦੇ ਵੇਲੇ ਕਈ ਵਾਰੀ ਅਸੀਂ ਆਸਾਨੀ ਨਾਲ ਕੰਮ ਕਰਨ ਦੀ ਝਾਕ ਚ ਹੁੰਦੇ ਆ ਤਾਂ ਕਈ ਵਾਰੀ ਕਾਹਲੀ ਦੇ ਵਿੱਚ ਸਾਡੀ ਜਿਹੜੀ ਸੂਈ ਹੈਗੀ ਹੈ
ਧਾਗਾ ਥ੍ਰੈਡ ਨੂੰ ਖਿੱਚਣ ਤੇ ਹੀ ਸਾਡੀ ਜਿਹੜੀ ਸੂਈ ਹੈਗੀ ਟੁੱਟ ਜਾਂਦੀ ਹੈ। ਤਾਂ ਇਸ ਕਰਕੇ ਜਿਹੜੀ ਇਹ ਪਾਲਿਸੀ ਜਿਹੜੀ ਹੈਗੀ ਹੈ ਕੰਪਨੀਆਂ ਦੇ ਵਿੱਚ, ਇੰਡਸਟਰੀਆਂ ਦੇ ਵਿੱਚ ਬਹੁਤ ਮਹੱਤਵਪੂਰਨ ਰੱਖਦੀ ਹੈ। ਟੁੱਟੀਆਂ ਹੋਈਆਂ ਸੂਈਆਂ ਜਿਹੜੀਆਂ ਹੈਗੀਆਂ ਕਈ ਵਾਰੀ ਕੰਪਨੀਆਂ ਦੇ ਵਿੱਚ, ਕਿਉਂਕਿ ਕੰਪਨੀ ਦੇ ਵਿੱਚ ਜਦੋਂ ਵਰਕਰ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਉਹਦੇ ਵਿੱਚ ਇਹ ਬਹੁਤ ਹੀ ਮਹੱਤਵ ਰੱਖਦਾ ਕਿ ਸੂਈਆਂ ਜਦੋਂ ਟੁੱਟ ਜਾਂਦੀਆਂ ਤਾਂ ਪੈਕਿੰਗ ਸਮੇਂ ਜਿਹੜੀ ਇਹ ਕੱਪੜੇ ਦੇ ਵਿੱਚ ਕਈ ਵਾਰੀ ਲੱਗੀ ਰਹਿ ਜਾਂਦੀ ਹੈ। ਤਾਂ ਜਦੋਂ ਕਸਟਮਰ ਤੱਕ ਉਹ ਕੱਪੜਾ ਪਹੁੰਚਦਾ ਤਾਂ ਕਈ ਵਾਰੀ ਕਸਟਮਰ ਜਦੋਂ ਉਸ ਨੂੰ ਟਰਾਈ ਕਰਕੇ ਦੇਖਦਾ ਤਾਂ ਉਹ ਨੀਡਲ ਹੈ ਜਿਹੜੀ ਉਹਦੇ ਲੱਗ ਜਾਂਦੀ ਹੈ। ਤਾਂ ਇਹਦਾ ਜਿਹੜਾ ਨੁਕਸਾਨ ਹੋਊਗਾ ਕੰਪਨੀ ਤੇ, ਕਿਉਂਕਿ ਜਿਹੜੇ ਵਰਕਰ ਨੇ ਉਹਦੀ ਪੈਕਿੰਗ ਕੀਤੀ ਹੈ ਉਸ ਦਾ ਤਾਂ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਇਸ ਕਰਕੇ ਜਿਹੜਾ ਕੰਪਨੀ ਦੇ ਕੋਲੇ ਹੀ ਜਿਹੜਾ ਉਹ ਹਰਜਾਨਾ ਹੈਗਾ ਉਹਨਾਂ ਨੂੰ ਭੁਗਤਣਾ ਪੈਂਦਾ। ਇਸ ਦੇ ਲਈ ਕੀ ਹੈਗਾ ਕਈ ਵਾਰੀ ਜਿਹੜਾ ਕਸਟਮਰ ਹੈਗਾ ਉਹ ਕੰਪਨੀ ਤੇ ਮੁਕੱਦਮਾ ਵੀ ਠੋਕ ਸਕਦਾ ਹੈ। ਤਾਂ ਜਿਹੜੀ ਇਹ ਪਾਲਿਸੀ ਹੈਗੀ ਹੈ ਕੰਪਨੀ ਦੇ ਵਿੱਚ, ਇੰਡਸਟਰੀਆਂ ਦੇ ਵਿੱਚ ਲਾਗੂ ਕੀਤੀ ਗਈ ਹੈ, ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ ਕੰਪਨੀ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦੀ, ਪਹਿਲੀ ਗੱਲ ਤਾਂ ਜੇ ਕੰਪਨੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਰੂਲ ਬਣਿਆ ਹੋਊਗਾ ਤਾਂ ਕੋਈ ਕੰਪਨੀ ਦੇ ਵਿੱਚ ਗਲਤੀ ਕਰਨ ਦਾ ਮਕਸਦ ਹੀ ਨਹੀਂ ਹੁੰਦਾ ਕਿਸੇ ਦਾ ਵੀ। ਜੇ ਇਸ ਤਰੀਕੇ ਦੇ ਸੰਬੰਧ ਵਿੱਚ ਇੱਕ ਲੌਗ ਬੁੱਕ ਲਗਾਇਆ ਜਾਂਦਾ ਜੋ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਵੀ ਲੱਗਦਾ, ਜਿਹਦੇ ਵਿੱਚ ਕੀ ਹੁੰਦਾ ਕਿ ITI ਦੇ ਵਿੱਚ ਜੋ ਤੁਹਾਡੀਆਂ ਮਸ਼ੀਨਾਂ ਚੱਲ ਰਹੀਆਂ ਨੇ ਅੱਜ ਦੇ ਟਾਈਮ 'ਚ, ਸਾਰੀਆਂ ਹੀ ITI 'ਚ ਇੰਡਸਟਰੀਅਲ ਮਾਡਲ ਮਸ਼ੀਨਾਂ, ਜਿੱਥੇ ਆਇਲ ਪੈਂਦਾ ਹੈਗਾ, ਉਹਦੀ ਕਿਸੇ ਤਰ੍ਹਾਂ ਦੀ ਨੀਡਲ ਟੁੱਟਦੀ ਹੈ ਜਾਂ ਉਹ ਮਸ਼ੀਨ ਹੈਗੀ ਉਹਨੇ ਕਿੰਨੇ ਘੰਟੇ ਵਰਕ ਕੀਤਾ ਹੈਗਾ ਤਾਂ ਉਹਦਾ ਪੂਰਾ ਰਿਕਾਰਡ ਜਿਹੜਾ ਹੈਗਾ ਇੱਕ ਲੌਗ ਬੁੱਕ ਦੇ ਉੱਪਰ ਨੋਟ ਕੀਤਾ ਹੁੰਦਾ। ਤਾਂ ਜਿਸ ਤੋਂ ਅੰਦਾਜ਼ਾ ਹੋ ਜਾਂਦਾ ਕਿ ਇਸ ਮਸ਼ੀਨ ਨੇ ਕਿੰਨਾ ਕੰਮ ਕੀਤਾ ਤਾਂ ਕਿੰਨੀਆਂ ਇਸ ਮਸ਼ੀਨ ਦੇ ਉੱਪਰ ਸੂਈਆਂ ਟੁੱਟੀਆਂ। ਤਾਂ ਇਹ ਸਾਰਾ ਰਿਕਾਰਡ ਜਿਹੜਾ ਹੈਗਾ ਇੱਕ ਲੌਗ ਬੁੱਕ ਦੇ ਵਿੱਚ ਰੱਖਿਆ ਜਾਂਦਾ। ਤਾਂ ਅਖੀਰ ਦੇ ਵਿੱਚ ਜਦੋਂ ਕਿਸੇ ਤਰੀਕੇ ਦਾ ਕੋਈ ਨੁਕਸਾਨ, ਕਿਸੇ ਤਰੀਕੇ ਦਾ ਕਿਸੇ ਨੂੰ ਭੁਗਤਣਾ ਪੈਂਦਾ ਤਾਂ ਉਸ ਤੋਂ ਸਾਨੂੰ ਸਾਫ਼ ਹੋ ਜਾਂਦਾ ਕਿ ਕਿਸ ਦੀ ਗਲਤੀ ਕਾਰਨ ਇਹ ਜਿਹੜਾ ਨੁਕਸਾਨ ਹੋਇਆ। ਤਾਂ ਇਸ ਤਰੀਕੇ ਕਰਕੇ ਹੀ ਇਹ ਜਿਹੜੀ ਪਾਲਿਸੀ ਹੈਗੀ ਲਾਗੂ ਹੋਈ। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਕਾਰੀਗਰਾਂ ਦਾ ਇੱਕ ਫਰਜ਼ ਬਣ ਜਾਂਦਾ ਹੈ ਕਿ ਜਦੋਂ ਕੋਈ ਸੂਈ ਟੁੱਟ ਜਾਂਦੀ ਹੈ ਤਾਂ ਉਹਦੇ ਸਾਰੇ ਟੁਕੜਿਆਂ ਨੂੰ ਜਮ੍ਹਾਂ ਕਰਵਾ ਕੇ ਹੀ ਨਵੀਂ ਸੂਈ ਲਵੇ। ਮਤਲਬ ਜਦੋਂ ਕੋਈ ਸੂਈ ਮਸ਼ੀਨ ਦੇ ਉੱਪਰ ਕੰਮ ਕਰਦੇ ਵਰਕਰ ਤੋਂ ਟੁੱਟ ਗਈ ਹੈ ਤਾਂ ਉਹਨੇ ਜਦੋਂ ਨਵੀਂ ਸੂਈ ਇਸ਼ੂ ਕਰਵਾਉਣੀ ਹੈ ਆਪਣੇ ਲਈ ਤਾਂ ਉਹਨੂੰ ਪੂਰੇ ਪਹਿਲਾਂ ਪ੍ਰੋਪਰ ਸਾਰੇ ਜਿਹੜੇ ਨੀਡਲ ਦੇ ਟੁਕੜੇ ਹੋਏ ਨੇ ਉਹਨਾਂ ਨੂੰ ਸੰਸਥਾ ਦੇ ਜਾਂ ਜਿਹੜੀ ਵੀ ਇੰਡਸਟਰੀ ਦੇ ਵਿੱਚ ਉਹ ਕੰਮ ਕਰ ਰਿਹਾ ਉਹਦੇ ਹੈੱਡ ਕੋਲੇ ਕੰਪਲੀਟ ਉਹਦੇ ਟੁਕੜਿਆਂ ਨੂੰ ਜਮ੍ਹਾਂ ਕਰਵਾ ਕੇ ਇੱਕ ਨਵੀਂ ਜਿਹੜੀ ਸੂਈ ਹੈਗੀ ਆ ਲੈ ਸਕਦਾ, ਆਪਣੇ ਨਾਮ ਤੇ ਇਸ਼ੂ ਕਰਵਾ ਸਕਦਾ। ਇਹਦੇ ਲਈ ਕੰਪਨੀ ਨੇ ਕੁਝ ਰੂਲ ਬਣਾਏ ਨੇ। ਇਹਨਾਂ ਦੇ ਵਿੱਚ ਕੀ ਹੈਗਾ ਕਿ ਕਿਸੇ ਵੀ ਮਸ਼ੀਨ ਦੇ ਆਪਰੇਟਰ ਨੂੰ ਆਪਣੇ ਕੋਲ ਵਾਧੂ ਸੂਈਆਂ ਰੱਖਣ ਦੀ ਕੋਈ ਇਜਾਜ਼ਤ ਨਹੀਂ ਹੈ। ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮਸ਼ੀਨ ਦੇ ਉੱਪਰ ਕੰਮ ਕਰ ਰਹੇ ਹੋ ਤਾਂ ਆਪਰੇਟਰ ਨੇ ਕੀ ਹੈਗਾ ਮਸ਼ੀਨ ਦੇ ਸੂਈਆਂ ਦਾ ਜਿਹੜੀ ਵੀ ਤੁਹਾਨੂੰ ਪੈਕਿੰਗ ਮਿਲੀ ਹੈ ਜਿਸ 'ਚ 4 ਜਾਂ 5 ਸੂਈਆਂ ਹੈਗੀਆਂ ਉਹ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ। ਤੁਹਾਡੀ ਜਿਹੜੀ ਮਸ਼ੀਨ ਦੇ ਉੱਪਰ ਸੂਈ ਚੜੀ ਹੋਈ ਹੈ ਸਿਰਫ ਤੁਸੀਂ ਉਸੇ ਮਸ਼ੀਨ ਦੇ ਉੱਪਰ ਉਸੇ ਮਸ਼ੀਨ ਸੂਈ ਦੇ ਨਾਲ ਹੀ ਕੰਮ ਕਰ ਰਹੇ ਹੋ। ਤਾਂ ਤੁਹਾਡੇ ਕੋਲੇ ਕੋਈ ਫਾਲਤੂ ਸੂਈ ਜਿਹੜੀ ਨਹੀਂ ਹੋਣੀ ਚਾਹੀਦੀ। ਸਾਰੀਆਂ ਸੂਈਆਂ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਇੰਚਾਰਜ ਕੋਲ ਜਮ੍ਹਾਂ ਹੋਣੀ ਚਾਹੀਦੀਆਂ। ਜਿਹੜੀ ਮਸ਼ੀਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਐਕਸਟਰਾ ਸੂਈਆਂ ਮਿਲੀਆਂ ਉਹਨਾਂ ਦੀ ਜਿਹੜੀ ਉਹ ਸਾਰੀਆਂ ਸੂਈਆਂ ਹੈਗੀਆਂ ਉਹ ਪ੍ਰੋਡਕਸ਼ਨ ਦੇ ਇੰਚਾਰਜ ਕੋਲੇ ਹੋਣੀਆਂ ਲਾਜ਼ਮੀ ਹੈ। ਜੇਕਰ ਕਿਸੇ ਤਰ੍ਹਾਂ ਦੀ ਕੋਈ ਸੂਈ ਟੁੱਟਦੀ ਹੈ ਤਾਂ ਉਹਦੇ ਸਾਰੇ ਟੁਕੜਿਆਂ ਨੂੰ ਲੱਭਣਾ ਉਸ ਆਪਰੇਟਰ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਜਿਹੜਾ ਉਸ ਉੱਪਰ ਕੰਮ ਕਰ ਰਿਹਾ, ਕਿਉਂਕਿ ਆਪਰੇਟਰ ਨੂੰ ਉਹ ਸੂਈ ਉਹ ਨਵੀਂ ਇਸ਼ੂ ਤਾਂ ਹੀ ਹੋਊਗੀ ਜੇਕਰ ਉਹ ਉਹਦੇ ਸਾਰੇ ਟੁਕੜਿਆਂ ਨੂੰ ਜਮ੍ਹਾਂ ਕਰਵਾਏਗਾ। ਸੂਈ ਨੂੰ ਬਦਲਣ ਦਾ ਕੰਮ ਪ੍ਰੋਡਕਸ਼ਨ ਇੰਚਾਰਜ ਦਾ ਹੈ। ਤੁਸੀਂ ਜਿਹੜੀ ਸੂਈ ਤੁਹਾਡੀ ਮਸ਼ੀਨ ਦੀ ਟੁੱਟ ਗਈ ਹੈ ਉਸ ਨੂੰ ਬਦਲਣ ਦਾ ਕੰਮ ਤੁਹਾਡਾ ਨਹੀਂ ਹੈਗਾ। ਇੱਕ ਕਾਰੀਗਰ ਆਪ ਸੂਈ ਨਹੀਂ ਬਦਲ ਸਕਦਾ। ਪ੍ਰੋਡਕਸ਼ਨ ਵਰਕਰ ਜਿਹੜਾ ਤੁਹਾਡੇ ਤੇ ਇੱਕ ਇੰਚਾਰਜ ਲਗਾਇਆ ਉਹ ਟੁੱਟੀਆਂ ਹੋਈਆਂ ਸੂਈਆਂ ਦੇ ਪਹਿਲਾਂ ਸਾਰੇ ਹੀ ਹਿੱਸੇ ਆ ਜਿਹੜੇ ਉਹ ਆਪਣੇ ਕੋਲੇ ਜਮ੍ਹਾਂ ਕਰਵਾਏਗਾ, ਤੁਹਾਨੂੰ ਨਵੀਂ ਸੂਈ ਇਸ਼ੂ ਕਰਵਾਏਗਾ ਅਤੇ ਫਿਰ ਉਹ ਜਿਹੜੀ ਸੂਈ ਹੈਗੀ ਆ ਉਹਦਾ ਹੀ ਕੰਮ ਹੋ ਜਾਏਗਾ ਤੁਹਾਡੀ ਮਸ਼ੀਨ ਦੇ ਉੱਪਰ ਉਹਨੂੰ ਚੜਵਾਉਣਾ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਸਾਰਾ ਰਿਕਾਰਡ ਹੈ ਇੱਕ ਨੀਡਲ ਬ੍ਰੋਕਨ ਰਿਕਾਰਡ ਦੇ ਵਿੱਚ ਦਰਜ ਹੋਣਾ ਜ਼ਰੂਰੀ ਹੈ ਤਾਂ ਜੋ ਕਿਸੇ ਤਰੀਕੇ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦੇ ਉੱਪਰੋਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਸ ਉੱਪਰ ਕਾਰਵਾਈ ਕੀਤੀ ਜਾ ਸਕੇ। ਤਾਂ ਬ੍ਰੋਕਨ ਨੀਡਲ ਪਾਲਿਸੀ ਦੇ ਵਿੱਚ ਕਿਹੜੇ-ਕਿਹੜੇ ਰੂਲ ਹੈ, ਇੱਕ ਜਿਹੜਾ ਰਜਿਸਟਰ ਲਗਾਇਆ ਹੈਗਾ ਉਹਨਾਂ ਨੇ ਰਿਕਾਰਡ ਨੂੰ ਮੇਨਟੇਨ ਕਰਨ ਲਈ, ਤਾਂ ਉਹਦੇ ਵਿੱਚ ਕੀ ਉਹਨਾਂ ਨੇ ਰੱਖਣਾ, ਉਹਦੀ ਮਿਤੀ ਕਿਸ ਮਿਤੀ ਨੂੰ ਤੁਹਾਨੂੰ ਇੱਕ ਨਵੀਂ ਸੂਈ ਇਸ਼ੂ ਕੀਤੀ ਹੈ ਤਾਂ ਉਹਦਾ ਰਿਕਾਰਡ ਜਿਹੜਾ ਹੈਗਾ ਉਸ ਵਿੱਚ ਲਿਖਿਆ ਜਾਊਗਾ। ਸਟਾਈਲ ਕੋਡ, ਮਸ਼ੀਨ ਦਾ ਸਟਾਈਲ ਕੋਡ ਕੀ ਹੈ ਤਾਂ ਜਿਹੜੀ ਤੁਹਾਨੂੰ ਮਸ਼ੀਨ ਦੀ ਸੂਈ ਮਿਲੀ ਸੀ ਉਹ ਕਿਸ ਸਟਾਈਲ ਦੀ ਹੈ ਉਹਦਾ ਕੀ ਕੋਡ ਹੈਗਾ ਉਹਨੂੰ ਇਸ ਵਿੱਚ ਦਰਜ ਕੀਤਾ ਹੋਣਾ ਜ਼ਰੂਰੀ ਹੈ। ਆਪਰੇਟਰ ਦਾ ਨਾਮ, ਜਿਹੜੇ ਆਪਰੇਟਰ ਦੀ ਸੂਈ ਟੁੱਟੀ ਹੈਗੀ ਹੈ ਤਾਂ ਉਸ ਆਪਰੇਟਰ ਦਾ ਨਾਮ ਉਸ ਵਿੱਚ ਲਾਜ਼ਮੀ ਲਿਖਿਆ ਹੋਣਾ ਚਾਹੀਦਾ ਹੈਗਾ। ਮਸ਼ੀਨ ਦੀ ਡਿਟੇਲ ਉਹਦੇ ਵਿੱਚ ਜ਼ਰੂਰ ਦਿੱਤੀ ਹੋਣੀ ਚਾਹੀਦੀ ਹੈ ਕਿ ਉਹ ਮਸ਼ੀਨ ਕਿਸ ਆਪਰੇਟ ਲਈ ਕੰਮ ਕਰ ਰਹੀ ਸੀ ਤਾਂ ਉਹਦੀ ਸਾਰੀ ਡਿਟੇਲ ਉਹਦੇ ਉੱਪਰ ਮੈਂਸ਼ਨ ਕੀਤੀ ਹੋਣੀ ਚਾਹੀਦੀ ਹੈ। ਐਕਸ਼ਨ, ਜਦੋਂ ਮਸ਼ੀਨ ਆਪਰੇਟਰ ਦੇ ਕੋਲੋਂ ਮਸ਼ੀਨ ਟੁੱਟੀ ਤਾਂ ਉਸ ਤੋਂ ਬਾਅਦ ਜਿਹੜਾ ਐਕਸ਼ਨ ਲੈਣਾ ਸੀ ਮਸ਼ੀਨ ਦੇ
ਅਧਿਕਾਰੀ ਨੇ ਤਾਂ ਉਹਦੇ ਉੱਪਰ ਕਿਸ ਤਰੀਕੇ ਦਾ ਐਕਸ਼ਨ ਲਿਆ ਗਿਆ, ਤਾਂ ਉਹਦੀ ਜਿਹੜੀ ਹੈਗੀ ਹੈ ਜਾਣਕਾਰੀ ਇਸ ਰਿਕਾਰਡ ਦੇ ਵਿੱਚ ਲਿਖੀ ਹੋਣੀ ਚਾਹੀਦੀ ਹੈ। ਸੂਈ ਇਸ਼ੂ ਕਰਨ ਵਾਲੇ ਅਧਿਕਾਰੀ ਦੇ ਹਸਤਾਖਰ, ਜਿਹੜੇ ਵੀ ਅਧਿਕਾਰੀ ਨੇ ਸੂਈ ਟੁੱਟਣ ਤੋਂ ਬਾਅਦ ਉਸ ਵਰਕਰ ਨੂੰ ਜਿਹੜੀ ਸੂਈ ਇਸ਼ੂ ਕੀਤੀ ਹੈ ਤਾਂ ਉਹਦੇ ਹਸਤਾਖਰ ਜਿਹੜੇ ਇਹਦੇ ਉੱਪਰ ਨੋਟ ਹੋਣੇ ਜ਼ਰੂਰੀ ਹੈ। ਹੁਣ ਅਸੀਂ ਕੱਪੜੇ ਨੂੰ ਕਿਸ ਤਰੀਕੇ ਨਾਲ ਬਣਾਇਆ ਅਤੇ ਉਸ ਨੂੰ ਕਿਸ ਤਰੀਕੇ ਨਾਲ ਅਸੀਂ ਪਹਿਚਾਨਣਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਕਿ ਕੱਪੜੇ ਨੂੰ ਕਿਸ ਤਰੀਕੇ ਨਾਲ ਅਸੀਂ ਕੱਟਣਾ ਹੈ। ਕੱਪੜੇ ਦੀ ਕਟਾਈ ਵੇਲੇ ਸਾਨੂੰ ਕਿਹੜੀਆਂ ਜਿਹੜੀਆਂ ਗੱਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਕਟਾਈ ਦੇ ਨਿਯਮ ਨੇ, ਇਹ ਨਹੀਂ ਹੈਗਾ ਕਿ ਅਸੀਂ ਕੱਪੜਾ ਲਿਆਂਦਾ ਤੇ ਉਸ ਦੇ ਉੱਪਰ ਨਿਸ਼ਾਨ ਲਗਾਏ ਤੇ ਕੈਂਚੀ ਨਾਲ ਕੱਟ ਦਿੱਤਾ, ਨਹੀਂ। ਸਭ ਤੋਂ ਪਹਿਲਾਂ ਸਾਨੂੰ ਕੱਪੜੇ ਦੀ ਲੰਬਾਈ ਚੌੜਾਈ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਜਿਹੜੇ ਬੱਚੇ ਹੈਗੇ ਨੇ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਬਹੁਤ ਕਰ ਲੈਂਦੇ ਨੇ। ਕੱਪੜੇ ਨੂੰ ਕਟਾਈ ਵੇਲੇ ਆਡਾ ਸਿੱਧਾ ਕਈਆਂ ਨੂੰ ਨਹੀਂ ਗਿਆਨ ਹੁੰਦਾ, ਤਾਂ ਆਡੇ ਜਿਹੜੀਆਂ ਹੁੰਦੀਆਂ, ਕਈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਡੇ ਰੁੱਖ ਹੀ ਬਣਾਈਆਂ ਜਾਂਦੀਆਂ ਨੇ ਤੇ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੰਬਾਈ ਦੇ ਵਿੱਚ ਹੀ ਬਣਾਈਆਂ ਜਾਂਦੀਆਂ। ਇਹਨਾਂ ਬਾਰੇ ਸਾਨੂੰ ਜਿਹੜਾ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਾਡੇ ਕੋਲੇ ਆ ਜਾਂਦੇ ਨੇ ਗ੍ਰੇਨ ਆਫ ਫੈਬਰਿਕਸ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਪੜੇ ਦਾ ਤਾਣਾ ਅਤੇ ਬਾਣਾ, ਕੱਪੜੇ ਦੀ ਬੁਣਾਈ ਵਿੱਚ ਲੰਬਾਈ ਦੇ ਧਾਗਿਆਂ ਨੂੰ ਤਾਣਾ ਅਤੇ ਚੌੜਾਈ ਦੇ ਧਾਗਿਆਂ ਨੂੰ ਅਸੀਂ ਬਾਣਾ ਕਿਹਾ ਜਾਂਦਾ ਹੈ। ਤੁਸੀਂ ਫਸਟ ਪਿਕਚਰ 'ਚ ਦੇਖ ਰਹੇ ਹੋ, ਇੱਕ ਸਾਈਡ ਤੇ ਲਿਖਿਆ ਲੈਂਥ ਤੇ ਦੂਸਰੀ ਸਾਈਡ ਤੇ ਲਿਖਿਆ ਹੋਇਆ ਵਿਡਥ। ਇਹਦੇ ਵਿੱਚ ਇਹੀ ਸ਼ੋ ਕੀਤਾ ਹੈ ਕਿ ਲੈਂਥ ਦੀ ਸਾਈਡ ਦੇ ਵਿੱਚ ਜਿਹੜੇ ਕੱਪੜੇ ਦੇ ਵਿੱਚ ਲੰਬਾਈ ਦੇ ਵਿੱਚ ਰੂਪ ਦੇ ਵਿੱਚ ਜਿਹੜੇ ਤਾਣੇ ਦੇ ਵਿੱਚ ਧਾਗੇ ਵਗਾਏ ਹੁੰਦੇ ਨੇ ਉਹਨੂੰ ਅਸੀਂ ਲੈਂਥ ਕਹਿ ਦਿੰਦੇ ਹਾਂ, ਤੇ ਜਿਹੜੀ ਚੌੜਾਈ ਹੁੰਦੀ ਹੈ ਵਿਡਥ ਜਿਹਨੂੰ ਅਸੀਂ ਕਹਿੰਦੇ ਹਾਂ, ਤਾਂ ਉਧਰਲੀ ਸਾਈਡ ਤੇ ਸਾਡਾ ਬਾਣਾ ਹੁੰਦਾ, ਜਿਹਨੂੰ ਅਸੀਂ ਪੇਟਾ ਵੀ ਕਹਿ ਦਿੰਦੇ ਹਾਂ। ਤਾਂ ਇਸ ਤਰੀਕੇ ਨਾਲ ਸਾਨੂੰ ਪਤਾ ਹੋਵੇ ਕਿ ਸਾਡੀ ਲੰਬਾਈ, ਜਦੋਂ ਤੁਸੀਂ ਕੱਪੜੇ ਦੀ ਲੈਂਥ ਰੱਖਣੀ ਹੈ ਤਾਂ 0 ਤੋਂ 1 ਜਦੋਂ ਅਸੀਂ ਲੈਂਦੇ ਹਾਂ ਤਾਂ ਸਾਡੀ ਲੈਂਥ ਵਾਲੀ ਸਾਈਡ ਤੋਂ ਹੋਣੀ ਜ਼ਰੂਰੀ ਹੈ। ਤਾਂ ਇਹ ਨਹੀਂ ਹੈਗਾ ਕਿ ਤੁਸੀਂ ਵਿਡਥ ਵਾਲੀ ਸਾਈਡ ਲੈ ਲਓ। ਤਾਂ ਇਸ ਤਰੀਕੇ ਨਾਲ ਜੇ ਤੁਸੀਂ ਲੰਬਾਈ ਲਓਗੇ ਤਾਂ ਤੁਹਾਡਾ ਕੱਪੜਾ ਕੀ ਹੈਗਾ, ਆਡਾ ਬਣੇਗਾ। ਇਸ ਦੇ ਨਾਲ ਆਡੇ ਕੱਪੜੇ ਦੇ ਕਾਫੀ ਨੁਕਸਾਨ ਹੁੰਦੇ ਆ। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਗ੍ਰੇਨ ਲਾਈਨ। ਗ੍ਰੇਨ ਲਾਈਨ ਕੱਪੜੇ ਦੇ ਜਿਸ ਸਥਾਨ ਦੇ ਉੱਪਰ ਲੰਬਾਈ ਦੇ ਧਾਗੇ ਚੌੜਾਈ ਦੇ ਕਿਨਾਰਿਆਂ ਦੇ ਵਿੱਚ ਸਮਕੋਣ ਬਣਾਉਂਦੇ ਨੇ। ਹੁਣ ਤੁਸੀਂ ਦੇਖਿਆ ਹੈਗਾ ਤੇ ਇੱਥੇ ਤੁਹਾਨੂੰ ਸ਼ੋ ਹੋ ਰਿਹਾ ਕਿ ਫਸਟ ਪਿਕਚਰ ਦੇ ਵਿੱਚ ਹੀ ਜਦੋਂ ਲੰਬਾਈ ਅਤੇ ਚੌੜਾਈ ਦੇ ਧਾਗੇ ਆਪਸ ਦੇ ਵਿੱਚ ਮਿਲ ਕੇ 90 ਡਿਗਰੀ ਦਾ ਕੋਣ ਬਣਾਉਂਦੇ ਨੇ ਤਾਂ ਉਹ ਸਾਡੇ ਕੋਲੇ ਗ੍ਰੇਨ ਲਾਈਨ ਹੋ ਜਾਂਦੀ ਹੈ। ਇਹ ਸ਼ਾਰਟ ਕੁਐਸਚਨ ਦੇ ਵਿੱਚ ਵੀ ਆ ਜਾਂਦਾ ਹੈ ਕਿ ਸਮਕੋਣ ਜਿੱਥੇ ਬਣਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਆ, ਉਹ ਸਾਡੀ ਕੀ ਆ ਜਾਂਦੀ ਹੈ, ਗ੍ਰੇਨ ਲਾਈਨ। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਸੈਲਵੇਜ, ਕੰਨੀ, ਜਿਹਨੂੰ ਅਸੀਂ ਕਹਿ ਲੈਂਦੇ ਆ ਕੰਨੀ ਕਹਿੰਦੇ ਕੱਪੜੇ ਦੀ ਕੰਨੀ ਜਾਂ ਕੱਪੜੇ ਦਾ ਸੈਲਵੇਜ। ਕੱਪੜੇ ਦੇ ਦੋਵਾਂ ਪਾਸੇ ਲੰਬਾਈ ਦੇ ਰੁੱਖ। ਹੁਣ ਤੁਸੀਂ ਸੈਕਿੰਡ ਪਿਕਚਰ ਦੇ ਵਿੱਚ ਮੈਂ ਇਹੀ ਸ਼ੋ ਕੀਤਾ ਕਿ ਇੱਕ ਡਾਰਕ ਕਲਰ ਦੇ ਉੱਪਰ ਵਾਈਟ ਕਲਰ ਦੀ ਕੰਨੀ ਜਿਸ ਦੇ ਉੱਪਰ ਲਿਖਿਆ ਹੋਇਆ ਕੁਝ। ਇਸੇ ਤਰੀਕੇ ਨਾਲ ਤੁਸੀਂ ਮਰਸਰਾਈਜ਼ ਜਿਹੜਾ ਕੱਪੜਾ ਖਰੀਦਦੇ ਹੋ ਤਾਂ ਉਹਦੇ ਉੱਪਰ ਸਪੈਸ਼ਲ ਮੋਹਰ ਲੱਗੀ ਹੁੰਦੀ ਹੈ ਕੰਨੀ ਦੇ ਉੱਪਰ ਹੀ ਕਿ ਇਹ ਕੱਪੜਾ ਸ਼ਰਿੰਕ ਕੀਤਾ ਹੋਇਆ। ਤਾਂ ਜਿਹੜੀ ਕੰਨੀ ਜਿਹੜੀ ਆ ਪੂਰੇ ਕੱਪੜੇ ਦੇ ਨਾਲੋਂ ਥੋੜੀ ਮਜ਼ਬੂਤ ਬਣੀ ਹੁੰਦੀ ਹੈ, ਸੰਘਣੀ ਬਣਾਈ ਹੁੰਦੀ ਹੈ। ਤਾਂ ਇਹ ਸਾਡੀ ਕੀ ਹੋ ਜਾਂਦਾ ਹੈ, ਇਹਨੂੰ ਅਸੀਂ ਸੈਲਵੇਜ ਕਹਿ ਦਿੰਦੇ ਆ। ਤਾਂ ਜਿਹੜੀ ਕੱਪੜੇ ਦੀ ਇੱਕ ਕੰਨੀ ਤੋਂ ਦੂਜੀ ਕੰਨੀ ਤੱਕ ਜਿਹੜਾ ਅਸੀਂ ਕੱਪੜੇ ਨੂੰ ਚੌੜਾਈ ਦੇ ਵਿੱਚ ਲੈਣਾ ਹੁੰਦਾ ਤਾਂ ਇਹ ਸਾਡੇ ਕੋਲੇ ਚੌੜਾਈ ਆ ਜਾਂਦੀ ਹੈ। ਤਾਂ ਰਾਈਟ ਸਾਈਡ ਆਫ ਫੈਬਰਿਕ, ਕੱਪੜੇ ਦਾ ਸਿੱਧਾ ਪਾਸਾ, ਕੱਪੜੇ ਦਾ ਜਿਸ ਪਾਸੇ ਚਮਕੀਲਾ ਹੋਵੇ ਤੇ ਡਿਜ਼ਾਈਨ। ਕੱਪੜੇ ਦਾ ਸਿੱਧ ਪੁੱਠ ਜਿਹੜੀ ਮਤਲਬ ਆਮ ਹਰੇਕ ਹੀ ਸਿਖਿਆਰਥੀ ਨੂੰ ਉਸ ਦਾ ਗਿਆਨ ਹੋਣਾ ਜ਼ਰੂਰੀ ਹੈ ਸਿੱਧ ਪੁੱਠ ਬਾਰੇ, ਕਿਉਂਕਿ ਇਹ ਆਮ ਹੀ ਦੇਖਿਆ ਗਿਆ ਕਿ ਕੱਪੜੇ ਦਾ ਸਿੱਧੇ ਪਾਸਾ ਚਮਕੀਲਾ ਹੁੰਦਾ ਹੈ ਤਾਂ ਉਹਦੇ 'ਚ ਹਲਕੀ ਜਿਹੀ ਸ਼ਾਈਨ ਹੁੰਦੀ ਹੈ। ਪਲੱਸ ਉਹਦੇ ਕੀ ਹੈ, ਜਿਹੜੀ ਵੀ ਉਹਦੀ ਬਣਾਈ ਹੁੰਦੀ ਹੈ ਉਹ ਬਹੁਤ ਹੀ ਸਾਫ਼, ਉਹਦਾ ਜਿਹੜਾ ਡਿਜ਼ਾਈਨ ਹੈਗਾ ਜਾਂ ਉਹਦੇ 'ਚ ਜਿਹੜੇ ਫਲਾਵਰ ਹੈਗੇ ਥੋੜੇ ਉੱਭਰਵੇਂ ਦਿਖਾਈ ਦਿੰਦੇ ਆ ਤਾਂ ਉਹ ਸਾਡੇ ਕੋਲੇ ਸਿੱਧਾ ਪਾਸਾ ਹੋ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਵਿਡਥ, ਅਰਜ। ਕੱਪੜੇ ਦੇ ਅਰਜ ਚੌੜਾਈ ਵਾਲੇ ਪਾਸੇ ਦੋਵਾਂ ਕਿਨਾਰਿਆਂ ਦੇ ਵਿਚਕਾਰ ਜਿਹੜਾ ਹੁੰਦਾ ਉਹਨੂੰ ਅਰਜ ਕਹਿੰਦੇ ਆ। ਹੁਣ ਜਦੋਂ ਤੁਸੀਂ ਇੱਕ ਕੰਨੀ ਤੋਂ ਦੂਸਰੀ ਕੰਨੀ ਤੱਕ ਦਾ ਜਿਹੜਾ ਅਰਜ ਹੈ, ਅਰਜ ਦਾ ਇਹ ਚੌੜਾਈ ਨੂੰ ਅਸੀਂ ਅਰਜ ਕਹਿ ਦਿੰਦੇ ਆ, ਉਹਨੂੰ ਅਸੀਂ ਵਿਡਥ ਵੀ ਕਹਿ ਦਿੰਦੇ ਆ। ਤਾਂ ਇਹ ਕੀ ਸਾਡੇ ਕੋਲੇ, ਹੁਣ ਤੁਸੀਂ ਇੱਥੇ ਦੇਖੋ ਫੋਰਥ ਪਿਕਚਰ ਦੇ ਵਿੱਚ ਜਿੱਥੇ ਮੈਂ ਤੁਹਾਨੂੰ ਸ਼ੋਅ ਕਰ ਰਹੀ ਹਾਂ, ਇੱਥੇ ਤੁਹਾਡੇ ਕੋਲੇ ਲਿਖਿਆ ਹੋਇਆ ਹੈ ਤਾਂ ਇਹ ਆਊਟ ਆਫ ਏਜ ਹੈ। ਇਹ ਤੁਹਾਡੀ ਚੌੜਾਈ ਹੈ ਕੱਪੜੇ ਦੀ ਟੋਟਲ, ਇੱਕ ਕੰਨੀ ਤੋਂ ਲੈ ਕੇ ਦੂਜੀ ਕੰਨੀ ਤੱਕ, ਸੈਲਵੇਜ ਤੋਂ ਸੈਲਵੇਜ ਤੱਕ ਜਿਹੜਾ ਸੈਂਟਰ ਹੈਗਾ ਤੁਹਾਡਾ ਅਰਜ ਹੈ। ਇਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਅਰਜਾਂ ਦੇ ਕੱਪੜੇ ਮਾਰਕੀਟ ਦੇ ਵਿੱਚ ਆ ਗਏ। ਪਹਿਲਾਂ ਜਿਵੇਂ 36 ਇੰਚ ਦਾ ਅਰਜ ਜਿਵੇਂ ਕਹਿ ਲੈਂਦੇ ਸੀ ਅਸੀਂ, ਜਾਂ 90 ਸੈਂਟੀਮੀਟਰ ਅਰਜ ਦਾ, 100 ਸੈਂਟੀਮੀਟਰ, 110 ਸੈਂਟੀਮੀਟਰ ਅਰਜ ਦੇ ਜਿਹੜੇ ਕੱਪੜੇ ਵਰਤੋਂ ਵਿੱਚ ਲਿਆਂਦੇ ਜਾਂਦੇ ਸੀ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਕ੍ਰੋਸ ਵਾਈਜ਼ ਫੈਬਰਿਕ, ਜਿਹਨੂੰ ਅਸੀਂ ਉਰੇਬ ਕੱਪੜਾ ਵੀ ਕਹਿ ਦਿੰਦੇ ਹਾਂ। ਠੀਕ ਹੈ, ਉਰੇਬ ਕੱਪੜੇ ਨੂੰ ਲੰਬਾਈ ਵਾਲੇ ਪਾਸੇ ਤੋਂ ਪਕੜ ਕੇ ਅਰਜ ਦੇ ਟਿਕਾ ਦੇ ਨਾਲ, ਜਿਵੇਂ ਤੁਹਾਨੂੰ ਪਿਕਚਰ ਦੇ ਵਿੱਚ ਸ਼ੋ ਕੀਤਾ ਹੋਇਆ, ਇੱਕ ਲੰਬਾਈ ਤੋਂ ਜਦੋਂ ਉਸ ਨੂੰ ਅਸੀਂ ਚੌੜਾਈ ਦੇ ਉੱਪਰ ਇਸ ਤਰੀਕੇ ਨਾਲ ਟਿਕਾ ਦਿੱਤਾ ਕਿ ਕੋਨੇ ਤੋਂ ਤੁਹਾਡੇ ਕੋਲੇ 45 ਡਿਗਰੀ ਦਾ ਕੋਣ ਬਣ ਗਿਆ।
ਇੱਥੇ ਤੁਹਾਡੇ ਕੋਲੇ ਮੋੜ ਬਣ ਗਿਆ ਤੇ ਜਦੋਂ ਤੁਸੀਂ ਇਸ ਜਗ੍ਹਾ ਤੋਂ 45 ਡਿਗਰੀ ਦੇ ਕੋਣ ਤੋਂ ਇਸ ਦੀ ਕਟਾਈ ਕਰ ਲੈਂਦੇ ਹੋ ਤਾਂ ਤੁਹਾਡੇ ਕੋਲੇ ਉੱਥੇ ਉਰੇਬ ਕੱਪੜਾ ਹੋ ਜਾਂਦਾ ਹੈ। ਤਾਂ ਇਸੇ ਤਰੀਕੇ ਨਾਲ ਜਦੋਂ ਅਸੀਂ ਅੰਬ੍ਰੇਲਾ ਫਰਾਕ ਦੀ ਕਟਿੰਗ ਕਰਦੇ ਆ ਤਾਂ ਉਹ ਵੀ ਇਸੇ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ। ਇੱਥੋਂ ਅਸੀਂ ਕਮਰ ਦੇ ਨਿਸ਼ਾਨ ਲਗਾ ਕੇ ਤਾਂ ਇਹਨੂੰ ਰਾਉਂਡ ਦੇ ਵਿੱਚ ਕਰ ਲੈਂਦੇ ਆ ਤਾਂ ਸਾਡੇ ਕੋਲੇ ਉਹ ਉਰੇਬ ਜਿਹੜੀ ਫਰਾਕ ਬਣ ਜਾਂਦੀ ਹੈ, ਅੰਬ੍ਰੇਲਾ ਫਰਾਕ। ਇਹਦੀ ਕਟਾਈ ਜਿਹੜੀ ਹੈਗੀ ਅਸੀਂ ਇਸ ਤਰੀਕੇ ਨਾਲ ਇੱਥੇ ਆਸਾਨੀ ਨਾਲ ਕਰ ਸਕਦੇ ਹਾਂ। ਕੱਪੜੇ ਦੀ ਕਟਾਈ ਦੇ ਨਿਯਮਾਂ ਤੋਂ ਬਾਅਦ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਪੜੇ ਨੂੰ ਕੱਟਣ ਤੋਂ ਪਹਿਲਾਂ ਕੱਪੜੇ ਨੂੰ ਸ਼ਰਿੰਕ ਕਰਨਾ ਬਹੁਤ ਹੀ ਜ਼ਰੂਰੀ ਹੈ। ਸਾਰਿਆਂ ਨੂੰ ਹੀ ਪਤਾ ਹੈ ਕਿ ਕੱਪੜਾ ਸ਼ਰਿੰਕ ਕਰਕੇ ਅਸੀਂ ਕਿਉਂ ਬਣਾਉਂਦੇ ਆ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਕੱਪੜੇ ਨੂੰ ਸਟਿਚ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਕੱਪੜਾ ਸੁੰਗੜ ਜਾਂਦਾ, ਸਾਡੇ ਨਾਪ ਦਾ ਨਹੀਂ ਰਹਿੰਦਾ। ਠੀਕ ਹੈ, ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਜਿਹੜਾ ਕੱਪੜਾ ਤਿਆਰ ਕੀਤਾ ਹੋਊਗਾ ਧੋਣ ਤੋਂ ਬਾਅਦ ਕਾਫੀ ਲੰਬਾਈ ਦੇ ਵਿੱਚ ਤੇ ਚੜਾਈ ਦੇ ਵਿੱਚ ਬਹੁਤ ਕੱਪੜੇ ਜਿਹੜੇ ਕਾਟਨ ਦੇ ਆ ਸ਼ਰਿੰਕ ਹੋ ਜਾਂਦੇ ਨੇ। ਉਸੇ ਤਰ੍ਹਾਂ ਹੀ ਅੱਜ ਕੱਲ ਸਿੰਥੈਟਿਕ ਜਿਹੜੇ ਕੱਪੜੇ ਨੇ ਜਾਂ ਕਈ ਤਰ੍ਹਾਂ ਦੇ ਇਹੋ ਜਿਹੇ ਮਾਰਕੀਟ ਦੇ ਵਿੱਚ ਕੱਪੜੇ ਆ ਗਏ ਨੇ ਕਿ ਉਹ ਬਹੁਤ ਹੀ ਲੰਬਾਈ ਚੜਾਈ ਦੇ ਵਿੱਚ ਬਹੁਤ ਘੱਟ ਜਾਂਦੇ ਨੇ। ਟਾਫਟਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕਾਫੀ ਮਾਰਕੀਟ ਦੇ ਵਿੱਚ ਚੱਲ ਰਿਹਾ, ਇਸ ਤਰੀਕੇ ਦਾ ਕੱਪੜਾ ਹੈਗਾ ਕਿ ਇਹ ਵੀ ਕਾਫੀ ਮਾਤਰਾ ਦੇ ਵਿੱਚ ਲੰਬਾਈ ਚੜਾਈ ਦੇ ਵਿੱਚ ਸ਼ਰਿੰਕ ਹੋ ਜਾਂਦਾ ਹੈ ਤੇ ਤੁਹਾਡੀ ਜਿਹੜੀ ਮਿਹਨਤ ਆ ਉਹ ਬੇਕਾਰ ਹੋ ਜਾਂਦੀ ਹੈ। ਇਸ ਕਰਕੇ ਕੱਪੜੇ ਨੂੰ ਕਟਾਈ ਕਰਨ ਤੋਂ ਪਹਿਲਾਂ ਉਸਨੂੰ ਸ਼ਰਿੰਕ ਕਰ ਲੈਣਾ ਬਹੁਤ ਜ਼ਰੂਰੀ ਹੈ। ਕਈ ਕੱਪੜੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਰਿੰਕ ਕਰਨ ਦੀ ਲੋੜ ਨਹੀਂ ਹੁੰਦੀ, ਪਰ ਮੁੱਖ ਰੂਪ ਦੇ ਵਿੱਚ ਤਕਰੀਬਨ ਕਾਟਨ ਦੇ ਕੱਪੜਿਆਂ ਨੂੰ ਤੁਸੀਂ ਸ਼ਰਿੰਕ ਕਰਕੇ ਹੀ ਬਣਾਓ। ਮਾਰਕੀਟ ਦੇ ਵਿੱਚੋਂ ਜਦੋਂ ਤੁਸੀਂ ਕਈ ਤਰ੍ਹਾਂ ਦੇ ਕੱਪੜੇ ਲੈ ਕੇ ਆਉਂਦੇ ਤਾਂ ਤੁਹਾਨੂੰ ਦੁਕਾਨਦਾਰ ਵੀ ਕਹਿੰਦਾ ਹੈ ਕਿ ਇਸ ਕੱਪੜੇ ਨੂੰ ਪਹਿਲਾਂ ਤੁਸੀਂ ਪਾਣੀ ਵਿੱਚ ਡੁਬੋ ਕੇ ਰੱਖ ਲਿਓ ਜਾਂ ਇਹਨੂੰ ਧੋ ਲਿਓ, ਉਸ ਤੋਂ ਬਾਅਦ ਹੀ ਇਹਦੀ ਜਿਹੜੀ ਤੁਸੀਂ ਸਿਲਾਈ ਕਰਾਉਣਾ। ਕੱਪੜੇ ਸ਼ਰਿੰਕ ਕਰਨ ਦਾ ਇੱਕ ਹੋਰ ਵੀ ਫਾਇਦਾ ਹੈ, ਕਈ ਵਾਰੀ ਤੁਸੀਂ ਕੱਪੜਾ ਲੈ ਕੇ ਆਉਂਦੇ ਹੋ ਮਾਰਕੀਟ ਦੇ ਵਿੱਚ ਕੰਟਰਾਸਟ ਕਲਰ ਦੇ ਕੱਪੜੇ ਹੁੰਦੇ ਨੇ, ਤਾਂ ਜਦੋਂ ਤੁਸੀਂ ਕਈ ਵਾਰੀ ਕੱਪੜੇ ਕੰਟਰਾਸਟ ਦੇ ਉੱਪਰ ਇੱਕ ਦੂਜੇ ਦਾ ਡਿਜ਼ਾਈਨ ਪਾ ਲੈਂਦੇ ਹੋ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਉਸ ਚੀਜ਼ ਨੂੰ ਧੋ ਦਿੰਦੇ ਹੋ ਤਾਂ ਜਿਹੜਾ ਕੱਪੜੇ ਦਾ ਕਲਰ ਨਿਕਲ ਜਾਂਦਾ ਹੈ ਤਾਂ ਉਹ ਜਿਹੜਾ ਦੂਸਰੇ ਕੱਪੜੇ ਦੇ ਉੱਪਰ ਲੱਗ ਜਾਂਦਾ, ਜਿਸ ਦੇ ਨਾਲ ਕੀ ਹੁੰਦਾ ਤੁਹਾਡੀ ਜਿਹੜੀ ਕੱਪੜੇ ਦੇ ਉੱਪਰ ਡਿਜ਼ਾਈਨ ਪਾਇਆ ਸੀ ਉਹ ਤਾਂ ਤੁਹਾਡੀ ਮਿਹਨਤ ਜਾਣੀ ਹੀ ਜਾਣੀ ਹੈ, ਪਲੱਸ ਜਿਹੜੀ ਤੁਹਾਡਾ ਕੱਪੜਾ ਜਿਹੜਾ ਹੈਗਾ ਉਹ ਖਰਾਬ ਵੀ ਹੋ ਜਾਂਦਾ ਤੇ ਤੁਹਾਡੇ ਪਾਉਣ ਦੇ ਲਾਇਕ ਨਹੀਂ ਰਹਿੰਦਾ। ਇਸ ਕਰਕੇ ਕੱਪੜੇ ਨੂੰ ਸ਼ਰਿੰਕ ਕਰਨਾ ਬਹੁਤ ਜ਼ਰੂਰੀ ਹੈ। ਹੁਣ ਸ਼ਰਿੰਕ ਅਸੀਂ ਕੱਪੜੇ ਨੂੰ ਕਰਨਾ ਕਿਵੇਂ ਹੈ? ਸ਼ਰਿੰਕ ਕਰਨ ਦੇ ਢੰਗ, ਕੱਪੜਾ ਕਾਟਨ ਦਾ ਹੋਵੇ ਜਾਂ ਸੂਤੀ ਰੇਸ਼ਮੀ ਸੁੰਗੜਨ ਵਾਲਾ ਕੱਪੜਾ, ਜੇ ਆਪਾਂ ਨੂੰ ਪਤਾ ਵੀ ਇਹ ਸੁੰਗੜ ਜਾਣਾ ਤਾਂ ਇਸ ਨੂੰ ਸੁੰਗੜਾਉਣ ਦੇ ਲਈ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਘੱਟੋ ਘੱਟ ਸਾਨੂੰ ਉਹਨੂੰ 8 ਘੰਟੇ ਭਿੱਜਾ ਰਹਿਣ ਦਿਓ ਅਤੇ ਫਿਰ ਉਸਨੂੰ ਹਲਕਾ ਜਿਹਾ ਸੁਕਾ ਕੇ ਉਸ ਦੇ ਉੱਪਰ ਪ੍ਰੈਸ ਮਾਰ ਕੇ ਉਸਨੂੰ ਤੁਸੀਂ ਕਟਾਈ ਕਰ ਸਕਦੇ ਹੋ। ਉਹਨੂੰ ਇਹ ਨਹੀਂ ਹੈਗਾ ਤੁਸੀਂ ਕੱਪੜੇ ਨੂੰ ਸ਼ਰਿੰਕ ਕਰਨ ਤੋਂ ਬਾਅਦ ਧੋਣ ਤੋਂ ਬਾਅਦ ਤੁਸੀਂ ਉਸਨੂੰ ਬਹੁਤਾ ਧੁੱਪੇ ਨਹੀਂ ਪਾਉਣਾ, ਕਈ ਵਾਰੀ ਉਹਨਾਂ ਦੇ ਕੱਪੜਿਆਂ ਦੇ ਰੰਗ ਫੇਡ ਹੋ ਜਾਂਦੇ ਨੇ, ਇਸ ਕਰਕੇ ਉਹਨੂੰ ਛਾਵੇਂ ਹੀ ਸੁਕਾਉਣਾ। ਤੁਸੀਂ ਰੰਗਦਾਰ ਕੱਪੜਿਆਂ ਨੂੰ ਹਮੇਸ਼ਾ ਹੀ ਧੁੱਪ ਤੋਂ ਬਚਾ ਕੇ ਛਾਵੇਂ ਸੁਕਾਉਣੇ ਚਾਹੀਦੇ ਆ, ਕਿਉਂਕਿ ਧੁੱਪੇ ਪਾਉਣ ਤੇ ਇਹਨਾਂ ਦੇ ਰੰਗ ਜਿਹੜੇ ਹੈਗੇ ਫਿੱਕੇ ਪੈ ਜਾਂਦੇ ਆ। ਨਾਈਲੋਨ ਤੇ ਰਿਓਨ ਵਰਗੇ ਜਿਹੜੇ ਕੱਪੜੇ ਇਹ ਨਹੀਂ ਸ਼ਰਿੰਕ ਹੁੰਦੇ, ਇਹਨਾਂ ਨੂੰ ਸ਼ਰਿੰਕ ਕਰਨ ਦੀ ਲੋੜ ਨਹੀਂ ਹੁੰਦੀ। ਜੀਨ ਆਦਿ ਜਿਹੜੇ ਮੋਟੇ ਕੱਪੜੇ ਨੇ, ਡਾਇਨਮ ਆਦਿ ਜਦੋਂ ਤੁਸੀਂ ਕੱਪੜੇ ਦੀ ਕਟਿੰਗ ਕਰ ਰਹੇ ਹੋ ਜਾਂ ਜੀਨ ਆਦਿ ਜਦੋਂ ਬਣਾਈ ਜਾਂਦੀ ਹੈ ਤਾਂ ਇਹਨਾਂ ਨੂੰ ਹਮੇਸ਼ਾ ਹੀ ਸ਼ਰਿੰਕ ਕੀਤਾ ਜਾਂਦਾ ਸਾਬਣ ਵਾਲੇ ਪਾਣੀ ਵਿੱਚ ਭਿਉਂ ਕੇ। ਸਾਬਣ ਵਾਲੇ ਪਾਣੀ ਵਿੱਚ ਭਿਉਂ ਕੇ ਇੱਕ ਤਾਂ ਇਹ ਕੱਪੜਾ ਨਰਮ ਹੋ ਜਾਂਦਾ, ਪਲੱਸ ਜਿੰਨਾ ਵੀ ਕੱਪੜੇ ਨੇ ਸ਼ਰਿੰਕ ਹੋਣਾ ਉਹਦੀ ਜਿਹੜੀ ਚੜਾਈ ਜਾਂ ਲੰਬਾਈ ਦੇ ਵਿੱਚ ਉਸ ਕੱਪੜੇ ਨੇ ਘਟਣਾ ਹੈਗਾ ਉਹ ਕੀ ਹੈਗਾ ਘਟ ਜਾਂਦਾ, ਤਾਂ ਜਿਹਦੇ ਨਾਲ ਕੀ ਹੈਗਾ ਤੁਹਾਨੂੰ ਕੱਪੜਾ ਬਾਅਦ ਦੇ ਵਿੱਚ ਤੁਹਾਡਾ ਨੁਕਸਾਨ ਨਹੀਂ ਹੁੰਦਾ। ਗਰਮ ਕੱਪੜਿਆਂ ਨੂੰ ਭਿਉਂ ਕੇ ਸ਼ਰਿੰਕ ਨਹੀਂ ਕੀਤਾ ਜਾਂਦਾ। ਤੁਸੀਂ ਆਮ ਦੇਖਿਆ ਹੈ ਕਿ ਘਰਾਂ ਦੇ ਵਿੱਚ ਜਦੋਂ ਤੁਸੀਂ ਕਿਸੇ ਤਰੀਕੇ ਦਾ ਗਰਮ ਕੱਪੜਾ ਲੈ ਕੇ ਆਉਣਾ ਤਾਂ ਉਹਨੂੰ ਅਸੀਂ ਸ਼ਰਿੰਕ ਨਹੀਂ ਕਰਦੇ ਹਨਾ, ਤਾਂ ਉਹਨੂੰ ਸ਼ਰਿੰਕ ਕਰਨ ਦਾ ਇੱਕ ਤਰੀਕਾ ਹੈਗਾ। ਜੇ ਮੰਨ ਲਓ ਪਤਾ ਹੈ ਵੀ ਤੁਹਾਡਾ ਗਰਮ ਕੱਪੜਾ ਸ਼ਰਿੰਕ ਹੋਣਾ ਹੈ ਤਾਂ ਸਰਦੀਆਂ ਦੇ ਵਿੱਚ ਜਿਹੜੇ ਪੈਣ ਵਾਲੇ ਸੂਟ ਹੁੰਦੇ ਨੇ ਉਹਨਾਂ ਨੂੰ ਹਲਕਾ ਜਿਹਾ ਉਹਦੇ ਉੱਪਰ ਤੁਸੀਂ ਕਾਟਨ ਦਾ ਦੁਪੱਟਾ ਲੈ ਲਓ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਵਾਈਟ ਕੱਪੜਾ ਲੈ ਕੇ ਹਲਕਾ ਜਿਹਾ ਉਹਨੂੰ ਗਿੱਲਾ ਕਰਕੇ ਤੇ ਉਸ ਕੱਪੜੇ ਦੇ ਉੱਪਰ ਕੱਪੜੇ ਨੂੰ ਖੋਲ ਕੇ ਉਹਨੂੰ ਖੋਲ ਕੇ ਚੰਗੀ ਤਰ੍ਹਾਂ ਵਿਛਾ ਕੇ ਉਹਦੇ ਉੱਪਰ ਹਲਕੀ ਹਲਕੀ ਪ੍ਰੈਸ ਮਾਰੋ। ਜਿੰਨਾ ਕੱਪੜੇ ਨੇ ਸੁੰਗੜਨਾ ਤਾਂ ਉਹ ਆਪਣੇ ਆਪ ਹੀ ਸ਼ਰਿੰਕ ਹੋ ਜਾਂਦਾ, ਤਾਂ ਉਹਨੂੰ ਭਿਉਂ ਕੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਉਹਦੇ ਜਿਹੜੇ ਤੰਦ ਹੈਗੇ ਉਹਦੇ ਕੱਪੜੇ ਦੇ ਗਿੱਲੇ ਪਨ ਦੇ ਵਿੱਚੋਂ ਜਿਹੜਾ ਉਹਦਾ ਮਸਾਮ ਜਾਣਗੇ ਉਹਦੇ ਨਾਲ ਹੀ ਉਹਨੇ ਸ਼ਰਿੰਕ ਆਸਾਨੀ ਨਾਲ ਹੋ ਜਾਣਾ। ਉਸ ਤੋਂ ਬਾਅਦ ਕੀ ਹੈ, ਸਾਨੂੰ ਸ਼ਰਿੰਕ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ। ਜਦੋਂ ਤੁਸੀਂ ਕੱਪੜੇ ਨੂੰ ਸ਼ਰਿੰਕ ਕਰਨ ਲੱਗੇ ਹੋ ਤਾਂ ਤੁਹਾਨੂੰ ਕਈ ਗੱਲਾਂ ਜਿਹੜੀਆਂ ਹੈਗੀਆਂ ਆਪਣੇ ਮਾਈਂਡ ਦੇ ਵਿੱਚ ਲੈ ਕੇ ਚੱਲਣਾ ਚਾਹੀਦਾ। ਕੱਪੜੇ ਨੂੰ ਜਦੋਂ ਤੁਸੀਂ ਧੋਣ ਲੱਗੇ ਹੋ ਜਾਂ ਸ਼ਰਿੰਕ ਕਰਨ ਲੱਗੇ ਹੋ ਤਾਂ ਹਮੇਸ਼ਾ ਹੀ ਵੱਡੇ ਟੱਬ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਹੀਂ ਹੈਗਾ ਜਦੋਂ ਤੁਸੀਂ ਕੱਪੜੇ ਨੂੰ ਧੋਣ ਲੱਗੇ ਇੱਕ ਛੋਟੀ ਜਿਹੀ ਬਾਲਟੀ ਦੇ ਵਿੱਚ ਭਿਉਂਤਾ, ਨਹੀਂ, ਤੁਸੀਂ ਕੱਪੜੇ ਨੂੰ ਧੋਣ ਲੱਗੇ ਪੂਰੇ ਪ੍ਰੋਪਰ ਵੱਡੇ ਬਰਤਨ ਦੀ ਵਰਤੋਂ ਕਰਨੀ ਹੈ ਜਿਹਦੇ ਵਿੱਚ ਤੁਸੀਂ ਉਸ ਕੱਪੜੇ ਨੂੰ ਪੂਰੀ ਤਰ੍ਹਾਂ ਖੋਲ ਕੇ ਰੱਖ ਸਕੋ। ਤਾਂ ਕੱਪੜੇ ਨੂੰ ਹਮੇਸ਼ਾ ਸਾਫ਼ ਪਾਣੀ ਦੇ ਨਾਲ ਹੀ, ਪਾਣੀ ਨੂੰ ਜਦੋਂ ਤੁਸੀਂ ਵਰਤਣਾ ਤਾਂ ਹਮੇਸ਼ਾ ਸਾਫ਼ ਪਾਣੀ ਹੈਗਾ ਜਿਹੜਾ ਵਰਤਣਾ ਚਾਹੀਦਾ ਹੈਗਾ। ਸ਼ੋਰੇ ਵਾਲੇ ਪਾਣੀ ਦੀ ਵਰਤੋਂ ਕੱਪੜੇ ਨੂੰ ਭਿਉਣ ਦੇ ਲਈ ਕਦੀ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਪਿੱਛੇ ਪੜ੍ਹ ਕੇ ਹਟੇ ਆ ਕਈ ਇਸ ਤਰ੍ਹਾਂ ਦੇ ਕੱਪੜੇ ਹੁੰਦੇ ਨੇ ਜਿਹਦੇ ਉੱਪਰ ਖਾਰੇ ਦਾ ਜਿਹੜਾ ਹੈਗਾ ਅਸਰ
ਹੁੰਦਾ ਹੈ ਤਾਂ ਤੁਹਾਡਾ ਕੱਪੜਾ ਉੱਥੇ ਪਹਿਲਾਂ ਹੀ ਸੀਨ ਤੋਂ ਪਹਿਲਾਂ ਹੀ ਤੁਹਾਡਾ ਜਿਹੜਾ ਕੱਪੜਾ ਹੈਗਾ ਉਹਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਵਾਰੀ ਕੱਪੜਿਆਂ ਦੇ ਵਿੱਚ ਮੋਰੀਆਂ ਹੋ ਜਾਂਦੀਆਂ ਭਿਉਣ ਤੋਂ ਬਾਅਦ, ਤਾਂ ਇਹਨਾਂ ਗੱਲਾਂ ਦਾ ਸਾਨੂੰ ਦਿਮਾਗ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਰੰਗਦਾਰ ਕੱਪੜਿਆਂ ਨੂੰ ਸ਼ਰਿੰਕ ਕਰਨ ਤੋਂ ਪਹਿਲਾਂ ਉਹਦਾ ਥੋੜਾ ਜਿਹਾ ਟੁਕੜਾ ਭਿਉਂ ਕੇ ਰੱਖਣਾ ਚਾਹੀਦਾ ਹੈ। ਜਦੋਂ ਤੁਸੀਂ ਕਿਸੇ ਵੀ ਰੰਗਦਾਰ ਕੱਪੜੇ ਨੂੰ, ਜਿਵੇਂ ਫਰੋਜ਼ੀ ਕਲਰ ਹੈ, ਰੈੱਡ ਕਲਰ ਹੈ, ਬਲੈਕ ਕਲਰ ਦੇ ਕੱਪੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਵਾਰੀ ਰੰਗ ਨਿਕਲਦਾ, ਤਾਂ ਉਹਨਾਂ ਦੀ ਤੁਸੀਂ ਇੱਕ ਵਾਰੀ ਸਾਈਡ ਭਿਉਂ ਕੇ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਕਿ ਇਹਦੇ ਚੋਂ ਕਿੰਨਾ ਕੁ ਰੰਗ ਨਿਕਲਦਾ। ਜੇਕਰ ਤੁਹਾਡੇ ਕੱਪੜੇ ਦੇ ਵਿੱਚੋਂ ਰੰਗ ਨਿਕਲਿਆ ਹੋਵੇ ਤਾਂ ਅਸੀਂ ਨਮਕ ਆਦਿ ਪਾ ਕੇ ਉਸਦੇ ਰੰਗ ਨੂੰ ਪੱਕਾ ਕਰ ਸਕਦੇ ਹਾਂ। ਸ਼ਰਿੰਕ ਕਰਨ ਵੇਲੇ ਕੱਪੜੇ ਦੀ ਤਹਿ ਨੂੰ ਹੀ ਨਹੀਂ ਭਿਉਣ ਕੇ ਰੱਖਣਾ ਚਾਹੀਦਾ, ਕੱਪੜੇ ਨੂੰ ਪ੍ਰੋਪਰ ਖੋਲ ਕੇ ਉਸਨੂੰ ਸ਼ਰਿੰਕ ਕਰਨਾ ਚਾਹੀਦਾ ਤਾਂ ਜੋ ਆਸਾਨੀ ਨਾਲ ਅਤੇ ਸਾਰੀਆਂ ਸਾਈਡਾਂ ਤੋਂ ਇਕੁਅਲ ਜਿਹੜਾ ਕੱਪੜਾ ਹੈਗਾ ਸ਼ਰਿੰਕ ਹੋ ਸਕੇ। ਸ਼ਰਿੰਕ ਕਰਨ ਵੇਲੇ ਪਾਣੀ ਦੀ ਜਿਹੜੀ ਵਰਤੋਂ ਹੈਗੀ ਹੈ ਖੁੱਲੀ ਕਰਨੀ ਚਾਹੀਦੀ ਹੈ। ਤੁਸੀਂ ਇਹ ਨਹੀਂ ਹੈਗਾ ਕਿ ਪਾਣੀ ਦੇ ਵਿੱਚ ਜਿਹੜਾ ਕੱਪੜਾ ਡੁਬੋਣਾ ਹੈ ਤਾਂ ਇੰਨਾ ਕੁ ਡੁੱਬਿਆ ਹੋਣਾ ਚਾਹੀਦਾ ਕਿ ਆਸਾਨੀ ਨਾਲ ਜਿਹੜਾ ਸਾਰਾ ਕੱਪੜਾ ਡੁੱਬ ਜਾਵੇ। ਪਾਣੀ ਦੀ ਵਰਤੋਂ ਜਿਹੜੀ ਹੈਗੀ ਪੂਰੀ ਪ੍ਰੋਪਰ ਕਰਨੀ ਚਾਹੀਦੀ ਹੈ। ਇਹ ਨਹੀਂ ਹੋਵੇ ਕਿ ਬਾਲਟੀ ਦੇ ਵਿੱਚ ਤੁਸੀਂ ਹਲਕੇ 2 ਕੱਪ ਪਾਣੀ ਪਾ ਕੇ ਉਹਦੇ ਵਿੱਚ ਭਿਉਂਤਾ ਨਹੀਂ। ਭਿਉਣ ਲੱਗੇ ਪਾਣੀ ਦੀ ਜਿਹੜੀ ਵਰਤੋਂ ਹੈਗੀ ਹੈ ਵੱਧ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਤਾਂ ਜੋ ਉਹਦੀ ਪੂਰੀ ਤਹਿ ਜਿਹੜੀ ਤੁਸੀਂ ਪ੍ਰੋਪਰ ਉਹਨੂੰ ਖੋਲ ਕੇ ਭਿਉਂਤਾ ਉਹ ਚੰਗੀ ਤਰ੍ਹਾਂ ਉਹਦਾ ਸਾਰਾ ਕੱਪੜਾ ਜਿਹੜਾ ਹੈਗਾ ਆਸਾਨੀ ਨਾਲ ਗਿੱਲਾ ਹੋ ਕੇ ਸ਼ਰਿੰਕ ਹੋ ਜਾਵੇ। ਉਸ ਤੋਂ ਬਾਅਦ ਸਾਡੇ ਕੋਲੇ ਆ ਗਏ ਅਮਾਉਂਟ ਆਫ ਸ਼ਰਿੰਕੇਜ ਮੀਟਰ। ਤੁਸੀਂ ਆਮ ਦੇਖਿਆ ਹੈਗਾ ਕਿ ਕਿੰਨਾ ਕਿੰਨਾ ਕੱਪੜਾ ਸ਼ਰਿੰਕ ਹੋ ਜਾਂਦਾ, ਤਾਂ ਜਿਹਦੇ ਵਿੱਚ ਕੁਝ ਕੁ ਮੈਂ ਕੱਪੜਿਆਂ ਦੀਆਂ ਦੱਸਿਆ ਕਿ ਕੋਈ ਜਿਹੜਾ ਤੁਸੀਂ ਕੱਪੜੇ ਨੂੰ ਸ਼ਰਿੰਕ ਕਰਨ ਲੱਗੇ ਹੋ ਕਿੰਨੇ ਤੋਂ ਕਿੰਨੇ ਸੈਂਟੀਮੀਟਰ ਤੱਕ ਸ਼ਰਿੰਕ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲੇ ਆ ਗਿਆ ਪਾਪਲੀਨ, ਜੀਨ ਜਾਂ ਟਸਰ। ਇਹ 3 ਤੋਂ 5 ਸੈਂਟੀਮੀਟਰ ਲੰਬਾਈ ਦੇ ਵਿੱਚ ਸ਼ਰਿੰਕ ਹੋ ਜਾਂਦਾ ਹੈ। ਲਿਲਨ ਨੂੰ ਸ਼ਰਿੰਕ ਤੁਸੀਂ ਕਰੋਗੇ ਤਾਂ ਇਹ 5 ਤੋਂ 10 ਸੈਂਟੀਮੀਟਰ ਤੱਕ ਸ਼ਰਿੰਕ ਹੋ ਜਾਂਦੀ ਹੈ। ਆਮ ਤੁਸੀਂ ਦੇਖਿਆ ਕਿ ਲਿਲਨ ਦੇ ਕੱਪੜੇ ਜਦੋਂ ਤੁਸੀਂ ਸੀ ਕੇ ਉਸ ਤੋਂ ਬਾਅਦ ਧੋਨੇ ਹੋ ਤਾਂ ਉਹ ਸੁੰਗੜ ਕੇ ਬਿਲਕੁਲ ਛੋਟੇ ਜਿਹੇ ਹੀ ਰਹਿ ਜਾਂਦੇ ਨੇ, ਤਾਂ ਉਸ ਤੋਂ ਬਾਅਦ ਜੇ ਤੁਸੀਂ ਪਾਉਂਦੇ ਰਹਿੰਦੇ ਹੋ ਤਾਂ ਉਹਦੀ ਲੰਬਾਈ ਤਾਂ ਨਹੀਂ ਵੱਧਦੀ ਪਰ ਉਹ ਚੌੜਾਈ ਦੇ ਵਿੱਚ ਬਹੁਤ ਪ੍ਰੋਪਰ ਖੁੱਲ ਜਾਂਦਾ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਬਨੌਟੀ ਸਿਲਕ। ਬਨੌਟੀ ਸਿਲਕ ਕੀ ਹੈਗੀ ਹੈ 3 ਤੋਂ 10 ਸੈਂਟੀਮੀਟਰ ਤੱਕ ਜਿਹੜੀ ਹੈਗੀ ਹੈ ਸ਼ਰਿੰਕ ਹੋ ਜਾਂਦੀ ਹੈ। ਉਨ, ਫਲਾਲੈਨ, ਵੈਲ ਜਿਹੜੇ ਗਰਮ ਕੱਪੜੇ ਨੇ ਉਹ 2 ਤੋਂ 8 ਸੈਂਟੀਮੀਟਰ ਤੱਕ ਸ਼ਰਿੰਕ ਹੋ ਜਾਂਦੇ ਨੇ। ਤਾਂ ਗਰਮ ਕੱਪੜੇ ਜਿਹੜੇ ਹੈਗੇ 3 ਸੈਂਟੀਮੀਟਰ ਲੰਬਾਈ ਦੇ ਵਿੱਚ ਸ਼ਰਿੰਕ ਹੋ ਜਾਂਦੇ ਨੇ। ਵੱਖ-ਵੱਖ ਕੱਪੜਿਆਂ ਨੂੰ ਤੁਸੀਂ ਸ਼ਰਿੰਕ ਕਿਵੇਂ ਕਰਨਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲੇ ਆ ਗਿਆ ਲਿਲਨ। ਇਹ ਕੱਪੜਾ ਧੋਣ ਦੇ ਉੱਪਰ 1 ਮੀਟਰ ਦੇ ਹਿਸਾਬ ਨਾਲ 10 ਸੈਂਟੀਮੀਟਰ ਤੱਕ ਸ਼ਰਿੰਕ ਹੋ ਜਾਂਦਾ ਹੈ। ਲਿਲਨ ਨੂੰ ਜਦੋਂ ਤੁਸੀਂ ਸੀਨ ਤੋਂ ਪਹਿਲਾਂ ਸ਼ਰਿੰਕ ਕਰਨਾ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖੋ ਕਿ ਤੁਹਾਡਾ 1 ਮੀਟਰ ਦਾ ਕੱਪੜਾ ਹੈਗਾ ਤਾਂ ਉਹਦੇ ਪਿੱਛੇ ਤੁਹਾਡੇ 10 ਸੈਂਟੀਮੀਟਰ ਕੱਪੜਾ ਜਿਹੜਾ ਹੈਗਾ ਛੋਟਾ ਹੋ ਸਕਦਾ। ਇਸ ਲਈ ਉਸ ਨੂੰ ਪਾਣੀ ਦੇ ਵਿੱਚ ਘੱਟੋ ਘੱਟ ਤੁਸੀਂ 2 ਘੰਟੇ ਭਿਉਂ ਕੇ ਉਸ ਤੋਂ ਬਾਅਦ ਉਹਨੂੰ ਸੁਕਾਉਣਾ ਹੈ। ਉਸ ਤੋਂ ਬਾਅਦ ਪਤਲਾ ਜਿਹਾ ਲਾਈਨਿੰਗ ਵਾਲਾ ਕੱਪੜਾ, ਜੋ ਤੁਸੀਂ ਲਾਈਨਿੰਗ ਹਮੇਸ਼ਾ ਹੀ ਅਸੀਂ ਸ਼ਰਿੰਕ ਕਰਕੇ ਲਾਉਨੇ ਆ, ਇਸੇ ਕਰਕੇ ਲਾਉਨੇ ਆ ਤਾਂ ਜੋ ਸਾਡੀ ਜਿਹੜੀ ਮਿਹਨਤ ਹੈ ਸੀਨ ਦੇ ਉੱਪਰ ਜਾਇਆ ਨਾ ਜਾਵੇ, ਸਾਡਾ ਕੱਪੜਾ ਬਣਨ ਤੋਂ ਬਾਅਦ ਖਰਾਬ ਨਾ ਹੋਵੇ। ਇਸ ਕਰਕੇ ਸਾਨੂੰ ਹਮੇਸ਼ਾ ਹੀ ਲਾਉਣ ਨੂੰ ਭਿਉਣ ਲਈ ਘੱਟੋ ਘੱਟ 12 ਘੰਟੇ ਉਸਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ। ਬੇਸ਼ੱਕ ਤਾਂ ਉਹਨੂੰ ਰਾਤ ਨੂੰ ਭਿਉਣ ਤੋਂ ਪਹਿਲਾਂ 12 ਘੰਟੇ ਭਿਉਂ ਕੇ ਕੱਪੜੇ ਨੂੰ ਉਸ ਤੋਂ ਬਾਅਦ ਸ਼ਰਿੰਕ ਕਰਕੇ ਫਿਰ ਕੱਪੜੇ ਦੀ ਕਟਾਈ ਕਰਨੀ ਚਾਹੀਦੀ ਹੈ। ਤਾਂ ਪਾਣੀ ਦੇ ਵਿੱਚ ਜੇਕਰ ਮੰਨ ਲਓ ਕਈ ਵਾਰੀ ਲਾਈਨਿੰਗ ਦਾ ਰੰਗ ਵੀ ਨਿਕਲ ਜਾਂਦਾ, ਡਾਰਕ ਕਲਰ ਦੀ ਜਿਹੜੀ ਲਾਈਨਿੰਗ ਹੁੰਦੀ ਹੈ ਤਾਂ ਉਹ ਜਦੋਂ ਉਹਦਾ ਰੰਗ ਨਿਕਲਦਾ ਤਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ ਖਤਮ ਕਰ ਸਕਦੇ ਹਾਂ। ਉਹਦੇ ਵਿੱਚ ਤੁਸੀਂ ਹਲਕਾ ਜਿਹਾ ਸਿਰਕਾ ਪਾ ਦਿਓ ਜਾਂ ਉਹਦੇ ਵਿੱਚ ਕੀ ਹੈ ਤੁਸੀਂ ਥੋੜਾ ਜਿਹਾ ਨਮਕ ਪਾ ਦਿਓ, ਤਾਂ ਉਹਦੇ ਨਾਲ ਜਿਹੜਾ ਉਹਦਾ ਰੰਗ ਹੈਗਾ ਉਹ ਪੱਕਾ ਹੋ ਜਾਂਦਾ। ਇੱਕ ਵਾਰੀ ਜਿਹੜਾ ਰੰਗ ਨਿਕਲਣਾ ਉਹਨੇ ਨਿਕਲ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤੁਹਾਡੀ ਲਾਉਣ ਦਾ ਜਿਹੜਾ ਰੰਗ ਹੈਗਾ ਨਹੀਂ ਨਿਕਲੇਗਾ। ਉਸ ਤੋਂ ਬਾਅਦ ਤੁਹਾਡੇ ਕੋਲੇ ਆ ਗਏ ਮੋਟੇ ਸੂਤੀ ਕੱਪੜੇ। ਜੀਨ ਦਾ ਕੱਪੜਾ, ਡਾਇਨੇਮ ਆਦਿ ਨੂੰ ਸਾਬਣ ਦੇ ਘੋਲ ਵਿੱਚ 24 ਘੰਟੇ ਭਿਉਣ ਤੋਂ ਬਾਅਦ ਆਸਾਨੀ ਨਾਲ ਜਿਹੜਾ ਹੈਗਾ ਕੱਪੜਾ ਸ਼ਰਿੰਕ ਹੋ ਜਾਂਦਾ ਤੇ ਬਹੁਤ ਹੀ ਨਰਮ ਹੋ ਜਾਂਦਾ, ਮੁਲਾਇਮ ਹੋ ਜਾਂਦਾ। ਤੇ ਇਸ ਤੋਂ ਬਾਅਦ ਜਿਹੜਾ ਕੱਪੜਾ ਕੀ ਤੁਹਾਡਾ ਸੀਨ ਤੋਂ ਬਾਅਦ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਿਓਰ ਸਿਲਕ ਅਤੇ ਪਿਓਰ ਕਰੇਬ ਨੂੰ ਸ਼ਰਿੰਕ ਕਰਨ ਦੀ ਲੋੜ ਨਹੀਂ ਪੈਂਦੀ। ਪਿਓਰ ਸਿਲਕ ਹੈਗੀ ਹੈ ਤਾਂ ਉਹ ਕਿਸੇ ਵੀ ਤਰੀਕੇ ਨਾਲ ਸ਼ਰਿੰਕ ਨਹੀਂ ਹੁੰਦੀ, ਪਰ ਜਿਹੜੀ ਸਾਟਨ ਜਾਂ ਜਾਰਜਟ ਵਰਗੀ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਲਕੀਆਂ ਹਲਕੀਆਂ ਸ਼ਰਿੰਕ ਹੋ ਜਾਂਦੀਆਂ। ਇਹਨਾਂ ਨੂੰ ਅਸੀਂ ਪਾਣੀ ਦੇ ਵਿੱਚ ਰੀਠਾ ਪਾਊਡਰ ਜਾਂ ਹਲਕਾ ਜਿਹਾ ਤੁਸੀਂ ਸੋਡਾ ਪਾ ਕੇ ਹੈਗਾ ਕਿ ਇਸ ਨੂੰ ਤੁਸੀਂ ਜਿਹੜੇ ਹੈਗੇ ਆ ਸ਼ਰਿੰਕ ਕਰਨਾ, ਜਿਹਦੇ ਨਾਲ ਕਿ ਤੁਹਾਡੇ ਜਿਹੜੇ ਕੱਪੜੇ ਦੇ ਰੰਗ ਹੈਗੇ ਆ ਉਹ ਫਿੱਕੇ ਨਹੀਂ ਪੈਂਦੇ, ਇਹਦੇ ਨਾਲ ਇਹਦੇ ਚ ਕੱਪੜੇ 'ਚ ਚਮਕ ਆ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਵੱਖਰੇ ਵੱਖਰੇ ਕੱਪੜਿਆਂ ਨੂੰ ਸ਼ਰਿੰਕ ਕਰ ਲੈਣਾ। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਕਟਾਈ ਦੇ ਨਿਯਮ। ਕਟਾਈ ਕਰਨ ਵੇਲੇ ਤੁਸੀਂ ਆਪਣੇ ਮਾਈਂਡ 'ਚ ਕਿਹੜੀਆਂ ਗੱਲਾਂ ਨੂੰ ਲੈ ਕੇ ਚੱਲਣਾ। ਜਦੋਂ ਵੀ ਤੁਸੀਂ ਕੱਪੜੇ ਦੀ ਕਟਾਈ ਕਰਨ ਲੱਗੇ ਹੋ ਤਾਂ ਸਭ ਤੋਂ ਪਹਿਲਾਂ ਕੱਪੜੇ ਦਾ ਡਰਾਫਟ ਅਤੇ ਉਹਦਾ ਪੈਟਰਨ ਤਿਆਰ ਜ਼ਰੂਰ ਕਰ ਲੈਣਾ ਚਾਹੀਦਾ। ਸਿੱਧੀਆਂ ਤੇ ਉਲਟੀਆਂ ਸਾਈਡਾਂ। ਕੱਪੜੇ ਨੂੰ ਕੱਟਣ ਵੇਲੇ ਤੁਸੀਂ ਕੱਪੜੇ ਦੀ ਲੰਬਾਈ, ਚੌੜਾਈ ਅਤੇ ਕੱਪੜੇ ਦੀ ਸਿੱਧੀ ਅਤੇ ਉਲਟੀ ਸਾਈਡ, ਉਹਦਾ ਪੁੱਠਾ ਤੇ ਸਿੱਧਾ ਪਾਸਾ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਤਾਂ ਜੋ ਕੱਪੜਾ ਤੁਹਾਡਾ ਗਲਤ ਨਾ ਕਟਾਈ ਹੋ ਜਾਵੇ। ਡਿਜ਼ਾਈਨ ਦਾ ਧਿਆਨ। ਕਈ ਵਾਰੀ ਕੱਪੜੇ ਦੀ ਜਿਹੜੀ ਡਿਜ਼ਾਈਨਿੰਗ ਇਸ ਤਰੀਕੇ ਦੀ ਹੁੰਦੀ ਹੈ, ਕਈ ਵਾਰੀ
ਤੁਹਾਡੇ ਪੂਰੇ ਕੱਪੜੇ ਦੇ ਉੱਪਰ ਇੱਕ ਕਾਫੀ ਵੱਡਾ ਫਲਾਵਰ ਹੈ ਜਾਂ ਕਿਸੇ ਤਰ੍ਹਾਂ ਦੀਆਂ ਕੋਈ ਵੇਲਾਂ ਜਾ ਰਹੀਆਂ ਤਾਂ ਉਹਦਾ ਡਿਜ਼ਾਈਨ ਨੂੰ ਤੁਸੀਂ ਆਪਣੇ ਮਾਈਂਡ 'ਚ ਲੈ ਕੇ ਜਾਣਾ ਹੈ ਕਿ ਕੱਪੜੇ ਦੀ ਫਰੰਟ ਤੇ ਬੈਕ ਜੋ ਤੁਸੀਂ ਸ਼ਰਟ ਦੀ ਕਟਿੰਗ ਕਰ ਰਹੇ ਹੋ ਤਾਂ ਉਹਦਾ ਡਿਜ਼ਾਈਨ ਤੁਹਾਡਾ ਇੱਕ ਰੁੱਖ ਜਾਵੇ। ਇਹ ਨਾ ਹੋਵੇ ਕਿ ਫਰੰਟ ਦੇ ਜਿਹੜੇ ਫਲਾਵਰ ਨੇ ਸਾਰੇ ਉਹ ਤੁਹਾਡੇ ਉੱਪਰ ਵੱਲ ਜਾ ਰਹੇ ਨੇ ਤੇ ਬੈਕ ਜਿਹੜੀ ਤੁਹਾਡੀ ਸ਼ਰਟ ਦੀ ਹੈਗੀ ਆ ਉਹਦੇ ਸਾਰੇ ਫਲਾਵਰ ਨੀਚੇ ਹੋਣ। ਤਾਂ ਇਹ ਮਾਈਂਡ ਦੇ ਵਿੱਚ ਲੈ ਕੇ ਹੀ ਤੁਸੀਂ ਕੱਪੜੇ ਦੀ ਜਿਹੜੀ ਕਟਾਈ ਕਰਨੀ ਹੈਗੀ ਆ। ਉਸ ਤੋਂ ਬਾਅਦ ਲੰਬਾਈ ਰੁੱਖ ਕਟਾਈ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੀ ਹੈ ਕਿ ਕੱਪੜੇ ਨੂੰ ਹਮੇਸ਼ਾ ਲੰਬਾਈ ਰੁੱਖ ਹੀ ਕੱਟਿਆ ਜਾਣਾ ਚਾਹੀਦਾ ਹੈ। ਕੱਪੜੇ ਦੀ ਆਡੇ ਜਿਹੜੀ ਕਟਾਈ ਹੈ ਨਹੀਂ ਕਰਨੀ ਚਾਹੀਦੀ। ਪਾਉਣ ਵਾਲੇ ਦੀ ਰੁਚੀ ਅਨੁਸਾਰ ਜਿਹੜਾ ਵੀ ਤੁਸੀਂ ਕੱਪੜਾ ਬਣਾ ਰਹੇ ਹੋ ਉਹ ਕੱਪੜਾ ਦੇ ਜਿਸ ਇਨਸਾਨ ਨੇ ਉਸ ਕੱਪੜੇ ਨੂੰ ਪਾਉਣਾ ਹੈਗਾ, ਜੇ ਉਹ ਬੱਚਾ ਹੈ ਤਾਂ ਬੱਚੇ ਦੇ ਅਨੁਸਾਰ, ਜੇਕਰ ਉਹ ਵੱਡਾ ਹੈਗਾ ਤਾਂ ਵੱਡੇ ਦੇ ਅਨੁਸਾਰ, ਕੱਪੜੇ ਦੇ ਪਾਉਣ ਵਾਲੇ ਦੇ ਅਨੁਸਾਰ ਕੱਪੜੇ ਦੇ ਉੱਪਰ ਡਿਜ਼ਾਈਨ ਦੀ ਸੈਟਿੰਗ ਕੱਪੜੇ ਨੂੰ ਦੀ ਕਟਾਈ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ। ਪਾਉਣ ਵਾਲੇ ਦੇ ਅਨੁਸਾਰ ਜਿਹੜਾ ਹੈਗਾ ਕੱਪੜੇ ਨੂੰ ਬਣਾਉਣਾ ਚਾਹੀਦਾ ਹੈ। ਧਾਰੀਦਾਰ ਕੱਪੜਿਆਂ ਦਾ ਗਿਆਨ, ਧਾਰੀਦਾਰ ਕੱਪੜਿਆਂ ਦਾ ਧਿਆਨ ਜਿਹੜਾ ਇਸ ਕਰਕੇ ਰੱਖਣਾ ਚਾਹੀਦਾ, ਕਈ ਵਾਰੀ ਲੰਬਾਈ ਦੇ ਰੁੱਖ ਦੇ ਵਿੱਚ ਮੰਨ ਲਓ ਕੱਪੜਾ ਪਾਉਣ ਵਾਲਾ, ਇਹ ਆਪਾਂ ਪਿਛਲੇ ਚੈਪਟਰ ਦੇ ਵਿੱਚ ਵੀ ਪੜਿਆ ਸੀ ਕਿ ਕੱਪੜਾ ਜਿਹੜੀਆਂ ਲੰਬਾਈ ਦੇ ਵਿੱਚ ਲਾਈਨਾਂ ਹੁੰਦੀਆਂ ਜਾਂ ਰੇਬ ਲਾਈਨਾਂ ਹੁੰਦੀਆਂ ਜਾਂ ਆਡੀਆਂ ਲਾਈਨਾਂ ਤਾਂ ਵੱਖਰੇ ਵੱਖਰੇ ਇਨਸਾਨਾਂ ਦੇ ਉੱਪਰ, ਹਿਊਮਨ ਬਾਡੀ ਦੇ ਉੱਪਰ ਅਲੱਗ-ਅਲੱਗ ਤਰੀਕੇ ਨਾਲ ਉਹ ਜੱਚਦੀਆਂ। ਤਾਂ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ, ਜੇਕਰ ਕਈ ਲੇਡੀਜ਼ ਜ਼ਿਆਦਾ ਮੋਟੀਆਂ ਹੋਣ ਜਾਂ ਥੋੜੀਆਂ ਉਹਨਾਂ ਦੀ ਹਾਈਟ ਛੋਟੀ ਹੋਵੇ ਤਾਂ ਜੇਕਰ ਉਹ ਲੰਬੀਆਂ ਲਾਈਨਾਂ ਦੇ ਵਿੱਚ ਕੱਪੜਾ ਪਾਉਂਦੀਆਂ ਤਾਂ ਉਹ ਬਹੁਤ ਹੀ ਸੁੰਦਰ ਲੱਗਦੀਆਂ ਤੇ ਪਲੱਸ ਉਹਨਾਂ ਦੀ ਜਿਹੜੀ ਹਾਈਟ ਹੈ ਉਹ ਥੋੜੀ ਵੱਡੀ ਦਿਖਾਈ ਦੇਣ ਲੱਗ ਜਾਂਦੀ ਹੈ। ਤੇ ਇਸੇ ਤਰੀਕੇ ਨਾਲ ਜਿਹੜੇ ਫਲਾਵਰ ਹੈਗੇ ਆ, ਜੇਕਰ ਵੱਡੇ ਫਲਾਵਰ ਦੇ ਕੱਪੜੇ ਹੈਗੇ ਆ, ਉਹ ਲੇਡੀਜ਼ ਜਿਨ੍ਹਾਂ ਦੀ ਹਾਈਟ ਛੋਟੀ ਹੈ ਉਹ ਵੱਡੇ ਫਲਾਵਰ ਪਾਉਣਗੇ ਤਾਂ ਉਹਨਾਂ ਤੇ ਉਹ ਭੱਦੇ ਲੱਗਦੇ ਨੇ। ਜੇਕਰ ਉਹ ਛੋਟੇ ਛੋਟੇ ਪ੍ਰਿੰਟ ਪਾਉਣਗੇ ਤਾਂ ਉਹ ਉਨੇ ਹੀ ਉਹਨਾਂ ਦੇ ਉੱਪਰ ਜੱਚਦੇ ਨੇ। ਤਾਂ ਉਸੇ ਤਰ੍ਹਾਂ ਨਿਰੰਤਰਤਾ ਦਾ ਧਿਆਨ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਕੋਈ ਵੀ ਡਿਜ਼ਾਈਨ ਕਿਸੇ ਵੀ ਕੱਪੜੇ ਦੇ ਉੱਪਰ ਇਸ ਤਰੀਕੇ ਨਾਲ ਪ੍ਰਿੰਟ ਹੈਗਾ ਜਾਂ ਕਢਾਈ ਕੀਤੀ ਹੈ ਤਾਂ ਉਹਦੀ ਨਿਰੰਤਰਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੱਪੜੇ ਦੀ ਕਟਾਈ ਕਰਨੀ ਚਾਹੀਦੀ ਹੈ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿਸੇ ਤਰੀਕੇ ਦੀ ਕਿਸੇ ਸੂਟ ਦੇ ਉੱਪਰ ਵੇਲਾਂ ਜਾ ਰਹੀਆਂ ਤਾਂ ਪੌਂਚੇ ਦੀਆਂ ਵੇਲਾਂ ਦੋਨੇ ਸਾਈਡ ਦੀਆਂ ਇੱਕੋ ਸਾਈਡ ਹੋਣੀਆਂ ਚਾਹੀਦੀਆਂ। ਪਲੱਸ ਜਦੋਂ ਤੁਸੀਂ ਕੁੰਦਿਆਂ ਦੀ ਕਟਾਈ ਕਰ ਰਹੇ ਹੋ ਤਾਂ ਉਹਦੀਆਂ ਵੇਲਾਂ ਨੂੰ ਵੀ ਇਸ ਤਰੀਕੇ ਨਾਲ ਰੱਖਣਾ ਚਾਹੀਦਾ ਕਿ ਜਿਹੜੀਆਂ ਬੈਕ ਤੋਂ ਤੁਹਾਡੇ ਸਲਵਾਰ ਨਜ਼ਰ ਆਉਣੀ ਹੈ ਤਾਂ ਉਹਦੀਆਂ ਜਿਹੜੀਆਂ ਵੇਲਾਂ ਹੈਗੀਆਂ ਉਹ ਉੱਪਰਲੀ ਦਿਸ਼ਾ ਦੇ ਵਿੱਚ ਉਹਦੀਆਂ ਪੱਤੀਆਂ ਜਾਂ ਫੁੱਲ ਦਿਖਾਈ ਦੇਣ। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਗਰਮ ਤੇ ਬੁਰਦਾਰ ਕੱਪੜੇ। ਜਦੋਂ ਤੁਸੀਂ ਗਰਮ ਜਾਂ ਬੁਰਦਾਰ ਕੱਪੜੇ ਦੀ ਕਟਾਈ ਕਰ ਰਹੇ ਹੋ ਤਾਂ ਉਹਦੇ ਬੁਰ ਨੂੰ ਧਿਆਨ ਦੇ ਵਿੱਚ ਰੱਖ ਕੇ ਕੱਪੜੇ ਦੀ ਕਟਾਈ ਕਰਨੀ ਹੈ। ਜਿਹੜਾ ਉਹਦਾ ਬੁਰ ਹੈਗਾ ਨੀਚੇ ਵੱਲ ਨੂੰ, ਹੇਠਾਂ ਵੱਲ ਨੂੰ ਜਾਵੇ ਕੱਪੜੇ ਦੇ ਉੱਪਰ। ਜਦੋਂ ਤੁਸੀਂ ਹੱਥ ਫੇਰਦੇ ਹੋ ਤਾਂ ਇਹ ਨਾ ਹੋਵੇ ਕਿ ਤੁਸੀਂ ਜਿਹੜੀ ਕਟਾਈ ਗਲਤ ਕੀਤੀ ਹੈ ਤਾਂ ਤੁਹਾਡਾ ਫਰ ਜਿਹੜਾ ਹੈਗਾ ਉੱਪਰ ਖੜਿਆ ਰਵੇ, ਜਿਸ ਦੇ ਨਾਲ ਕੀ ਹੈਗਾ ਕੱਪੜੇ ਦੀ ਕੰਪਲੈਕਸ਼ਨ, ਉਹਦੇ ਕਲਰ ਦੇ ਵਿੱਚ ਇਫੈਕਟ ਪੈ ਜਾਂਦਾ। ਇੱਕ ਸਾਈਡ ਤੋਂ ਲਾਈਟ ਦਿਖਣ ਲੱਗ ਜਾਂਦਾ, ਦੂਸਰੇ ਸਾਈਡ ਤੋਂ ਉਹਦੀ ਡਾਰਕਨੈਸ ਜਿਹੜੀ ਦਿਖਾਈ ਦਿੰਦੀ ਆ। ਉਰੇਬ ਕੱਪੜਾ ਕੱਟਣਾ, ਜਦੋਂ ਤੁਸੀਂ ਉਰੇਬ ਕੱਪੜਾ ਕੱਟ ਰਹੇ ਹੋ ਤਾਂ 45 ਡਿਗਰੀ ਦਾ ਕੋਣ ਬਣਾ ਕੇ ਹੀ ਉਰੇਬ ਕਰਕੇ ਕੱਪੜੇ ਦੀ ਕਟਾਈ ਜਿਹੜੀ ਹੈਗੀ ਹੈ ਕਰਨੀ ਚਾਹੀਦੀ ਹੈ। ਦਾਗ ਜਾਂ ਟੁੱਕ ਆਦਿ ਦਾ ਜਿਹੜਾ ਧਿਆਨ, ਕਈ ਵਾਰੀ ਕੱਪੜੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਟੋਕ ਜਾਂ ਦਾਗ ਲੱਗਿਆ ਹੁੰਦਾ ਤਾਂ ਉਸ ਨੂੰ ਕੱਟਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਲੇ ਪੈਟਰਨ ਤਿਆਰ ਹੋਣਗੇ ਤਾਂ ਉਹਨੂੰ ਬੜੇ ਹੀ ਆਸਾਨੀ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਬਾਹਰ ਕੱਢ ਸਕਦੇ ਹੋ, ਜਿਹਦੇ ਨਾਲ ਕੀ ਹੈਗਾ ਤੁਹਾਡਾ ਕੱਪੜੇ ਦੀ ਜਿਹੜੀ ਵੇਸਟੇਜ ਹੈਗੀ ਹੈ ਉਹ ਨਹੀਂ ਹੁੰਦੀ। ਤਾਂ ਇਸ ਕਰਕੇ ਹਮੇਸ਼ਾ ਹੀ ਜਦੋਂ ਤੁਸੀਂ ਕੱਪੜੇ ਦੀ ਕਟਾਈ ਕਰਨ ਲੱਗੇ ਹੋ ਤਾਂ ਡਰਾਫਟਿੰਗ ਅਤੇ ਪੈਟਰਨ ਜ਼ਰੂਰ ਤਿਆਰ ਕਰਕੇ ਉਸਨੂੰ ਬਣਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਬੱਚਿਆਂ ਦੇ ਕੱਪੜੇ ਬਣਾਉਂਦੇ ਸਮੇਂ, ਹੁਣ ਆਪਾਂ ਜਦੋਂ ਕਿਸੇ ਵੀ ਬੱਚੇ ਦਾ ਕੱਪੜਾ ਤਿਆਰ ਕਰਦੇ ਆ ਤਾਂ ਸਾਨੂੰ ਮਾਈਂਡ ਦੇ ਵਿੱਚ ਕਈ ਗੱਲਾਂ ਹੁੰਦੀਆਂ ਕਿ ਬੱਚੇ ਜਿਹੜੇ ਹੈਗੇ ਬਹੁਤ ਹੀ ਤੇਜ਼ੀ ਨਾਲ ਉਹਨਾਂ ਦੀ ਜਿਹੜੀ ਗਤੀ ਹੈਗੀ ਆ ਵੱਧਦੇ ਹੈਗੇ, ਤਾਂ ਇਸ ਕਰਕੇ ਸਾਨੂੰ ਉਹਨਾਂ ਦੀਆਂ ਦੇ ਕੱਪੜੇ ਬਣਾਉਣ ਲਈ ਹਮੇਸ਼ਾ ਕੁਝ ਕੁ ਗੱਲਾਂ ਜਿਹੜੀਆਂ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ। ਆਰਾਮਦਾਇਕ, ਸਭ ਤੋਂ ਪਹਿਲਾਂ ਕੱਪੜੇ ਦੀ ਚੋਣ ਕਰਨ ਲਈ ਕੱਪੜਾ ਅਜਿਹਾ ਲਓ ਕਿ ਜਿਹੜਾ ਕਿ ਪਾ ਕੇ ਬੱਚਿਆਂ ਨੂੰ ਬਹੁਤ ਆਰਾਮ ਮਿਲੇ। ਕੱਪੜੇ ਦੇ ਵਿੱਚ ਉਹਨਾਂ ਕੁ ਲੂਜ਼ ਰੱਖੋ ਤਾਂ ਜੋ ਬੱਚੇ ਆਸਾਨੀ ਨਾਲ ਉਹਦੇ ਵਿੱਚ ਮੂਵਮੈਂਟ ਕਰ ਸਕਣ। ਉਸ ਤੋਂ ਬਾਅਦ ਨਾਪ ਦੇ ਅਨੁਸਾਰ, ਕੱਪੜਾ ਜਿਹੜਾ ਹੈਗਾ ਬੱਚੇ ਦੇ ਨਾਪ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ ਕੱਪੜੇ ਦੇ, ਜੇਕਰ ਬੱਚਾ ਵੱਡਾ ਕੱਪੜਾ ਪਾਇਆ ਹੋਊਗਾ ਤਾਂ ਉਹ ਇਸ ਤਰੀਕੇ ਨਾਲ ਲੱਗੂਗਾ ਕਿ ਉਸਨੇ ਕੱਪੜਾ ਜਿਹੜਾ ਹੈਗਾ ਮੰਗ ਕੇ ਪਾਇਆ। ਉਸ ਤੋਂ ਬਾਅਦ ਕੱਪੜਾ ਸ਼ਰਿੰਕ ਕਰਕੇ, ਬੱਚਿਆਂ ਦੇ ਕੱਪੜੇ ਹਮੇਸ਼ਾ ਹੀ ਸ਼ਰਿੰਕ ਕਰਕੇ ਬਣਾਓ। ਇਹ ਨਾ ਹੋਵੇ ਤੁਸੀਂ ਕੱਪੜੇ ਨੂੰ ਸ਼ਰਿੰਕ ਨਾ ਕੀਤਾ ਹੋਵੇ ਤੇ ਪਾਉਣ ਤੋਂ ਪਹਿਲਾਂ ਜਦੋਂ ਸੀਤੇ ਹੋਏ ਕੱਪੜੇ ਨੂੰ ਪਾਓ ਤਾਂ ਜਿਹੜਾ ਕੱਪੜਾ ਹੈਗਾ ਬੱਚੇ ਦੇ ਨਾਪ ਨਾ ਆਵੇ। ਸਿਲਾਈ ਹੱਕ, ਬੱਚਿਆਂ ਦੇ ਕੱਪੜਿਆਂ ਦੇ ਵਿੱਚ ਜਿਹੜਾ ਸਿਲਾਈ ਹੱਕ ਹੈ ਹਮੇਸ਼ਾ ਹੀ ਜ਼ਿਆਦਾ ਰੱਖਣਾ ਚਾਹੀਦਾ ਹੈਗਾ ਤਾਂ ਜੋ ਜਿਹੜਾ ਕੱਪੜਾ ਸਾਲ ਬੱਚੇ ਦੇ ਆਸਾਨੀ ਨਾਲ ਚੱਲ ਸਕੇ। ਕੱਪੜੇ ਦੀ ਫੋਲਡਿੰਗ, ਜਿਵੇਂ ਤੁਸੀਂ ਕਿਸੇ ਤਰੀਕੇ ਦਾ ਪਜਾਮਾ ਬਣਾ ਰਹੇ ਹੋ ਤਾਂ ਪਜਾਮੇ ਦੇ ਪੈਰਾਂ ਦੇ ਵਿੱਚ, ਪਹੁੰਚੇ ਦੇ ਵਿੱਚ ਉਹਦੀ ਫੋਲਡਿੰਗ ਨੂੰ ਤੁਸੀਂ ਵਧਾ ਸਕਦੇ ਹੋ। ਆਸਨ ਉੱਪਰ ਨੇਫੇ ਦੇ ਵਿੱਚ ਉਹਦੀ ਫੋਲਡਿੰਗ ਨੂੰ ਅਸੀਂ ਦੇ ਸਕਦੇ ਹਾਂ। ਕੱਪੜੇ ਦੀ ਚੋਣ, ਬੱਚੇ ਦੇ ਉੱਪਰ ਕੱਪੜੇ ਦੀ ਚੋਣ ਹੈਗੀ ਜਿਹੜੀ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ। ਬੱਚਿਆਂ ਦੇ ਉੱਪਰ ਨਰਸਰੀ ਪ੍ਰਿੰਟ ਜਾਂ ਛੋਟੇ ਛੋਟੇ ਫਲਾਵਰ ਜਾਂ ਪਲੇਨ ਕਲਰ, ਜਿਵੇਂ ਮੁੰਡਿਆਂ ਦੇ ਲਈ ਅਲੱਗ ਕਲਰ ਤੇ ਕੁੜੀਆਂ ਦੇ ਲਈ ਅਲੱਗ ਕਲਰ ਦੇ ਜਿਵੇਂ ਅਸੀਂ ਕੱਪੜੇ ਦੀ ਚੋਣ ਕਰਦੇ ਹਾਂ ਤਾਂ ਇਹਨਾਂ ਗੱਲਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਕੱਪੜਿਆਂ ਨੂੰ ਬਣਾਉਣਾ ਚਾਹੀਦਾ। ਡਰਾਫਟ ਤੇ ਡਿਜ਼ਾਈਨ ਸੈੱਟ ਕਰਨਾ,
ਕੋਈ ਵੀ ਕੱਪੜਾ ਜਿਹੜਾ ਤੁਸੀਂ ਬੱਚੇ ਦਾ ਤਿਆਰ ਕਰ ਰਹੇ ਹੋ ਤਾਂ ਉੱਥੇ ਉਹਦੀ ਜਿਹੜੀ ਡਿਜ਼ਾਈਨਿੰਗ ਕਰਨੀ ਹੈ ਤੁਸੀਂ ਤਾਂ ਉਹਨੂੰ ਪਹਿਲਾਂ ਹੀ ਡਰਾਫਟ ਦੇ ਵਿੱਚ ਉਹਦੇ ਡਿਜ਼ਾਈਨ ਨੂੰ ਸੈੱਟ ਕਰ ਲੈਣਾ ਜ਼ਰੂਰੀ ਹੋ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੀ ਹੈ ਨਾਪ ਲੈਣ ਦੀ ਕਲਾ। ਪੁਰਾਤਨ ਸਮਿਆਂ ਦੇ ਵਿੱਚ ਜਿਵੇਂ ਜਿਵੇਂ ਅਸੀਂ ਨਾਪ ਲੈਣ ਦਾ, ਹਰੇਕ ਇਨਸਾਨ ਜਿਹੜਾ ਹੈਗਾ ਤਾਂ ਫਿਟਿੰਗ ਦੇ ਕੱਪੜੇ ਪਾਉਣਾ ਚਾਹੁੰਦਾ ਹੈ। ਪੁਰਾਣੇ ਟਾਈਮ ਦੇ ਵਿੱਚ ਜਿਹੜੇ ਲੂਜ਼ ਕੱਪੜੇ ਪਾ ਲੈਂਦੇ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਅਟਰੈਕਟਿਵ ਦਿਖਾਉਣਾ ਚਾਹੁੰਦਾ ਤਾਂ ਹਰੇਕ ਹੀ ਪੂਰੀ ਫਿਟਿੰਗ ਦੇ ਕੱਪੜੇ ਪਾਉਂਦਾ। ਤਾਂ ਇਸ ਕਰਕੇ ਸਾਨੂੰ ਨਾਪ ਲੈਣ ਦੇ ਜਿਹੜੇ ਗਿਆਨ ਹੈ ਬਹੁਤ ਹੀ ਜ਼ਿਆਦਾ ਹੋਣਾ ਚਾਹੀਦਾ ਹੈ। ਕਿ ਇਹਦੇ ਵਿੱਚ ਇੱਕ ਆਮ ਕਹਾਵਤ ਹੈ ਕਿ ਕੱਪੜਾ ਚਾਹੇ ਜਿੰਨਾ ਮਰਜ਼ੀ ਸਸਤਾ ਹੋਵੇ, ਪਰ ਜੇਕਰ ਸਿਉਣ ਵਾਲੇ ਨੇ ਸੋਹਣਾ ਸੀਤਾ ਹੋਵੇ ਤਾਂ ਕੱਪੜੇ ਦੇ ਵਿੱਚ ਜਾਨ ਪੈ ਜਾਂਦੀ ਹੈ। ਤਾਂ ਮੁੱਖ ਰੂਪ ਦੇ ਵਿੱਚ ਦੋ ਪ੍ਰਣਾਲੀਆਂ ਜਿਹੜੀਆਂ ਪ੍ਰਚਲਿਤ ਹੈ, ਪ੍ਰਤੱਖ ਪ੍ਰਣਾਲੀ ਤੇ ਅਨੁਮਾਨਿਤ ਪ੍ਰਣਾਲੀ। ਪ੍ਰਤੱਖ ਪ੍ਰਣਾਲੀ ਦੇ ਵਿੱਚ ਕੀ ਹੈਗਾ ਕਿ ਅਸੀਂ ਕੱਪੜੇ ਨੂੰ ਕਿਸੇ ਵੀ ਤਰੀਕੇ ਨਾਲ ਕੱਪੜੇ ਤੋਂ ਨਾਪ ਲੈ ਕੇ ਜਾਂ ਕਿਸੇ ਦੀ ਬੋਡੀ, ਹਿਊਮਨ ਬੋਡੀ ਤੋਂ ਨਾਪ ਲੈ ਕੇ ਉਸਦੇ ਅਨੁਸਾਰ ਅਸੀਂ ਕੱਪੜੇ ਨੂੰ ਬਣਾ ਲੈਂਦੇ ਆ। ਇੱਕ ਹੁੰਦਾ ਅਨੁਮਾਨਿਤ ਪ੍ਰਣਾਲੀ, ਜਿਹਦੇ ਵਿੱਚ ਕੀ ਹੈਗਾ ਅਸੀਂ ਇੱਕ ਨਾਪ ਦੇ ਆਧਾਰ ਤੇ, ਜਿਵੇਂ ਛਾਤੀ ਦੇ ਨਾਪ ਦੇ ਆਧਾਰ ਤੇ ਕੱਪੜੇ ਨੂੰ ਤਿਆਰ ਕਰ ਲਿਆ, ਜਾਂ ਤੁਹਾਡੇ ਕੋਲੇ ਇੱਕ ਹਿੱਸਾ ਹੈਗਾ ਤਾਂ ਉਹਦੇ ਸਾਰੇ ਪਾਰਟਸ ਜਿਹੜੇ ਹੈਗੇ ਆ ਅਸੀਂ ਉਹਦੇ ਤੇ ਡਿਵਾਈਡ ਕਰਕੇ ਉਸ ਨੂੰ ਅਨੁਮਾਨਿਤ ਪ੍ਰਣਾਲੀ ਦੇ ਨਾਲ ਕੱਪੜਾ ਤਿਆਰ ਕਰਨ ਨੂੰ ਅਸੀਂ ਅਨੁਮਾਨਿਤ ਪ੍ਰਣਾਲੀ ਕਹਿ ਦਿੰਦੇ ਆ। ਤਾਂ ਸਾਡੇ ਕੋਲੇ ਕੀ ਹੈ, ਸਰੀਰ ਦੇ ਉੱਪਰਲੇ ਹਿੱਸੇ ਦੇ ਵਿੱਚ, ਉੱਪਰ ਅਪਰ ਬਾਡੀ ਦੇ ਵਿੱਚ ਪਾਏ ਜਾਣ ਵਾਲੇ ਜਿਹੜੇ ਕੱਪੜੇ ਹੈਗੇ ਆ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਅਸੀਂ ਨਾਪ ਲੈਣੇ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਹੈਗਾ ਗੋਲਾਈ ਦੇ ਨਾਪ, ਜਿਹਦੇ ਵਿੱਚ ਅਸੀਂ ਗਲੇ ਦਾ ਨਾਪ ਰਾਉਂਡ ਦੇ ਵਿੱਚ ਲੈਣੇ ਆ। ਤਾਂ ਛਾਤੀ ਦਾ ਨਾਪ ਵੀ ਅਸੀਂ ਆਪਣੇ ਰਾਉਂਡ ਦੇ ਵਿੱਚ ਘੁਮਾ ਕੇ ਲਿਆ ਜਾਂਦਾ ਹੈ। ਕਮਰ ਦਾ ਨਾਪ, ਹਿੱਪ ਦਾ ਨਾਪ, ਬਾਹ ਦਾ ਨਾਪ, ਫੋਰ ਆਰਮ, ਕਲਾਈ ਦਾ ਨਾਪ। ਉਸੇ ਤਰ੍ਹਾਂ ਹੀ ਅਸੀਂ ਇਹ ਸਾਰੇ ਨਾਪ ਜਿਹੜੇ ਲੈਣੇ ਆ ਗੋਲਾਈ ਦੇ ਵਿੱਚ, ਇੰਚੀ ਟੇਪ ਨੂੰ ਆਪਣੇ ਨਾਪ ਲੈਣ ਵਾਲੇ ਦੇ ਇਨਸਾਨ ਦੇ ਪੂਰੇ ਰਾਉਂਡ ਦੇ ਵਿੱਚ ਘੁਮਾ ਕੇ ਇਹਨਾਂ ਨਾਪਾਂ ਨੂੰ ਅਸੀਂ ਲਿਆ ਜਾਂਦਾ, ਜਿਹਦੇ ਵਿੱਚ ਅਸੀਂ ਸਾਹ ਲੈਣ ਦੀ ਗੁੰਜਾਇਸ਼ ਛੱਡ ਕੇ 3 ਉਂਗਲਾਂ ਵਿੱਚ ਇੰਚੀ ਟੇਪ ਦੇ ਰੱਖ ਕੇ ਅਸੀਂ ਇਸ ਨਾਪ ਨੂੰ ਲੈ ਜਾਂਦੇ ਹੈਗੇ ਆ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੇ ਨੇ ਚੌੜਾਈ ਦੇ ਨਾਪ, ਜਿਹਦੇ ਵਿੱਚ ਤੀਰੇ ਦਾ ਨਾਪ, ਘੇਰੇ ਦਾ ਨਾਪ, ਆਡੀ ਛਾਤੀ ਦਾ ਨਾਪ। ਚੌੜਾਈ ਦੇ ਵਿੱਚ ਕੀ ਹੁੰਦਾ, ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਤੱਕ, ਜਿਵੇਂ ਤੁਸੀਂ ਕੰਨੀ ਤੋਂ ਕੰਨੀ ਦਾ ਨਾਪ ਲੈਂਦੇ ਹੋ ਉਸੇ ਤਰੀਕੇ ਨਾਲ ਅਸੀਂ ਸ਼ੋਲਡਰ ਦੇ ਇੱਕ ਸ਼ੋਲਡਰ ਤੋਂ ਦੂਸਰੇ ਸ਼ੋਲਡਰ ਦੇ ਵਿੱਚ ਜਦੋਂ ਇੰਚੀ ਟੇਪ ਨੂੰ ਰੱਖ ਕੇ ਨਾਪ ਲੈਂਦੇ ਆ ਤਾਂ ਸਾਡੇ ਕੋਲੇ ਇਹ ਸਾਰੇ ਚੌੜਾਈ ਦੇ ਨਾਪ ਆ ਜਾਂਦੇ ਨੇ। ਤਾਂ ਲੰਬਾਈ ਦੇ ਨਾਪ ਦੇ ਵਿੱਚ ਕੁੱਲ ਲੰਬਾਈ ਟੋਟਲ, ਜਦੋਂ ਅਸੀਂ ਕਮੀਜ਼ ਦੀ ਸ਼ਰਟ ਦੀ ਲੰਬਾਈ ਲੈਣੀ ਹੈ, ਉਸ ਤੋਂ ਬਾਅਦ ਜਿਵੇਂ ਕਮਰ ਤੱਕ ਲੰਬਾਈ, ਤੀਰੇ ਤੋਂ ਲੈ ਕੇ ਕਮਰ ਤੱਕ ਜੋ ਅਸੀਂ ਲੰਬਾਈ ਲੈਣੇ ਆ, ਆਸਤੀਨ ਦੀ ਲੰਬਾਈ ਮੋਢੇ ਤੋਂ ਲੈ ਕੇ ਜਿੰਨੀ ਤੁਸੀਂ ਆਸਤੀਨ ਦੀ ਲੰਬਾਈ ਪੂਰੀ ਰੱਖਣੀ ਹੈ, ਹਾਫ ਰੱਖਣੀ ਹੈ ਜਾਂ ਕੁਆਟਰ, ਤਾਂ ਉੱਥੋਂ ਤੱਕ ਅਸੀਂ ਉਹਦਾ ਨਾਪ ਲੈਣੇ ਆ। ਤਾਂ ਉਸੇ ਤਰ੍ਹਾਂ ਹੀ ਸਾਡੇ ਕੋਲੇ ਅੰਦਰੂਨੀ ਬਾਜੂ ਦੀ ਲੰਬਾਈ, ਤੁਸੀਂ ਬਗਲ ਤੋਂ ਫਰੰਟ ਤੱਕ ਜਿੰਨੀ ਵੀ ਲੰਬਾਈ ਦੀ ਲੈਂਥ ਦੀ ਵਿੱਚ ਲੰਬਾਈ ਲੈਣੀ ਹੈ ਤਾਂ ਉੱਥੇ ਇੰਚੀ ਟੇਪ ਨੂੰ ਜੋ ਤੁਸੀਂ ਲੈਂਥ ਦੇ ਵਿੱਚ ਰੱਖ ਕੇ ਨਾਪ ਲੈਣੇ ਹੋ ਤਾਂ ਉੱਥੇ ਸਾਡੇ ਕੋਲੇ ਲੰਬਾਈ ਦੇ ਵਿੱਚ ਜਿਹੜੇ ਹੈਗੇ ਨਾਪ ਆ ਜਾਂਦੇ ਨੇ। ਤਾਂ ਇਹ ਸੀ ਅੱਜ ਦਾ ਟੌਪਿਕ, ਜਿਹਦੇ ਵਿੱਚ ਮੈਂ ਤੁਹਾਨੂੰ ਫੈਬਰਿਕ ਫੰਡਾਮੈਂਟਲ 2 ਪਾਰਟ ਦੇ ਵਿੱਚ ਕੱਪੜੇ ਨੂੰ ਲੈਣ ਤੋਂ ਲੈ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਕੱਪੜੇ ਨੂੰ ਕਿਸ ਤਰੀਕੇ ਨਾਲ ਸ਼ਰਿੰਕ ਕਰਨਾ ਹੈ, ਤਾਂ ਅੱਗੇ ਵੱਖ-ਵੱਖ ਪ੍ਰਣਾਲੀਆਂ ਦੇ ਨਾਲ ਕਿਸ ਤਰੀਕੇ ਨਾਲ ਤੁਸੀਂ ਬੱਚਿਆਂ ਦਾ ਕੱਪੜਾ ਖਰੀਦਣ ਵੇਲੇ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਸ ਬਾਰੇ ਜਾਣਕਾਰੀ ਦਿੱਤੀ। ਤਾਂ ਉਸ ਤੋਂ ਬਾਅਦ ਸਾਡੇ, ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਕਰੋਨਾ ਮਹਾਮਾਰੀ ਨੇ ਕਾਫੀ ਹੀ ਆਪਣੇ ਪੈਰ ਫਸਾਰ ਲਏ ਨੇ, ਤਾਂ ਉੱਥੇ ਸਾਨੂੰ ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ, ਦੂਰੀ ਜਿਹੜੀ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਅਸੀਂ ਜਿਹੜਾ ਮਿਸ਼ਨ ਫਤਿਹ, ਸਾਡੀ ਗਵਰਨਮੈਂਟ ਨੇ ਮਿਸ਼ਨ ਫਤਿਹ ਦਾ ਇੱਕ ਨਾਰਾ ਲਗਾਇਆ ਤਾਂ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ। ਜੇ ਕਿਸੇ ਦੀ ਕੋਈ ਵੀ ਕੁਐਰੀ ਹੈ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰਕੇ ਮੈਨੂੰ ਪੁੱਛ ਸਕਦਾ ਹੈ। ਹੈਲੋ, ਹੈਲੋ, ਹੈਲੋ ਸਰ, हेलो हेलो, हाँ जी, हेलो हेलो, हेलो मैम आवाज नहीं आती थोड़ी सी।
ਹੈਲੋ ਜੀ ਤੁਸੀਂ ਅਮਰਤ ਜੀ ਆਪਣਾ Hello? ਕੁਐਸਚਨ ਪੁੱਛੋ। ਹਾਂਜੀ ਹਾਂਜੀ ਰਾਏ ਹੈਲੋ ਹੈਲੋ Hello? ਹਾਂਜੀ ਹਾਂ ਬੋਲੋ ਰਾਏ। ਮੈਮ ਬਹੁਤ ਵਧੀਆ ਟੌਪਿਕ ਲੱਗਾ ਜੀ ਤੁਹਾਡਾ, ਬਹੁਤ ਵਧੀਆ ਸਮਝ ਲੱਗੀ ਜੀ ਸਾਨੂੰ। ਠੀਕ ਹੈ, ਥੈਂਕ ਯੂ ਰਾਏ। ਥੈਂਕ ਯੂ ਮੈਮ। ਓਕੇ ਜੀ। ਸਰ ਹੈ ਕਿਸੇ ਦੀ ਕੁਐਰੀਜ਼ ਕੇ? ਨਹੀਂ ਮੈਮ ਹੈ ਨਹੀਂ। ਠੀਕ ਹੈ, ਚਲੋ ਸਰ ਫਿਰ ਬਾਈਂਡ ਅਪ ਕਰ ਦਈਏ ਸਰ। ਹਾਂਜੀ ਮੈਮ। ਓਕੇ ਸਰ, ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਓਕੇ ਥੈਂਕ ਯੂ ਮੈਮ। ਓਕੇ ਜੀ।